दोस्तों, कीमती गल्लां और पंजाबी का चढ़दे ते लਹਿੰਦੇ ਪੰਜਾਬ ਦੇ ਦੋ ਅਦਾਰੇ ਨੇ ਜਿਹੜੇ ਪੰਜਾਬੀ ਭਾਸ਼ਾ ਔਰ ਸੱਭਿਆਚਾਰ, ਪੰਜਾਬ ਦੀ ਕਲਾ ਨੂੰ ਵੱਡਾ ਕਰਨ ਲਈ, ਲੋਕਾਂ ਨੂੰ ਦੱਸਣ ਲਈ ਸੋਸ਼ਲ ਮੀਡੀਆ ਉੱਤੇ ਕੰਮ ਕਰ ਰਹੇ ਔਰ ਫੇਸਬੁੱਕ ਦੇ ਪੇਜ ਉੱਤੇ ਅਸੀਂ ਅੱਜ ਲਾਈਵ ਹੋ ਰਹੇ ਹਾਂ ਇਹਨਾਂ ਦੋਨਾਂ ਅਦਾਰਿਆਂ ਦੇ ਹੁਕਮ ਉੱਤੇ, ਉਹਨਾਂ ਦੇ ਕਹਿਣ ਉੱਤੇ। ਅੱਜ ਇੱਕ ਬਹੁਤ ਵੱਡੀ ਸ਼ਖਸੀਅਤ ਤੁਹਾਡੇ ਰੂਬਰੂ ਹੋਏਗੀ। ਆਮ ਤੌਰ ਤੇ ਕਿਹਾ ਜਾਂਦਾ ਕਿ ਅੱਜ ਸਾਡੇ ਨਾਲ ਹੋਣਗੇ, ਪਰ ਮੈਂ ਇਸ ਗੱਲ ਨੂੰ ਅੱਜ ਉਲਟਾ ਕੇ ਕਹਿਣਾ ਕਿ ਅੱਜ ਅਸੀਂ ਸੁਰਜੀਤ ਪਾਤਰ ਸਾਹਿਬ ਦੇ ਨਾਲ ਹੋਵਾਂਗੇ। ਉਹਨਾਂ ਨਾਲ ਕੁਝ ਗੱਲਾਂ ਕਰਾਂਗੇ, ਕੁਝ ਸਵਾਲ, ਕੁਝ ਜਿਗਿਆਸਾਵਾਂ ਜਿਹੜੀਆਂ ਸਾਡੇ ਸਾਰੇ ਪੰਜਾਬੀਆਂ ਦੇ ਮਨਾਂ ਵਿੱਚ ਹੋਣਗੀਆਂ। ਔਰ ਇੱਕ ਤਰੀਕੇ ਨਾਲ ਸੁਰਜੀਤ ਪਾਤਰ ਸਾਹਿਬ ਦਾ ਇੱਕ ਪਾਕਿਸਤਾਨ ਵਿੱਚ ਬਹੁਤ ਪੜ੍ਹਨ ਸੁਣਨ ਪਿਆਰ ਕਰਨ ਵਾਲਾ ਇੱਕ ਵੱਡਾ ਵਰਗ ਹੈ ਤੇ ਇਸ ਬਹਾਨੇ ਚੜ੍ਹਦੇ ਪੰਜਾਬ ਵਿੱਚ ਤਾਂ ਉਹਨਾਂ ਦਾ ਜਿਹੜਾ ਝੰਡਾ ਪੂਰਾ ਬੁਲੰਦ ਹੈ ਹੀ ਹੈ। ਤੇ ਅੱਜ ਇਸ ਪ੍ਰੋਗਰਾਮ ਦੇ ਬਹਾਨੇ ਅਸੀਂ ਲਹਿੰਦੇ ਪੰਜਾਬ ਦੇ ਸੁਣਨ ਵਾਲਿਆਂ ਨੂੰ, ਪੜ੍ਹਨ ਵਾਲਿਆਂ, ਦੇਖਣ ਵਾਲਿਆਂ ਨੂੰ ਵੀ ਸੁਰਜੀਤ ਪਾਤਰ ਸਾਹਿਬ ਦੀ ਸ਼ਖਸੀਅਤ ਨਾਲ, ਉਹਨਾਂ ਦੇ ਸ਼ਾਇਰੀ ਨਾਲ, ਉਹਨਾਂ ਦੇ ਕੰਮ ਨਾਲ ਮਿਲਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਜਿਸ ਤਰ੍ਹਾਂ ਮਲਿਕ ਸਾਹਿਬ ਨੇ ਦੱਸਿਆ ਔਰ ਇਸ ਪ੍ਰੋਗਰਾਮ ਦੇ ਪਿੱਛੇ ਕੀਮਤੀ ਗੱਲਾਂ ਦੇ ਹਰਵਿੰਦਰ ਜੀ ਨੇ ਚੜ੍ਹਦੇ ਪੰਜਾਬ ਤੋਂ, ਉਹਨਾਂ ਦੀ ਸਾਰੀ ਵਿਉਂਤਬੰਦੀ ਦੇ ਅਧੀਨ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਅਧਿਆਪਕਾਂ ਨੂੰ ਸਮਰਪਿਤ ਕਰ ਰਹੇ ਹਾਂ, ਕਿਉਂਕਿ ਅਧਿਆਪਕਾਂ ਦਾ ਦਿਨ ਹੈ। ਇਸ ਅਧਿਆਪਕ ਦਿਵਸ ਉੱਤੇ ਮੈਂ ਆਪਣੇ ਸਾਰੇ ਅਧਿਆਪਕਾਂ ਨੂੰ ਨਮਸਕਾਰ ਕਰਦਾ ਹੋਇਆ ਤੇ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਜਿਹੜੇ ਅਧਿਆਪਕ ਜਿਨ੍ਹਾਂ ਨੇ ਚੰਗੇ ਰਸਤੇ ਪਾਇਆ ਸਭ ਲੋਕਾਂ ਨੂੰ, ਉਹ ਸਾਡੇ ਸਭ ਸਤਿਕਾਰ ਦੇ ਪਾਤਰ ਨੇ, ਅਦਬ ਦੇ ਪਾਤਰ ਨੇ। ਤੇ ਮੈਂ ਉਹਨਾਂ ਸਾਰੇ ਅਧਿਆਪਕਾਂ ਨੂੰ ਯਾਦ ਕਰਦਾ ਹੋਇਆ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਾਂਗਾ। ਪਰ ਇੱਕ ਗੱਲ ਬੜੀ ਮੰਦਭਾਗੀ ਵਾਪਰੀ ਕਿ ਕੱਲ ਸਾਡੇ ਇੱਕ ਬਹੁਤ ਹੋਣਹਾਰ ਅਧਿਆਪਕ ਡਾਕਟਰ ਦਰਿਆ, ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਲੋਕਧਾਰਾ ਦੇ ਬਹੁਤ ਵੱਡੇ ਖੋਜੀ ਸਨ, ਜਿਨ੍ਹਾਂ ਤੋਂ ਸਾਨੂੰ ਬਹੁਤ ਸਾਰੀ ਉਮੀਦ ਸੀ, ਬਹੁਤ ਹੋਣਹਾਰ ਅਧਿਆਪਕ ਸਨ। ਤੇ ਜਿਸ ਉਮਰ ਵਿੱਚ ਜਾ ਕੇ ਅਧਿਆਪਕ ਆਪਣੀ ਪ੍ਰਵੀਨਤਾ ਪ੍ਰਾਪਤ ਕਰਦਾ ਹੈ, ਹਾਸਲ ਕਰਦਾ ਹੈ, ਆਪਣੀ ਪਰਿਪੱਕਤਾ ਹਾਸਲ ਕਰਦਾ ਹੈ, ਉਸ ਉਮਰ ਵਿੱਚ ਉਹਨਾਂ ਦਾ ਵਿਛੋੜਾ ਹੋ ਗਿਆ। ਬਹੁਤ ਦੁਖਦਾਈ ਨੋਟ ਉੱਤੇ ਅਸੀਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਡਾਕਟਰ ਦਰਿਆ ਨੂੰ ਯਾਦ ਕਰਦਿਆਂ ਹੋਇਆਂ। ਤੇ ਮੈਂ ਬੜੇ ਸਤਿਕਾਰ ਨਾਲ ਸੁਰਜੀਤ ਪਾਤਰ ਸਾਹਿਬ ਨੂੰ ਤੁਹਾਡੇ ਰੂਬਰੂ ਕਰ ਰਿਹਾ। ਔਰ ਜਿਸ ਤਰ੍ਹਾਂ ਪਾਤਰ ਸਾਹਿਬ ਦੇ ਬਹੁਤ ਸਾਰੇ ਰੂਪ ਨੇ, ਉਹ ਸ਼ਾਇਰ ਨੇ, ਅਧਿਆਪਕ ਨੇ, ਪੰਜਾਬ ਆਰਟਸ ਕਾਉਂਸਲ ਦੇ ਚੇਅਰਮੈਨ ਨੇ, ਬਹੁਤ ਸਾਰੇ ਅਵਾਰਡ ਉਹਨਾਂ ਨੂੰ ਮਿਲੇ, ਪਦਮ ਸ਼੍ਰੀ ਵੀ ਨੇ। ਪਰ ਉਹਨਾਂ ਦੀ ਆਪਣੀ ਇੱਕ ਲਿਖਤ ਸੀ ਕਿਤੇ, ਕਿ ਉਹਦੀ ਪਹਿਲੀ ਸਤਰ ਤਾਂ ਮੈਨੂੰ ਇਸ ਵੇਲੇ ਭੁੱਲ ਗਈ, ਕਿ ਤੂੰ ਧਰਤੀ ਦਾ ਗੀਤ ਰਹੇਗਾ, ਪਦਮ ਸ਼੍ਰੀ ਹੋ ਕੇ ਵੀ ਪਾਤਰ, ਤੂੰ ਮੇਰਾ ਸੁਰਜੀਤ ਰਹੇਗਾ। ਇਹ ਪਾਤਰ ਸਾਹਿਬ ਦੇ ਜਿੰਨੇ ਅਨੇਕ ਰੂਪ ਹੋਣ, ਪਰ ਉਹ ਸਾਡੇ ਸੁਰਜੀਤ ਪਾਤਰ ਨੇ ਸਭ ਤੋਂ ਵੱਡੀ ਜਿਹੜੀ ਸ਼ਨਾਖਤ ਜਾਂ ਸਭ ਤੋਂ ਵੱਡੀ ਜੁੜਤ ਉਹਨਾਂ ਦੀ ਸਾਡੇ ਨਾਲ ਜਿਹੜੀ ਹੈ, ਉਹ ਸ਼ਾਇਰ ਸੁਰਜੀਤ ਪਾਤਰ ਦੇ ਤੌਰ ਤੇ ਹੈ। ਤੇ ਮੈਂ ਬਹੁਤ ਅਦਬ ਨਾਲ, ਬਹੁਤ ਸੰਜੀਦਗੀ ਨਾਲ, ਬਹੁਤ ਇਹਤਰਾਮ ਨਾਲ ਸੁਰਜੀਤ ਪਾਤਰ ਸਾਹਿਬ ਨਾਲ ਕੁਝ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗਾ। ਪਾਤਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਗੁਰਤੇਜ ਜੀ ਤੇ ਅਜ਼ਮ ਮਲਿਕ ਜੀ, ਔਰ ਇਹ ਸਾਰੇ ਪ੍ਰੋਗਰਾਮ ਦੇ ਜੋ ਪ੍ਰਬੰਧ ਕਰਨ ਵਾਲੇ ਨੇ ਹਰਵਿੰਦਰ ਹੋਣੀ, ਔਰ ਜੋ ਸਾਨੂੰ ਸੁਣਨ ਵਾਲੇ, ਉਹਨਾਂ ਸਾਰਿਆਂ ਲਈ ਬਹੁਤ ਬਹੁਤ ਪਿਆਰ ਤੇ ਅਦਬ। ਤੇ ਮੈਨੂੰ ਇਹ ਖੁਸ਼ੀ ਹੈ ਕਿ ਮੇਰੇ ਨਾਲ ਗੁਰਤੇਜ ਨੇ ਗੱਲਾਂ ਕਰਨੀਆਂ, ਜਿਹੜਾ ਸਾਡਾ ਬਹੁਤ ਬਹੁਤ ਪਿਆਰਾ ਸ਼ਾਇਰ ਹੈ ਔਰ ਮੈਨੂੰ ਮੁੱਦਤਾਂ ਤੋਂ ਜਾਣਦਾ। ਔਰ ਮੈਨੂੰ ਯਾਦ ਆ ਰਿਹਾ ਕਿ ਮੈਨੂੰ ਹੁਣ ਬੈਠੇ ਯਾਦ ਆ ਰਿਹਾ ਸੀ ਕਿ ਸ਼ਾਹ ਹੁਸੈਨ ਉਹਨਾਂ ਦੀ ਸ਼ਾਇਰੀ 'ਚ ਤਿੰਨ, ਜਿਸ ਤਰ੍ਹਾਂ ਕਿ ਤੂੰ ਕੌਣ ਹੈ, ਜਿਵੇਂ ਕਿਹਾ ਕਿ ਵੀ ਪਾਤਰ ਕੌਣ ਹੈ, ਉਹ ਅਧਿਆਪਕ ਆ ਕੀ ਹੈ। ਤੇ ਮੈਨੂੰ ਯਾਦ ਹੈ ਤੋ ਸ਼ਾਹ ਹੁਸੈਨ ਦੀ ਇੱਕ ਜਗ੍ਹਾ ਆਉਂਦਾ ਕਿ ਨਾਮ ਹੁਸੈਨ ਤੇ ਜਾਤ ਜੁਲਾਹਾ, ਗਾਲਾਂ ਦਿੱਤੀਆਂ ਤਾਣੇ ਬਾਲੜੀਆਂ। ਜਾਨੀ ਇੱਕ ਵਾਰ ਨਹੀਂ ਕਰਾਉਂਦੇ, ਕਿਉਂਕਿ ਪੁੱਛਣ ਵਾਲਾ ਕੌਣ ਸੀ, ਕਿ ਪੁੱਛਣ ਵਾਲੇ ਦੇ ਬਦਲਣ ਨਾਲ ਕਈ ਵਾਰ ਸਵਾਲਾਂ ਦੇ ਜਵਾਬ ਬਦਲ ਜਾਂਦੇ ਆ। ਉਹ ਇੱਕ ਫਿਰ ਕਿਸੇ ਨੂੰ ਕਹਿੰਦੇ ਆ ਕਿ
ਸ਼ਾਹ ਹੁਸੈਨ ਫਕੀਰ ਹੈ, ਤੁਸੀਂ ਮਤ ਆਖੋ ਕੋਈ ਪੀਰ ਹੈ। ਵਾਹ ਜਦੋਂ ਕੋਈ ਹੋਰ ਉਹਨੂੰ ਹੋਰ ਗਹਿਰਾ ਪੁੱਛਣ ਵਾਲਾ ਮਿਲਦਾ ਤੇ ਉਹਨਾਂ ਦਾ ਇੱਕ ਵਾਕਿਆ ਕਿ ਉਹ ਕਹਿੰਦੇ ਕਿ ਲਿਟਾਂ ਖੋਲ ਗਲੇ ਵਿੱਚ ਪਾਈਆਂ ਮੈਂ ਬੈਰਾਗਣ ਆਦ ਦੀ ਹੋ। ਫਿਰ ਉਹ ਵਾਹ ਆਪਣਾ ਵਾਹ ਜੈਂਡਰ ਵੀ ਭੁੱਲ ਜਾਂਦੇ ਆ ਤੇ ਫਿਰ ਕਹਿੰਦੇ ਮੈਂ ਤਾਂ ਕੋਈ ਆਦ ਹੂੰ ਜੁਗਾਦ ਦੀ ਬੈਰਾਗਣ ਆ। ਹੂੰ ਤੇ ਉਦੋਂ ਉਹਨਾਂ ਨੂੰ ਕੋਈ ਗੁਰੂ ਤੇਜ ਵਰਗਾ ਗਹਿਰਾ ਪੁੱਛਣ ਵਾਲਾ ਮਿਲਿਆ ਹੋਣਾ ਸਵਾਲ, ਤੋਂ ਫਿਰ ਸਵਾਲ ਵੀ ਜਵਾਬ ਵੀ ਉਨੀਆਂ ਹੀ ਹਾਂ ਗਹਿਰਾਈਆਂ ਆਉਂਦੀ ਆ ਜਿੰਨਾ ਪੁੱਛਣ ਵਾਲਾ ਹੂੰ ਗਹਿਰਾ ਹੋਵੇ। ਸੋ ਮੈਂ ਸਮਝਦਾ ਕਿ ਇਹ ਬਹੁਤ ਪਿਆਰੀਆਂ ਘੜੀਆਂ ਨੇ, ਪਿਆਰਾ ਪਹਿਰ ਆ ਜੀ ਸਾਡੇ ਲਈ। ਔਰ ਦੂਜੀ ਗੱਲ ਇਹ ਹੈ ਕਿ ਇਹ ਦੋਨਾਂ ਪੰਜਾਬਾਂ ਨੂੰ ਇੱਕ ਜੋੜਨ ਵਾਲਾ ਪ੍ਰੋਗਰਾਮ ਆ। ਹੂੰ ਤੇ ਮੈਂ ਕਦੀ ਲਿਖਿਆ ਸੀ ਕਿ ਇੰਨੀਆਂ ਬੁਰੀਆਂ ਵੀ ਨਹੀਂ ਮੈਨੂੰ ਲੱਗਦੀਆਂ ਇਹ ਹੱਦਾਂ ਸਰਹੱਦਾਂ, ਇੰਨੀਆਂ ਜੀ ਬੁਰੀਆਂ ਵਾਹ ਨਹੀਂ ਮੈਨੂੰ ਲੱਗਦੀਆਂ ਇਹ ਸਰਹੱਦਾਂ, ਹੂੰ ਜੇਕਰ ਸੱਜਣ ਬੋੜ ਪਵੇ ਮੈਂ ਜਦ ਵੀ ਉਹਨੂੰ ਸੱਦਾਂ। ਵਾਹ ਬਹੁਤ ਵਧੀਆ ਔਰ ਇੱਕ ਜਗ੍ਹਾ ਮੈਂ ਕਿਹਾ ਸੀ ਵੀ ਕੰਧਾਂ ਹੋਣ ਹੂੰ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਹੂੰ ਕੰਧਾਂ ਹੂੰ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ। ਹੂੰ ਸੋ ਵਾਹ ਇੱਕ ਇਸ ਤਰ੍ਹਾਂ ਬਹੁਤ ਦਾ ਵਧੀਆ ਮਿਲਦਾ ਕਿ ਇਹ ਬੂਹੇ ਬਾਰੀਆਂ ਵਾਲੀ ਗੱਲ ਹੀ ਆ ਸਾਡੇ ਲਹਿੰਦੇ ਚੜ੍ਹਦੇ ਪੰਜਾਬ 'ਚ। ਤੋ ਸੋ ਇਹ ਮੌਕਾ ਹੋਰ ਵੀ ਮੁਬਾਰਕ ਹੋ ਜਾਂਦਾ ਇਸ ਵਕਤ। ਪਾਤਰ ਸਾਹਿਬ, ਅੱਜ ਤੁਹਾਡੇ ਆਉਣ ਨਾਲ ਬਲਕਿ ਇਸ ਪ੍ਰੋਗਰਾਮ ਦਾ ਜਿਹੜਾ ਨਾਮ ਹੈ ਕੀਮਤੀ ਗੱਲਾਂ, ਉਹ ਸੱਚਮੁੱਚ ਉਹਦੇ ਕੋਈ ਅਰਥ ਬਣਨ ਵਾਲੇ ਆ ਕਿ ਅੱਜ ਸੱਚੀ ਮੁੱਚੀ ਕੀਮਤੀ ਗੱਲਾਂ ਹੋਣ ਦੀ ਸੰਭਾਵਨਾ ਹੈ। ਮੈਂ ਕੋਸ਼ਿਸ਼ ਕਰੂੰਗਾ ਕਿ ਕੁਝ ਗੱਲਾਂ ਤੁਹਾਡੇ ਨਾਲ ਕਰੀਏ ਜਿਹੜੀਆਂ ਸੁਣਨ ਵਾਲਿਆਂ ਨੂੰ ਚੰਗੀਆਂ ਲੱਗਣ। ਉਹਦੇ 'ਚ ਕੁਝ ਹਲਕੀਆਂ ਗੱਲਾਂ ਵੀ ਕਰਾਂਗੇ, ਕੁਝ ਸੰਜੀਦਾ ਗੱਲਾਂ ਵੀ ਕਰਾਂਗੇ ਤੁਹਾਡੀ ਜ਼ਿੰਦਗੀ ਬਾਰੇ, ਸ਼ਾਇਰੀ ਬਾਰੇ। ਮੈਂ ਜਿਹੜੀ ਗੱਲ ਪਾਤਰ ਸਾਹਿਬ ਸ਼ੁਰੂ ਕਰਨੀ ਚਾਹੁੰਦਾ ਉਹ ਇਹ ਹੈ ਕਿ ਤੁਸੀਂ ਕਿਉਂਕਿ ਆਪਾਂ ਅਧਿਆਪਕ ਦਿਵਸ ਦੇ ਪ੍ਰਸੰਗ ਵਿੱਚ ਗੱਲ ਕਰ ਰਹੇ ਹਾਂ, ਮੈਂ ਪਹਿਲਾਂ ਤਾਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕਿਹੜੇ ਅਧਿਆਪਕ ਮਿਲੇ ਜਿਨ੍ਹਾਂ ਨੇ ਸੁਰਜੀਤ ਪਾਤਰ ਬਣਨ ਵਿੱਚ ਤੁਹਾਡੀ ਕਿਸੇ ਨਾ ਕਿਸੇ ਰੂਪ 'ਚ ਰਹਿਨੁਮਾਈ ਕੀਤੀ, ਤੇ ਇਸ ਗੱਲ ਦਾ ਦੂਸਰਾ ਹਿੱਸਾ ਕਿ ਤੁਸੀਂ ਖੁਦ ਅਧਿਆਪਕ ਰਹੇ ਤੇ ਤੁਹਾਡਾ ਅਧਿਆਪਨ ਦਾ ਜਿਹੜਾ ਤੁਹਾਡਾ ਅਨੁਭਵ ਹੈ, ਤਜਰਬਾ ਹੈ, ਉਹ ਕਿਸ ਤਰ੍ਹਾਂ ਦਾ ਰਿਹਾ? ਜੀ ਗੁਰਤੇਜ, ਮੈਂ ਜਿਹੜੇ ਥਾਵਾਂ ਪੜ੍ਹਿਆ, ਮੇਰੇ ਪਿੰਡ 'ਚ ਚੌਥੀ ਜਮਾਤ ਤੱਕ ਸਕੂਲ ਸੀ ਤੇ ਉਹ ਜਾਣੀ ਮੈਨੂੰ ਯਾਦ ਆ ਕਿ ਅਸੀਂ ਕੁੜੀਆਂ ਨਹੀਂ ਸੀਗੀਆਂ ਤੇ ਅਸੀਂ ਬਸ ਸਕੂਲ ਦੇ ਸਾਹਮਣੇ ਖੇਡਣ ਲੱਗ ਪੈਂਦੇ ਸੀ ਤੇ ਫਿਰ ਦੇਖਣਾ ਕਿ ਮਾਸਟਰ ਜੀ ਆ ਗਿਆ ਦੂਰੋਂ ਦੇਖਣਾ। ਉਹ ਕਰਤਾਰਪੁਰ ਤੋਂ ਆਉਂਦੇ ਸੀ ਮੇਰੇ ਪਿੰਡ, ਉਹ ਜਿਹੜੇ ਉੱਥੋਂ 3 ਮੀਲ ਦੂਰ ਸੀ। ਤੇ ਖੀਮ ਚੰਦ ਉਹ ਮੈਨੂੰ ਮੇਰੇ ਮਾਸਟਰ ਯਾਦ, ਜਿਹਨੇ ਮੈਨੂੰ ਕਲਮਾ ਕਰ ਸਾਨੂੰ ਦਿੰਦਾ ਸੀਗਾ। ਉਹ ਦ੍ਰਿਸ਼ ਮੈਂ ਕਦੀ ਨਹੀਂ, ਉਸ ਪਿਆਰੇ ਸ਼ਖਸ ਦਾ ਮੁਹਾਰ ਮੈਨੂੰ ਯਾਦ ਰਹਿੰਦੀ ਹੈ। ਔਰ ਫਿਰ ਮੈਂ ਜਿਹੜੀ ਮੈਟ੍ਰਿਕ ਕਰਨ ਲਈ ਮੈਂ ਖਾਲਸਾ ਹਾਈ ਸਕੂਲ ਖਹਿਰਾ ਮੱਜਾ ਦਾਖਲ ਹੋਇਆ। ਉੱਥੇ ਮੇਰੇ ਮਾਸਟਰ ਸੀਗੇ ਸ਼ੰਕਰ ਦਾਸ, ਜਿਹੜੇ ਮੰਡ ਪਿੰਡ ਦੇ ਸੀਗੇ। ਉਹਨਾਂ ਦੇ ਗਾਂ ਬੇਟੇ ਸੁਰਿੰਦਰ ਮੰਡ, ਦੇਵਿੰਦਰ ਮੰਡ ਤੇ ਉਹਨਾਂ ਦੀ ਬੇਟੀ ਵੀ ਹੈ ਸੁਨੀਲਮ ਮੰਡ। ਸ਼ੰਕਰ ਦਾਸ ਸੀ, ਉਹ ਸਾਨੂੰ ਪੜ੍ਹਾਉਂਦੇ ਤਾਂ ਹਿਸਾਬ ਸੀਗੇ, ਪਰ ਜਦੋਂ ਕਹਿਣਾ ਸਰ ਅੱਜ ਸਾਡਾ ਪੜ੍ਹਨ ਨੂੰ ਜੀ ਨਹੀਂ ਕਰਦਾ ਤੇ ਉਹਨੇ ਸਾਨੂੰ ਫਿਰ ਦਰਵਾਜ਼ਾ ਟੋਕਿਆ, ਉਹਨੇ ਸਾਨੂੰ ਕੋਈ ਨਾ ਕੋਈ ਇੰਨੀ ਸੋਹਣੀ ਕਹਾਣੀ ਬਾਤ ਸੁਣਾਉਣੀ। ਪਰ ਸ਼ਰਤ ਵੀ ਹੁਣ ਇਹ ਤੋਂ ਬਾਅਦ ਤੁਸੀਂ ਮੇਰੇ ਕੋਲੋਂ ਜਿਹੜੇ ਬਾਕੀ ਦੇ 5 ਦਿਨ ਨੇ ਹਫ਼ਤੇ ਦੇ ਨਾ, ਉਹ ਤੁਸੀਂ ਬਹੁਤ ਧਿਆਨ ਨਾਲ ਪੜ੍ਹਨਾ। ਸੋ ਉਹ ਮੈਨੂੰ ਅਧਿਆਪਕ ਨਹੀਂ ਕਦੀ ਭੁੱਲਦਾ। ਜਾਂ ਮੇਰੇ ਮਹਿੰਦਰ ਸਿੰਘ ਸੰਧੂ, ਜਿਹਨਾਂ ਸਾਨੂੰ ਕੋਲ ਬਿਠਾ ਕੇ ਜੇ ਗੁਰਪੁਰਬ ਮਨਾਉਣੇ, ਉਹਨੇ ਕਹਿਣਾ, ਉਹਨਾਂ ਹਾਰਮੋਨੀਅਮ ਵਜਾਉਣਾ, ਸਾਨੂੰ ਲਾਗੇ ਬਿਠਾ ਲੈਣਾ ਕਿ ਤੁਸੀਂ ਮੇਰੇ ਨਾਲ ਗਾਉਣਾ। ਤੇ ਉਸ ਸ਼ਖਸ ਦਾ ਮੈਨੂੰ ਬਣਾਉਣ 'ਚ ਬਹੁਤ ਰੋਲ ਹੈ। ਔਰ ਉਸ ਤੋਂ ਬਾਅਦ ਕਾਲਜ ਆ ਕੇ, ਯਾਨੀ ਯੂਨੀਵਰਸਿਟੀ 'ਚ ਆ ਕੇ, ਨਾ ਕਾਲਜ ਰਣਧੀਰ ਕਾਲਜ ਕਪੂਰਥਲਾ ਆ ਕੇ, ਤੇ ਸਿੰਘ ਸੇਠੀ ਆਪਣੇ ਜਿਹੜੇ ਬਹੁਤ ਮਸ਼ਹੂਰ ਨਾਟਕਕਾਰ, ਨਾਵਲਕਾਰ, ਉਹ ਤੇ ਉਹਨਾਂ ਦੀ ਜੀਵਨ ਸਾਥਣ ਮਨੋਹਰ ਕੌਰ ਅਰਪਣ, ਇਸ ਜੋੜੀ ਨੇ ਮੈਨੂੰ ਇੰਨਾ ਸਮਝ ਲਓ ਚਮਲਾਇਆ ਹੋਇਆ ਸੀਗਾ, ਇੰਨਾ ਮੈਨੂੰ ਪਿਆਰ ਕੀਤਾ, ਮੇਰੀ ਕਵਿਤਾ ਨੂੰ, ਜਾਂ ਮੈਨੂੰ ਇੰਨਾ ਉਤਸ਼ਾਹਿਤ ਕੀਤਾ ਕਿ ਮੈਂ ਸਮਝਦਾ ਕਿ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਇੱਕ ਤਰ੍ਹਾਂ ਵਿਸ਼ਵਾਸ ਮੇਰੇ 'ਚ ਪੈਦਾ ਕੀਤਾ ਔਰ ਮੈਨੂੰ ਬਹੁਤ ਮੁਹੱਬਤ ਦਿੱਤੀ। ਸੋ ਇਹ ਮੇਰਾ ਤੁਹਾਡੀ ਪਹਿਲੀ ਕਵਿਤਾ ਬਾਰੇ ਸੁਰਜੀਤ ਸੇਠੀ ਹੋਰਾਂ ਦਾ ਕੀ ਸੀ, ਉਹਨਾਂ ਦਾ ਉਹਦੇ ਉੱਤੇ ਟਿੱਪਣੀ ਸੀ? ਮੈਨੂੰ ਯਾਦ ਹੈ ਕਿ
ਮੇਰੀ ਉਹ ਬਹੁਤ ਕਮਾਲ ਦਾ ਅਨੁਭਵ ਹੈ ਕਿ ਮੈਂ ਪਹਿਲੋਂ 1 ਸਾਲ ਮੈਨੂੰ ਇਹਨਾਂ ਨੇ ਆਰਟ ਪਾਤਾ ਸਾਇੰਸ ਵਿੱਚ। ਮੈਂ ਸਕੂਲ ਛੋਟੇ ਜਿਹੇ ਸਕੂਲ 'ਚ ਫਸਟ ਆ ਗਿਆ। ਉਹ ਕਹਿੰਦੇ ਵੀ ਇਹ ਮੁੰਡਾ ਤਾਂ ਸਾਇੰਸ ਦਾ। ਤੇ ਫਿਰ ਮੇਰੀ ਬਹੁਤ ਕੋਸ਼ਿਸ਼ ਹੋਈ, ਮੈਂ ਪ੍ਰਿੰਸੀਪਲ ਸਾਹਿਬ ਕੋਲ ਵੀ ਗਿਆ, ਉਹਨਾਂ ਨੇ ਵੀ ਮੇਰੀ ਅਰਜੀ ਪਾੜ ਦਿੱਤੀ ਕਿ ਨਹੀਂ ਤੂੰ ਸਾਇੰਸ ਪੜ੍ਹੇਗਾ, ਤੂੰ ਨਲਾਇਕ ਨਹੀਂ, ਤੂੰ ਆਰਟਸ ਪੜ੍ਹੇਗਾ। ਤੇ ਜਾਨੀ ਉਹ ਮੇਰੇ ਇਹੋ ਜਿਹੇ ਸੀਗੇ। ਤੇ ਫਿਰ ਮੈਂ ਜਾਨੀ ਦੂਏ ਸਾਲ ਫਿਰ ਇੱਧਰ ਆਉਣਾ ਸੀਗਾ ਆਰਟਸ ਵੱਲ। ਮੈਂ ਉਹ ਛੱਡਵਾਇਆ ਸਾਰਾ ਕੁਝ। ਤੇ ਮੈਂ ਆਪਣੀ ਇੱਕ ਗਜ਼ਲ ਲੈ ਕੇ ਸੇਠੀ ਸਾਹਿਬ ਕੋਲ ਗਿਆ। ਅੱਛਾ, ਹਾਂ। ਤੇ ਉਹਨਾਂ ਮੇਰੇ ਗਜ਼ਲ ਪੜ੍ਹੀ ਤੇ ਮੇਰੇ ਵੱਲ ਬਹੁਤ ਗੁੱਸੇ ਨਾਲ ਦੇਖਿਆ ਤੇ ਮੈਨੂੰ ਕਹਿੰਦੇ ਕਿੱਥੋਂ ਲਿਖ ਕੇ ਲਿਆਇਆ। ਮੈਨੂੰ ਬਹੁਤ ਜ਼ਿਆਦਾ ਗੁੱਸੇਖੋਰ ਬਹੁਤ ਸੀਗੇ। ਅੱਛਾ। ਤੇ ਮੇਰੀ ਗਜ਼ਲ ਤੇ ਬਹੁਤ ਜਾਨੀ ਉਹਨਾਂ ਨੇ ਮੇਰੇ ਗੁੱਸੇ ਨਾਲ ਦੇਖਿਆ। तो मैं अपनी नम अखा लैके मुड़ आया। तीजे दिन साडी क्लास से आए तो कहंदे कि एक चिट्ठी लिखो कि तुहाडे दोस्त दी माता जी दा देहांत हो गया, तुसीं एक दिलासे दी ते अफसोस दी चिट्ठी लिखो। ते मैं वो चिट्ठी लिख के ते मैं उन्होंने दिखाउण गया ते वो फिर पढ़ के कहंदे कि मैनूं कहंदे ਉਹ ਗਜ਼ਲ ਵੀ ਲੈ। ਅੱਛਾ, ਫਿਰ ਉਹਨਾਂ ਤੇ ਖੁੱਲ ਗਿਆ ਕਿ ਇਹ ਮੌਲਿਕ ਕਵੀ ਆਪ ਹੀ। ਉਹਨਾਂ ਨੂੰ ਉਹ ਮੇਰਾ ਜਿਹੜੀ ਚਿੱਠੀ ਲਿਖੀ ਦੇਖ ਕੇ ਉਹਨੂੰ ਲੱਗਾ ਵੀ ਹਾਂ ਇਹ ਚਿੱਠੀ ਲਿਖ ਸਕਦਾ, ਇਦਾਂ ਦੀ ਗਜ਼ਲ ਵੀ ਲਿਖ ਸਕਦਾ। ਸੋ ਇਹ ਸਾਡੀ ਪਹਿਲੀ ਮੁਲਾਕਾਤ ਸੀ। ਪਰ ਉਸ ਤੋਂ ਬਾਅਦ ਜਾਨੀ ਸਾਡਾ ਬਹੁਤ ਜ਼ਿਆਦਾ ਉਹਨਾਂ ਦਾ ਨਿੱਘ ਨਾਤਾ ਔਰ ਮੇਰੇ ਤੇ ਆਸ਼ੀਰਵਾਦ ਰਹੀ। ਤੇ ਜਿਹੜਾ ਇਹ ਸਾਇੰਸ ਪੜ੍ਹਨ ਵਾਲਾ ਵਰਕ ਆ ਫਿਰ ਤੁਸੀਂ ਆਪ ਹੀ ਪੜ੍ਹਿਆ? ਆਪ ਪੜ੍ਹੇ ਇੱਦਾਂ ਕਿ ਮੈਂ ਸਾਇੰਸ ਦੀ ਕਲਾਸਾਂ 'ਚ ਜਾਂਦਾ ਰਿਹਾ। ਮੇਰਾ ਉਦੋਂ ਦਾਖਲਾ ਹੀ ਨਹੀਂ ਗਿਆ ਸੀ। ਫਿਰ ਮੈਂ ਸਾਇੰਸ 'ਚ ਜਾਂਦਾ ਰਿਹਾ, ਪਰ ਮੈਂ ਪੜ੍ਹਦਾ ਕਿਤਾਬਾਂ ਇਹ ਸੀ ਕਿ ਮੈਨੂੰ ਜਿੱਦਾਂ ਬੜੀ ਪਿਆਸ ਲੱਗੀ ਸੀ ਨਾ ਕਵਿਤਾ ਦੀ। ਸਾਡੇ ਘਰ ਕਿਤਾਬਾਂ ਸਿਰਫ ਥੋੜ੍ਹੀਆਂ ਸੀਗੀਆਂ ਕਿ ਗੁਰੂ ਨਾਨਕ ਚਮਤਕਾਰ, ਗੁਰੂ ਕਲਗੀਧਰ ਚਮਤਕਾਰ, ਤੇ ਉਹ ਕਿਤਾਬਾਂ ਮੁੱਕ ਗਈਆਂ ਸੀਗੀਆਂ। ਸਮਝ ਲਓ 8ਵੀਂ ਦੇ ਵਿੱਚ ਹੀ ਉਹ ਮੁੱਕ ਗਈਆਂ। ਤੇ ਮੈਨੂੰ ਸੀ ਕਿ ਮੈਨੂੰ ਕਿਤਾਬਾਂ ਤੋਂ ਉਹ ਮੈਨੂੰ ਇੰਨੀ ਜਾਨੀ ਪੜ੍ਹਨ ਦੀ ਸੀ ਭੁੱਖ ਕਿ ਮੈਂ ਜਾਨੀ ਰਣਧੀਰ ਕੌਰ ਕਪੂਰਥਲਾ ਦੀਆਂ ਬਹੁਤ ਕਿਤਾਬਾਂ ਤੇ ਖਾਸ ਕਵਿਤਾ ਦੀਆਂ ਕਿਤਾਬਾਂ ਤੇ ਮੇਰੇ ਹੱਥਾਂ ਨੇ ਉਹਨਾਂ ਨੂੰ ਜਾਨੀ ਮੈਨੂੰ ਉਹਨਾਂ ਦੀ ਜੋ ਪ੍ਰਾਪਤ ਹੋਈ। तो फिर मैं जानी आर्ट्स से आया तो फिर ये मेरा सही जगह सी। तो फिर मैं चलो बहुत मैनू मैं ਇੱਥੇ ਪਟਿਆਲੇ ਪਾਤਰ ਸਾਹਿਬ ਤੁਹਾਨੂੰ ਦਲੀਪ ਕੌਰ ਟਿਵਾਣਾ ਜਾਂ ਉਹਦੇ ਵਰਗੇ ਹੋਰ ਲੇਖਕਾਂ ਨੇ ਖਿੱਚਿਆ? ਪਟਿਆਲੇ ਮੈਂ ਜਦੋਂ BA ਕੀਤੀ ਤੇ ਮੇਰੇ ਰਾਹ 'ਚ MA ਕਰਨ ਵਾਲੇ ਪਾਉਣ ਵਾਲੇ ਕਾਲਜ ਬਹੁਤ ਸੀਗੇ। ਮੇਰੇ ਪਿੰਡ ਤੋਂ 13 ਕਿਲੋਮੀਟਰ ਤੇ ਜਲੰਧਰ ਸੀ, ਖਾਲਸਾ ਕਾਲਜ ਜਲੰਧਰ। ਤੇ ਮੇਰਾ ਦੋਸਤ ਵੀਰ ਸਿੰਘ ਰੰਧਾਵਾ ਕਹਿੰਦਾ ਕਿ ਆਪਾਂ ਘਰੋਂ ਰੋਟੀ ਖਾ ਕੇ ਜਾਇਆ ਕਰਾਂਗੇ, ਸਾਈਕਲਾਂ ਤੇ ਜਾਇਆ ਕਰਾਂਗੇ, ਸ਼ਾਮੀ ਘਰ ਕੇ ਖਾ ਲਿਆ ਕਰਾਂਗੇ, ਐਵੇਂ ਪੜ੍ਹਦੇ ਆ। ਤੇ ਉੱਥੇ ਵੀ ਨਹੀਂ। ਫਿਰ ਲੁਧਿਆਣੇ ਵੀ ਮੈਂ ਵੀਰ ਸਿੰਘ ਵੀ ਨਹੀਂ ਮੰਨਿਆ ਮੇਰੇ ਨਾਲ ਜਾਣ ਨੂੰ। ਟੌਸ ਵੀ ਕੀਤੀ, ਟੌਸ ਵੀ ਜਲੰਧਰ ਦੇ ਹੱਕ 'ਚ ਆ ਗਈ। ਅੱਛਾ। ਸੋ ਮੈਂ ਕਿਹਾ ਵੀ ਮੈਂ ਟੌਸ ਨੂੰ ਨਹੀਂ ਮੰਨਦਾ ਤੇ ਮੈਂ ਬੱਸ ਲਈ ਤੇ ਮੈਂ ਇਕੱਲਾ ਹੀ ਪਟਿਆਲੇ ਚੜ੍ਹਿਆ। ਸੋ ਪਟਿਆਲੇ ਮੇਰੇ ਲਈ ਪਟਿਆਲੇ ਮੇਰਾ ਆਉਣਾ ਮੈਨੂੰ ਲੱਗਦਾ ਕਿ ਮੇਰੇ ਲਈ ਬਹੁਤ ਵੱਡੀ ਗੱਲ ਸੀ। ਮੇਰੇ ਲਈ ਇੱਕ ਗਿਆਨ ਦਾ ਏਡਾ ਦਰਵਾਜ਼ਾ ਖੁੱਲਿਆ। ਕੁਝ ਤਾਂ ਅਧਿਆਪਕਾਂ ਦੀ ਜਿਹਨਾਂ ਦੀ ਕਈ ਸੀ ਕਿ ਦਲੀਪ ਕੌਰ ਟਿਵਾਣਾ ਸੀਗੀ, ਰਣਜੀਤ ਆਪਣੇ ਪ੍ਰੇਮ ਪ੍ਰਕਾਸ਼ ਸੀਗੇ, ਰਤਨ ਸਿੰਘ ਹਰਚਰਨ ਸਿੰਘ ਹੋਣਗੇ ਮੇਰੇ ਖਿਆਲ। ਔਰ ਬਾਅਦ ਬੰਸ ਨੇ ਕਲਾਸਾਂ ਲਾਈਆਂ ਜਾਂ ਉੱਥੇ ਹੋਰ ਮਹਿਕਮਿਆਂ 'ਚ ਡਾਕਟਰ ਅਤਰ ਸਿੰਘ। ਸੋ ਇੱਕ ਕਹਿਕਸ਼ਾਂ ਸੀ ਦਾਨਸ਼ਵਰਾਂ ਦੀ। ਤੇ ਬਾਕੀ ਉਹ ਤੋਂ ਇਲਾਵਾ ਤੁਹਾਨੂੰ ਪਤਾ ਭੂਤਵਾੜਾ ਸੀ ਉੱਥੇ, ਉਹ ਤਾਂ ਮੈਨੂੰ ਬਾਅਦ 'ਚ ਪਤਾ ਲੱਗਾ ਹੋਰ ਸੀ। ਸੋ ਅੱਜ ਮੈਂ ਉਹਨਾਂ ਸਾਰਿਆਂ ਨੂੰ ਬਹੁਤ ਅਕੀਦਤ ਨਾਲ ਮੁਹੱਬਤ ਨਾਲ ਯਾਦ ਕਰਦਾ। ਤੇ ਮੇਰਾ ਵੀ ਜਿਹੜੀ ਜ਼ਿੰਦਗੀ 'ਚ ਇਹੀ ਸੀ ਕਿ ਮੈਂ ਸੋਚਿਆ ਸੀ ਕਿ ਮੈਂ ਅਧਿਆਪਕ ਹੀ ਬਣਾ। ਤੇਰੇ ਸਵਾਲ ਦਾ ਦੂਸਰਾ ਹਿੱਸਾ ਇਹ ਸੀ ਕਿ ਮੈਂ ਮੇਰਾ ਅਧਿਆਪਕ ਦੇ ਤੌਰ ਤੇ, ਔਰ ਮੈਂ ਅਧਿਆਪਕ ਹੋਣ ਨੂੰ ਬਹੁਤ ਮਾਣਿਆ। ਔਰ ਮੈਨੂੰ
ਇੱਦਾਂ ਮਹਿਸੂਸ ਹੁੰਦਾ ਸੀ ਕਿ ਵੀ ਜਿਹੜੀ ਮੈਂ ਜਿੱਦਾਂ ਬਹੁਤ ਕੁਝ ਸ਼ਾਇਦ ਮੈਂ ਨਹੀਂ ਪੜ੍ਹਨਾ ਸੀ ਜੇ ਮੈਂ ਅਧਿਆਪਕ ਨਾ ਪੜ੍ਹਦਾ, ਤੇ ਕਈ ਗੱਲਾਂ ਪੜ੍ਹਾਉਣ ਨਹੀਂ ਸਮਝ ਆਈਆਂ ਕਿ ਮੈਂ ਪੜ੍ਹਾਉਣਾ ਤੇ ਮੈਂ ਕਿੱਦਾਂ ਪੜ੍ਹਾਊਂਗਾ। ਤੇ ਮੈਂ ਫਿਰ ਕਵਿਤਾ ਨੂੰ ਹੋਰ ਤਰ੍ਹਾਂ ਪੜ੍ਹਦਾ ਸੀ ਕਿ ਜੇ ਮੈਂ ਕੱਲ ਨੂੰ ਇਹ ਕਵਿਤਾ ਪੜ੍ਹਾਉਣੀ ਆ ਤੇ ਮੈਂ ਆਪ ਤਾਂ ਪੜ੍ਹ ਲਈ ਸੀ ਪਹਿਲਾਂ, ਪਰ ਜਦੋਂ ਕਿਸੇ ਹੋਰ ਨੂੰ ਪੜ੍ਹਾਉਣੀ ਫਿਰ ਮੈਂ ਕਿਹਾ ਕਿ ਮੈਨੂੰ ਕਿੱਦਾਂ ਪੜ੍ਹਾਊਂਗਾ, ਮੈਂ ਕੀ ਗੱਲ ਕਰੂੰਗਾ। ਸੋ ਮੇਰਾ ਇੱਕ ਇਹ ਬਹੁਤ ਇਸ ਤਰ੍ਹਾਂ ਤੁਹਾਡੀ ਇੱਕ ਕਵਿਤਾ ਸੀ ਜਿਹੜੀ ਸਾਡੇ ਵੀ ਸਿਲੇਬਸ ਵਿੱਚ ਲੱਗੀ ਹੋਈ ਆ, ਪਿਆਰਾ, ਉਹਦੀਆਂ ਕੁਝ ਸਤਰਾਂ ਸੁਣਾਓ ਨਾਲ। ਪਿਆਰਾ ਮੇਰੀ ਯਾਨੀ ਪਿਆਰਾ ਮੇਰਾ ਵਿਦਿਆਰਥੀ ਸੀ PAU ਵਿੱਚ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜੀ ਜੀ, ਤੇ ਉਹਦੀ ਚਲੋ ਬਾਅਦ ਚ ਉਹਨੂੰ ਮਾਰਿਆ ਗਿਆ। ਸੋ ਮੈਂ ਉਹਦੇ ਲਈ ਲਿਖਿਆ ਸੀ ਕਿ ਮੇਰਾ ਪਹਿਲਾਂ ਕਲਾਸਰੂਮ ਦਾ ਹੀ ਦ੍ਰਿਸ਼ ਹੈ ਕਿ ਜਿਨ੍ਹਾਂ ਨੂੰ ਮੈਂ ਕਦੇ ਕਵਿਤਾ ਪੜ੍ਹਾਉਂਦਾ ਸਾਂ, ਜਿਨ੍ਹਾਂ ਨੂੰ ਮੈਂ ਕਦੇ ਕਵਿਤਾ ਪੜ੍ਹਾਉਂਦਾ ਸਾਂ, ਕਿਤਾਬਾਂ ਵਿੱਚ ਛਪੇ ਕਾਲੇ ਜਿਹੇ ਹਰਫਾਂ ਚੋਂ ਰੰਗ ਕੱਢਣੇ ਸਿਖਾਉਂਦਾ ਸਾਂ, ਕਿਤਾਬਾਂ ਵਿੱਚ ਛਪੇ ਕਾਲੇ ਜਿਹੇ ਹਰਫਾਂ ਚੋਂ ਰੰਗ ਕੱਢਣੇ ਸਿਖਾਉਂਦਾ ਸਾਂ। ਤੇ ਜਿਹੜੇ ਪਿਆਰ ਦੀ ਕਵਿਤਾ ਕਦੀ ਸੁਣਦੇ ਤਾਂ ਇੱਕ ਦੂਜੇ ਨੂੰ ਤੱਕ ਕੇ ਮੈਥੋਂ ਚੋਰੀ ਮੁਸਕਰਾਉਂਦੇ ਸਨ। ਤੇ ਕੋਈ ਨਜ਼ਮ ਜਦ ਤੇਵਰ ਬਦਲਦੀ ਸੀ ਤਾਂ ਉਹਨਾਂ ਨਿੱਤਰੇ ਨਿਰਮਲ ਤੇ ਲਹਿਰੇ ਚਿਹਰਿਆਂ ਉਤਲੇ ਬਦਲਦੇ ਰੰਗ ਮੈਨੂੰ ਦੱਸਦੇ ਸਨ, ਸਰ ਅਸੀਂ ਕਵਿਤਾ ਸਮਝਦੇ ਹਾਂ। ਉਹਨਾਂ ਲਗਰਾਂ ਜਿਹੇ ਮੁੰਡਿਆਂ ਚੋਂ ਇੱਕ ਦਾ ਨਾਮ ਪਿਆਰਾ ਸੀ, ਉਹ ਸਭ ਦੀ ਅੱਖ ਦਾ ਤਾਰਾ ਸੀ। ਮੈਂ ਉਸ ਤਾਰੇ ਨੂੰ ਫਿਰ ਅਸਮਾਨ ਹੁੰਦਾ ਦੇਖਿਆ ਸੀ, ਮੈਂ ਪਿਆਰਾ ਜਵਾਨ ਹੁੰਦਾ ਦੇਖਿਆ ਸੀ। ਉਹ ਗਾਉਂਦਾ ਸੀ ਕਾਲੀ ਪੌਣ ਵਿੱਚ ਦੀਵੇ ਜਗਾਉਂਦਾ ਸੀ। ਮੈਂ ਉਸ ਦੀ ਆਵਾਜ਼ ਨੂੰ ਉੱਠਦੇ ਉਤਾਂ ਸੁਣਿਆ ਤੇ ਫਿਰ ਸੁਣਿਆ ਮੈਂ ਇੱਕ ਦਿਨ ਕੁਝ ਦਿਨਾਂ ਮਗਰੋਂ ਕਿ ਪਿਆਰੇ ਨੂੰ ਕਿਸੇ ਨੇ ਮਾਰ ਦਿੱਤਾ ਹੈ। ਤੇ ਮੈਂ ਇਹ ਸੋਚਿਆ ਹੀ ਨਾ ਕਿ ਉਹੀ ਪਿਆਰਾ ਹੈ, ਇਹ ਕੋਈ ਹੋਰ ਹੋਵੇਗਾ, ਕੋਈ ਖੂੰਖਾਰ ਬਦਲੇ ਖੋਰ ਹੋਵੇਗਾ, ਕੋਈ ਡਾਕੂ ਜਾਂ ਕੋਈ ਚੋਰ ਹੋਵੇਗਾ, ਕਿ ਲਗਰਾਂ ਨੂੰ ਕਿਸੇ ਨੇ, ਕਿ ਲਗਰਾਂ ਨੂੰ ਕਿਸੇ ਕਿਉਂ ਸਾੜਨਾ ਸੀ, ਕਿਉਂ ਪਿਆਰਾ ਕਿਸੇ ਕਿਉਂ ਮਾਰਨਾ ਸੀ। ਤੇ ਮੈਂ ਇਹ ਸੋਚਿਆ ਹੀ ਨਾ ਕਿ ਉਹੀ ਪਿਆਰਾ ਸੀ ਜੋ ਗਾਉਂਦਾ ਸੀ ਤੇ ਕਾਲੀ ਪੌਣ ਵਿੱਚ ਦੀਵੇ ਜਗਾਉਂਦਾ ਸੀ। ਉਹ ਗਾਉਂਦਾ ਸੀ, ਉਹ ਕਾਲੀ ਪੌਣ ਵਿੱਚ ਦੀਵੇ ਜਗਾਉਂਦਾ ਸੀ। ਇਸੇ ਗੱਲੋਂ ਖਫਾ ਹੋ ਕੇ ਹਨੇਰੇ ਦੇ ਖੁਦਾਵਾਂ ਨੇ ਪਿਆਰਾ ਮਾਰ ਦਿੱਤਾ ਸੀ। ਤੇ ਹੁਣ ਇਸੇ ਗੱਲੋਂ ਖਫਾ ਹੋ ਕੇ ਹਨੇਰੇ ਦੇ ਖੁਦਾਵਾਂ ਨੇ ਪਿਆਰਾ ਮਾਰ ਦਿੱਤਾ ਸੀ। ਤੇ ਹੁਣ ਜਦ ਵੀ ਕਦੇ ਲਗਰਾਂ ਜਿਹੇ ਮੁੰਡਿਆਂ ਨੂੰ ਮੈਂ ਕਵਿਤਾ ਪੜ੍ਹਾਉਂਦਾ ਹਾਂ, ਕਿਤਾਬਾਂ ਵਿੱਚ ਛਪੇ ਕਾਲੇ ਜਿਹੇ ਹਰਫਾਂ ਚੋਂ ਰੰਗ ਕੱਢਣੇ ਸਿਖਾਉਂਦਾ ਹਾਂ, ਤੇ ਮੈਨੂੰ ਜਾਪਦਾ ਹੈ ਇਹਨਾਂ ਵਿੱਚ ਪਿਆਰਾ ਵੀ ਬੈਠਾ ਹੈ। ਤੇ ਮੈਂ ਕਵਿਤਾ ਪੜ੍ਹਾਉਂਦਾ ਥਿੜਕ ਜਾਣਾ, ਸੋਚਦਾ ਹਾਂ ਕੀ ਪੜ੍ਹਾਉਂਦਾ ਹਾਂ। ਤੇ ਮੈਂ ਕਵਿਤਾ ਪੜ੍ਹਾਉਂਦਾ ਥਿੜਕ ਜਾਂਦਾ, ਸੋਚਦਾ ਹਾਂ ਕੀ ਪੜ੍ਹਾਉਂਦਾ ਹਾਂ। ਹਨੇਰੇ ਦੇ ਖੁਦਾਵਾਂ ਦੇ ਬੁਝਾਵਣ ਵਾਸਤੇ ਦੀਵੇ ਬਣਾਉਂਦਾ ਹਾਂ, ਹਨੇਰੇ ਦੇ ਖੁਦਾਵਾਂ ਦੇ ਬੁਝਾਵਣ ਵਾਸਤੇ ਦੀਵੇ ਬਣਾਉਂਦਾ ਹਾਂ। ਹਨੇਰੇ ਦੇ ਖੁਦਾਵਾਂ ਦਾ ਕਰਮਚਾਰੀ, ਹਨੇਰੇ ਮੰਦਰਾਂ ਦਾ ਮੈਂ ਪੁਜਾਰੀ, ਕਿ ਹਰ ਪਿਆਰੇ ਤੋਂ ਵੱਧ ਕੇ ਇਸ ਨੂੰ ਆਪਣੀ ਜਾਨ ਪਿਆਰੀ। ਵਾਹ, ਬਹੁਤ ਸ਼ਾਨਦਾਰ ਕਵਿਤਾ, ਔਰ ਖਾਸ ਤੌਰ ਤੇ ਅੱਜ ਦੇ ਦਿਨ ਇੱਕ ਅਧਿਆਪਕ ਔਰ ਵਿਦਿਆਰਥੀ ਦੇ ਰਿਸ਼ਤੇ ਦੇ ਮੁਤਲਕ ਇਸ ਤੋਂ ਸੰਵੇਦਨਸ਼ੀਲ ਕੋਈ ਨਜ਼ਮ ਨਹੀਂ ਹੋ ਸਕਦੀ। ਇਸ ਨਜ਼ਮ ਨੂੰ ਜਦੋਂ ਵੀ ਮੈਂ ਕਿਤੇ ਉਹਨੂੰ ਯਾਦ ਕੀਤਾ, ਇਹ ਤੇਰੀ ਵੀ ਅਹਿਸਾਸਾਂ ਦੀ ਸਿਖਰ ਹੈ। ਮੈਂ ਪਾਤਰ ਸਾਹਿਬ ਖੁਦ ਜਦੋਂ ਇਸ ਨਜ਼ਮ ਨੂੰ ਪੜ੍ਹਾਉਣਾ, ਮੈਂ ਮਤਲਬ ਵਿੱਚੋਂ ਚੋਕ ਹੋ ਜਾਂਦਾ ਉਹਨੂੰ ਪੜ੍ਹਦਿਆਂ ਹੋਇਆ, ਮਤਲਬ ਤੁਹਾਡੇ ਅੱਖਾਂ ਤਰ ਹੋ ਜਾਂਦੀਆਂ, ਤੁਹਾਡਾ ਮਨ ਬੰਦ ਹੋ ਜਾਂਦਾ। ਤੇ ਇਹ ਬਹੁਤ ਇਸ ਤਰ੍ਹਾਂ ਇੱਕ ਨਾਲ ਤੋਰਨ ਵਾਲੀ ਕਵਿਤਾ ਹੈ। ਤੇ ਤੁਹਾਡਾ ਬਹੁਤ ਸ਼ੁਕਰ ਕਿ ਤੁਸੀਂ ਮੇਰੇ ਕਹਿਣ ਤੇ ਇਹ ਕਵਿਤਾ ਸਾਨੂੰ ਸੁਣਾਈ। ਜਦੋਂ ਪਟਿਆਲੇ ਪਾਤਰ ਸਾਹਿਬ ਤੁਸੀਂ ਗਏ, ਤੁਹਾਡੀ ਫਿਰ ਉਹ ਜਵਾਨੀ ਦੀਆਂ ਬਹੁਤ ਸ਼ਾਨਦਾਰ ਕਵਿਤਾਵਾਂ, ਜਿਨ੍ਹਾਂ ਵਿੱਚੋਂ ਮਤਲਬ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਵਰਗੀਆਂ ਚੀਜ਼ਾਂ ਪੈਦਾ ਹੋਈਆਂ। ਤੁਸੀਂ ਉੱਥੇ ਸ਼ਿਵ ਕੁਮਾਰ ਦੀ ਇੱਕ ਪੈਰੋਡੀ ਬਣਾਈ, ਉਹ ਮੈਨੂੰ ਸੁਣਾਓ ਜ਼ਰੂਰ। ਉਹ ਬੜੀ ਦਿਲਚਸਪ ਆ। ਅਸਲ ਜੀ ਸੀ ਕਿ ਉਦੋਂ ਪੂਰਾ ਮੈਂ ਕਵੀ ਦਰਬਾਰ ਬਣਾਇਆ ਸੀਗਾ, ਜਿਹੜਾ ਮੂੰਹ ਜਾਨੀ ਸੀਗਾ, ਹੁਣ ਬਹੁਤ ਸਾਰਾ ਭੁੱਲ ਗਿਆ। ਲੇਕਿਨ ਉਹਦੇ ਵਿੱਚ ਮੈਂ ਸਟੇਜ ਸਕੱਤਰ ਹਰਚੰਦ ਸਿੰਘ ਹੁਣ ਬਣਾਇਆ ਸੀਗਾ, ਯਾਨੀ ਮੈਂ। ਤੇ ਉਹ ਉਮਰ ਏਦਾਂ ਦੀ ਸੀਗੀ, ਯਾਨੀ ਉਹ ਚ ਗਿਆਨੀ ਲਾਲ ਸਿੰਘ ਪ੍ਰਧਾਨ ਬਣਾਏ ਸੀ। ਉਹ ਪੂਰਾ ਇੱਕ ਕਵੀ ਦਰਬਾਰ। ਤੇ ਉਹਦੇ ਵਿੱਚ ਇਹਦੇ
ਰਚਨਾਕਾਰ ਪੂਰੇ ਤੁਸੀਂ ਸੀ ਇਕੱਲੇ ਕਿ ਕੋਈ ਨਾਲ ਮਿਲੇ ਵੀ ਸੀ ਸਾਥੀ ਸਾਰੇ ਰਚਨਾ ਮੈਂ ਕੀਤੀ ਸੀ, ਮੈਂ ਜਾਨੀ ਚੋਰੀ ਚੋਰੀ ਨੂੰ ਰਚਨਾ ਕਰਦਾ ਰਿਹਾ। तो ਕਵੀ ਉਹ ਸੀ ਜਿਹਨਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਸੀ, ਉਹਨਾਂ ਦੀਆਂ ਪੈਰੋਡੀਆਂ ਸੀ। ਨਹੀਂ ਇਸ ਤਰ੍ਹਾਂ ਹੀ ਹੁੰਦਾ ਉਹ ਤਾਂ ਮਤਲਬ, ਕਿਉਂਕਿ ਸਾਡਾ ਸੰਬੰਧ ਇਸ ਤਰ੍ਹਾਂ ਦੇ ਹੁੰਦੇ ਕਿ ਆਪਾਂ ਇੱਕ ਦੂਜੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ, ਉਹਦੇ ਚ ਮਜ਼ਾ ਆਉਂਦਾ। ਮੈਂ ਤਾਂ ਉਹ ਉਸ ਲਈ ਤੁਹਾਨੂੰ ਯਾਦ ਕਰਵਾਇਆ ਕਿ ਮੈਂ ਜਾਨੀ ਹਰਭਜਨ ਸਿੰਘ ਉਹਨਾਂ ਦੀ ਕਵਿਤਾ, ਮੈਂ ਦੋ ਕਵਿਤਾਵਾਂ ਮੈਨੂੰ ਯਾਦ ਨੇ, ਬਾਕੀ ਸਾਰੀਆਂ ਭੁੱਲ ਗਈਆਂ। ਹਾਂ ਨਹੀਂ, ਸੁਣਾਓ ਜਿੰਨਾ ਯਾਦ ਉਹਨਾਂ ਸੁਣਾਓ। ਉਹਨਾਂ ਦੀ ਕਵਿਤਾ ਹੁੰਦੀ ਸੀ ਕਿ ਮੈਂ ਤੈਥੋਂ ਵਿਛੜ ਕੇ ਜਦ ਆਖਰੀ ਵਾਰੀ ਮੈਂ ਆਪਣੇ ਕੋਲ ਮੁੜਿਆ ਆ ਰਿਹਾ ਸੀ, ਇਸ ਤਰ੍ਹਾਂ ਕਵਿਤਾ ਸੀ। ਤੇ ਮੈਂ ਉਹਦੇ ਚ ਇਹ ਬਣਾਇਆ ਸੀ ਕਿ ਜਦੋਂ ਤੈਥੋਂ ਵਿਛੜ ਕੇ ਆਖਰੀ ਵਾਰੀ ਮੈਂ ਆਪਣੇ ਪਿੰਡ ਮੁੜਿਆ ਆ ਰਿਹਾ ਸੀ, ਮੇਰੇ ਸਾਈਕਲ ਦਾ ਘੰਟੀ ਤੋਂ ਬਿਨਾਂ ਸਭ ਕੁਝ ਖੜਕਦਾ ਸੀ, ਨਾ ਮੇਰੇ ਵਿੱਚ ਕੋਈ ਫੂਕ ਬਾਕੀ ਸੀ, ਨਾ ਮੇਰੇ ਸਾਈਕਲ ਦੇ ਪਹੀਆਂ ਵਿੱਚ। ਤੇ ਮੈਂ ਇੱਕ ਗੱਲ ਅਚੇਤੇ ਜਾਣਦਾ ਸਾਂ ਕਿ ਸਾਈਕਲ ਦਾ ਤਾਂ ਸ਼ਾਇਦ ਫੂਕ ਵਾਜੋਂ ਸਾਰੀ ਸਕਦਾ ਹੈ, ਬੰਦੇ ਦਾ ਨਹੀਂ ਸਕਦਾ। ਕਿ ਜਦ ਕਿ ਅਸੀਂ ਡਾਕਟਰ ਸਾਹਿਬ ਦੇ ਬਹੁਤ ਜ਼ਿਆਦਾ, ਮੈਂ ਜੀ ਉਹਨਾਂ ਨੂੰ ਬਹੁਤ ਪਿਆਰ ਕਰਦਾ। ਉਹ ਆਪਾਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਉਹ ਆਪਾਂ ਸਾਰੇ ਆਪਣੇ ਅਦਬ ਤੇ ਪਿਆਰ ਦੇ ਮਾਏ ਨੀ ਮੈਨੂੰ ਗਮ ਦਾ ਸੂਟ ਸਮਾ ਦੇ, ਹੰਝੂਆਂ ਦੇ ਆਹਾਂ ਦੇ ਕਾਲਰ ਤੇ ਹੰਝੂਆਂ ਦੀ ਝਾਲਰ ਵਿੱਚ ਬਟਨ ਦੇ ਲਾ ਦੇ, ਮਾਏ ਨੀ ਮੈਨੂੰ ਗਮ ਸੂਟ ਸਮਾ ਦੇ। ਸੋ ਇਸ ਤਰ੍ਹਾਂ ਦੀ ਉਹ ਚੀਜ਼ ਸੀ। ਇਹ ਪੈਰੋਡੀ ਜਿਹੜੀ ਨਜ਼ਮ ਸੀ, ਇਹ ਸ਼ਿਵ ਕੁਮਾਰ ਤੱਕ ਪਹੁੰਚੀ ਵੀ ਕਦੇ ਕਿ ਤੁਹਾਡੇ ਕੋਲ ਹੀ ਰਹਿ ਗਈ? ਮੇਰੇ ਤੋਂ ਮਤਲਬ ਸੀ, ਜਦੋਂ ਮੈਂ ਯਾਦ ਹੈ ਵੀ ਇੱਕ ਵਾਰੀ ਮੈਂ ਲਿਖਿਆ ਸ਼ਿਵ ਕੁਮਾਰ ਨੇ ਮੇਰੀਆਂ 7 ਮੁਲਾਕਾਤਾਂ, ਉਹ 'ਚ ਮੈਂ ਇਹ ਮੈਂਸ਼ਨ ਨਹੀਂ ਕੀਤਾ ਵੈਸੇ, ਪਰ ਮੈਂ ਉਹ ਉੱਥੇ ਬਹੁਤ, ਮੈਂ ਇੱਕ ਰਾਤ ਅਸੀਂ ਜਾਣੀ ਸ਼ਿਵ ਹੋਣਾ ਦੇ ਕਰ ਰਹੇ ਹਾਂ, ਮੈਂ ਤੇ ਰਣਜੀਤ ਬਾਜਵਾ ਮੇਰਾ ਦੋਸਤ ਹੈ ਨਾ। ਤੋ ਮੈਂ ਖੁਦ ਨੇ ਉਹ ਸਾਰੀਆਂ ਗੱਲਾਂ ਚੱਲੀਆਂ। ਸੋ ਮੇਰੀ ਆਪਣੀ ਗਜ਼ਲ ਦੀ ਮੈਂ ਬਣਾਈ ਵੀ ਕੋਈ ਕੇਤਲੀ ਚੋਂ ਡੁੱਲ ਗਿਆ ਚਾਹ ਬਣ ਕੇ, ਹਨਾ, ਸਾਡੇ ਬਿਖਰਿਆ ਸਵਾਹ ਬਣ ਕੇ, ਯਾਨੀ ਏਦਾਂ ਵੀ ਉਹ ਬਿਲਕੁਲ ਸੋ ਇਹੀ ਦੌਰ ਸੀਗਾ। ਸੋ ਉਸ ਵੇਲੇ ਦੀਆਂ ਇਹ ਚੀਜ਼ਾਂ ਨੇ। ਇਹ ਅਸਲ 'ਚ ਮੈਂ ਗੱਲ ਤਾਂ ਛਿੜੀ ਸੀ ਕਿ ਮੈਂ ਆਪ ਸਹਿਜ ਹੋ ਸਕਾਂ ਤੁਹਾਡੇ ਨਾਲ, ਜਿਹੜੀ ਅੱਗੇ ਹੋਰ ਆਪਾਂ ਅੱਧਾ ਪੌਣਾ ਘੰਟਾ ਗੱਲ ਕਰਨੀ ਹੈ, ਉਹਦੇ 'ਚ ਫਿਰ ਮੈਂ ਆਪ ਸੌਖਾ ਰਹਾਂ। ਜੀ। ਅੱਛਾ ਪਾਤਰ ਸਾਹਿਬ, ਤੁਸੀਂ ਇਹ ਦੱਸੋ ਕਿ ਤੁਸੀਂ ਕਵਿਤਾ ਲਿਖਦੇ ਕਿਸ ਤਰ੍ਹਾਂ ਹੋ? ਹਰ ਕਵੀ ਦਾ ਆਪਣਾ ਇੱਕ ਅੰਦਾਜ਼, ਤਰੀਕਾ ਹੁੰਦਾ। ਜਿਹੜੀ ਕਵਿਤਾ ਇੱਕ ਨਹੀਂ ਸ਼ਾਨਦਾਰ ਕਵਿਤਾ ਬਣ ਕੇ ਸਾਡੇ ਸਾਰੇ ਪੰਜਾਬੀਆਂ ਕੋਲ ਆਉਂਦੀ, ਉਹ ਕਵਿਤਾ ਬਣਦੀ ਕਿਵੇਂ ਤੁਹਾਡੇ ਨਜ਼ਦੀਕ, ਕਿਵੇਂ ਪੈਦਾ? ਇਸ ਤਰ੍ਹਾਂ ਹੁੰਦੇ, ਮੈਂ ਬਹੁਤ ਸਾਲ ਤਾਂ ਕਵੀ ਬਣਨ ਲਈ ਤਰਲੇ ਲੈ, ਮੈਂ ਸਮਝਦਾ ਕਿ ਮੈਂ ਚੌਥੀ ਜਮਾਤ ਤੋਂ ਹੀ ਮੈਂ ਲਿਖਿਆ ਸੀ ਕਿ ਮੈਂ ਖੂਬ ਪਿੱਟਣਾ ਸ਼ੁਰੂ ਕਰ ਦਿੱਤਾ, ਜਿੱਥੇ ਮਿੱਟੀ ਆਈ ਜਾਂਦੀ ਸੀ। ਤੇ ਚਲੋ ਮੈਟ੍ਰਿਕ 'ਚ ਵੀ ਮੈਂ ਕੁਛ ਲਿਖਿਆ, ਫਿਰ ਮੈਂ ਕਾਲਜ ਚਲਾ ਗਿਆ, ਫਿਰ ਮੈਂ ਕੁਛ ਲਿਖਿਆ ਤੇ ਗੀਤ ਵੀ ਕੁਛ ਇੱਦਾਂ ਦੇ ਲਿਖੇ, ਪਰ ਮੈਨੂੰ ਲੱਗਿਆ ਨਹੀਂ ਵੀ ਉਹ ਕਵਿਤਾ ਬਣ ਗਈ ਆ। ਪਰ ਜਦੋਂ ਮੈਨੂੰ ਪਹਿਲੀ ਵਾਰ ਲੱਗਾ ਕਿ ਮੈਂ ਇਹ ਕਵਿਤਾ ਵਰਗੀ ਇਹ ਕੁਛ ਮੇਰੇ ਖੂਹ ਤੋਂ ਸ਼ਾਇਦ ਪਾਣੀ ਆ ਗਿਆ, ਤਾਂ ਉਹ ਇੱਕ ਨਜ਼ਮ ਗਾਇਕਾ ਸੀ ਜਿਹੜੀ ਪ੍ਰੀਤ ਲੜੀ। ਮੈਂ ਪਹਿਲਾਂ ਕਵਿਤਾਵਾਂ ਭੇਜੀਆਂ ਪ੍ਰੀਤ ਲੜੀ ਨੂੰ, ਮੇਰੀਆਂ ਕਵਿਤਾਵਾਂ 2 ਵਾਰੀ ਮੁੜ ਆਈਆਂ ਵਾਪਸ ਕਿ ਅਸੀਂ ਖੁਸ਼ੀ ਨਹੀਂ ਲੈ ਸਕਾਂਗੇ। ਪਰ ਤੀਸਰੀ ਵਾਰ ਮੈਨੂੰ ਬਹੁਤ ਪਿਆਰਾ ਖਤ ਆਇਆ ਨਵਤੇਜ ਹੋਣਾ ਦਾ, ਕਹਿੰਦੇ ਤੂੰ ਆਪਣੀਆਂ 2-3 ਕਵਿਤਾਵਾਂ ਹੋਰ ਭੇਜ, ਮੈਂ ਪੂਰਾ ਸਫ਼ਾ ਤੇਰਾ ਛਾਪਣਾ ਚਾਹੁੰਦਾ। ਤੇ ਉਹ ਫਿਰ ਸੰਨ 1964 ਵਿੱਚ ਪ੍ਰੀਤ ਲੜੀ ਵਿੱਚ ਮੇਰੀਆਂ ਇੱਕ ਪੂਰਾ ਸਫ਼ਾ, ਤੇ ਉਦੋਂ ਮੈਂ ਅਜੇ ਪਾਤਰ ਵੀ ਨਹੀਂ ਬਣਿਆ ਸੀਗਾ। ਤੇ ਉਹਨਾਂ ਨੇ ਪੱਤਣ, ਉਹਨਾਂ ਨੂੰ ਪੱਤਰ ਪਸੰਦ ਨਹੀਂ ਸੀ, ਉਹਨਾਂ ਨੇ ਸੁਰਜੀਤ ਪੱਤਣ ਤੇ ਮੇਰੀਆਂ ਨਾਂ ਤੇ ਉਹ ਕਵਿਤਾਵਾਂ ਛਾਪੀਆਂ। ਉਹਨਾਂ ਦਾ ਪੇਜ ਮੈਂ ਫੋਟੋ ਕਰਕੇ ਰੱਖਿਆ ਹੋਇਆ। ਤੋ ਮੈਂ ਉਹ ਤੋਂ ਬਾਅਦ ਏਦਾਂ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਮੈਨੂੰ, ਮੈਂ ਜਦੋਂ ਵੀ ਯਾਦ ਕਰਦਾ ਕਿ ਮੈਂ ਕਿਹੜੀ ਕਵਿਤਾ ਕਿੱਦਾਂ ਲਿਖੀ ਸੀ, ਤੇ ਮੈਨੂੰ ਕੁਛ ਕਵਿਤਾਵਾਂ ਏਦਾਂ ਯਾਦ ਆਉਂਦੀਆਂ ਕਿ ਜਿਵੇਂ ਮਿਸਾਲ ਤੌਰ ਤੇ ਮੈਂ ਆਮ ਤੌਰ ਤੇ ਗੱਲ ਕਰਦਾ ਹੁੰਦਾ, ਕੁਛ ਕਿਹਾ ਤਾਂ ਹਨੇਰਾ, ਤੇਰੇ ਨਾਲ ਵੀ ਮੈਂ ਸ਼ੇਅਰ ਕਰ ਚੁੱਕਾ ਕਿ ਮੈਂ ਜਦੋਂ ਕਿ ਬਹੁਤ ਵਾਰੀ ਕਵਿਤਾ ਏਦਾਂ ਆਉਂਦੀ ਕਿ ਮੈਨੂੰ ਇੱਕ ਪਲ ਪਹਿਲਾਂ ਮੇਰੇ ਮਨ 'ਚ ਕੋਈ ਏਦਾਂ ਹੁੰਦਾ ਕਿ ਮੈਂ ਕਵਿਤਾ ਕਈ ਵਾਰ ਦੋ ਤਰ੍ਹਾਂ ਦੇ ਤਰੀਕੇ ਹੋ ਸਕਦੇ ਕਵਿਤਾ। ਸੋ ਮੈਨੂੰ ਉਹ ਯਾਦ ਹੈ ਕਿ ਮੈਂ ਪੁਰਾਣੀਆਂ ਕਚਹਿਰੀਆਂ 'ਚੋਂ ਲੰਘ ਕੇ ਆ ਰਿਹਾ, ਸ਼ਾਮ ਪਈ ਆ ਲੁਧਿਆਣੇ ਦੀਆਂ, ਤੇ ਵਕੀਲਾਂ ਦੇ ਖੋਖੇ ਆ ਸਿਰਫ,
कचहरी बंद हो चुकी है ते हम्म, अदालत दी इमारत है ते जहाँ मुँह नेरे च कुछ हम्म, मुख खड़ोते आ। सो मेरे मन च जानी वाह, यही तरह इदा ही आया कि इस अदालत से बंदे बिरख हो गए, फैसले बिल्कुल, सुनते सुख गए। आखो इन्हां नूं उजड़े हम्म, घरी जान हुण ये कदों ती कित्थे खड़े रहणगे। और मेरे को कोई कागज हम्म, पेंसिल भी नहीं सीगा। ਮੈਨੂੰ याद है कि मैं हम्म, तुरिया आउणा उदों जानी लुधियाना बहुत रश वाला शहर नहीं सीगा। ठीक, तो मैं कुमार मंडी चों लंघिया, जौड़ सड़क तो लंघिया और मैं गेट नंबर 3 पे आया। तो तद तक वो मेरी जिहड़ी गज़ल सी मेरे मन से पूरी मुकम्मल इत्थे तक हो चुकी थी। ये भी शायद मेरा अपना वहम है, कोई दीवा बढ़ेगा दीवा मेरी, जगेगा हाँ दीवा कब्र जगेगा पे। मेरी खबर तेजे। हम्म, सो इहो गज़ल एक तरह उस शाम मैं घर अपने कमरे च आके नोट की है। सो मैं इस गज़ल नूं मैं इदां समझदा कि हुण हम्म, कि ये लिखण मैं जानी इस तो बाद एक शब्द बदलिया ਜਦੋਂ मैं लिखी सी ਇਹਦੇ ਵਿੱਚ ਲਿਖਿਆ ਸੀਗਾ मैं कि हम्म, जो विदेशां 'ਚ रुलदे ने रोटी ਲਈ। पर हम्म, मैं दूए दिन पढ़दਿਆਂ मैं ਕਿਹਾ नहीं ਮੈਨੂੰ रोज़ी ਲਈ ਮੈਨੂੰ ज़्यादा रोजी, अच्छा लफ्ज़ जी जी, लगदा ना। हम्म, तो सो मेरे कुछ अनुभव इदां ਦੇ ਨੇ ਜਿਹੜੇ ਇਹ ਸੀ ਜਾਂ ਮੈਂ ਜਿੱਦਾਂ ਮੇਰੀ ਇਹ ਗਜ਼ਲ ਹੈ ਕਿ ਚੱਲ ਪਾਤਰ ਹੁਣ ਢੂੰਡਣ ਚੱਲੀਏ ਫੁੱਲੀਆਂ ਹੋਈਆਂ ਥਾਵਾਂ। हम्म, ਤੇ ਇਹ ਮੈਨੂੰ ਯਾਦ ਹੈ ਕਿ ਮੈਂ ਸੁਰਿੰਦਰ ਸੀਰਾ ਕੋਲ ਲੰਡਨ ਠਹਿਰਿਆ ਹੋਇਆ ਸੀਗਾ ਤੇ ਇੱਕ ਰਾਤ अच्छा, ਪਹਿਲਾਂ ਅਸੀਂ ਕਿਸੇ ਗੱਲ ਤੇ ਬਹੁਤ ਬਹਿਸ ਹੁੰਦੀ ਰਹੀ ਸਾਡੀ, अच्छा, ਪੰਜਾਬ ਦੀ ਸਮੱਸਿਆ ਤੇ ਅਸੀਂ जी, ਕਾਫੀ ਦੋਸਤ ਸੀਰੇ ਦੇ ਘਰ ਸੀਗੇ। अच्छा, ਦਿਨੇ ਇੱਕ ਸੈਮੀਨਾਰ ਸੀ, ਸੈਮੀਨਾਰ ਵਿੱਚ ਵੀ ਡਿਸਕਸ਼ਨ ਸੀਗੀਆਂ ਬਹੁਤ ਸਾਰੀਆਂ। ਤੇ ਮੈਨੂੰ ਯਾਦ ਹੈ ਕਿ ਮੈਂ ਬਹੁਤ ਵੱਡੇ हम्म, ਨਹੀਂ ਬਹੁਤ ਬੇਚੈਨ ਕਿਸਮ ਦੀਆਂ ਬਹਿਸਾਂ ਸੀਗੀਆਂ हम्म, ਤੇ ਸੌਂਦੇ ਪਰ ਮੈਨੂੰ ਮੇਰੀ ਬਹੁਤ ਵੱਡੇ ਤੜਕੇ ਜਿਹੜੀ ਆ ਉਹ ਨੀਂਦ ਮੇਰੀ ਟੁੱਟੀ। ਤੇ ਮੈਨੂੰ अच्छा, ਯਾਦ ਹੈ ਕਿ ਚੱਲ ਪਾਤਰ ਹੁਣ ਢੂੰਡਣ ਚੱਲੀਏ ਇਹ ਨਜ਼ਮ ਇੱਕ ਵੇ ਨਜ਼ਮ ਸੀ ਕਿ हम्म, ਤੇਰੀ ਹਰ ਨਜ਼ਮ ਪਾਤਰ ਵਿਕ ਗਈ ਹੈ, ਤੇਰੇ हम्म। ਗੀਤਾਂ ਦਾ ਸੌਦਾ ਹੋ ਗਿਆ ਹੈ, ਤੇਰੀ ਪਰਵਾਜ਼ ਤੋਂ ਖੁਸ਼ ਹੋ ਇਹ ਕੇ। ਇਸ ਇਹ ਮੈਨੂੰ ਭੁੱਲ ਚੱਲਣੀ ਸੀ ਗੱਲ, ਮੇਰੇ ਮਨ 'ਚ ਸੀ ਇਹ ਨਜ਼ਮ। ਇਹਦੇ ਪਿੱਛੇ ਕੀ ਸੀ? ਇਹਦੇ ਵਿੱਚ ਬਹੁਤ ਇਸ ਤਰ੍ਹਾਂ ਦੀ ਗੱਲਾਂ ਕਿ ਜਿਹੜੀਆਂ ਤੁਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਹੋ, ਆਪਣੇ ਆਪ ਨੂੰ ਸਵਾਲ ਕਰਦੇ ਹੋ, ਆਪਣੇ ਆਪ ਨਾਲ ਇੱਕ ਉਹਦੇ ਅੰਦਰ ਜਿਹੜਾ ਕਸ਼ਮਕਸ਼ ਸੰਤਾਪ ਚੱਲਦਾ ਪਿਆ, ਜੀ ਜੀ ਇਹਦੇ ਪਿੱਛੇ ਕੀ ਕਹਾਣੀ ਸੀ, ਕੀ ਸੀ ਇਹਦੇ? ਇਹ ਜਿਵੇਂ ਮਤਲਬ ਵੈਸੇ ਤਿੰਨੇ ਜਿਹੜੇ ਨਜ਼ਮਾਂ ਸੀਗੀਆਂ ਇਹਨਾਂ ਦਾ, ਇਹਦੀ ਇੱਕ ਤਾਂ ਪੰਜਾਬ ਸਮੱਸਿਆ ਦਾ ਪਿਛੋਕੜ ਸੀਗਾ ਕਿ ਦੂਆ ਸੀ ਕਿ ਹੂੰ, ਕੁਝ ਮੈਂ ਕਹਿੰਦਾ ਨਾ ਕਿ ਮਾਰੂ ਥਲ ਚੋਂ ਭੱਜ ਆਇਆ ਮੈਂ ਆਪਣੇ ਪੈਰ ਬਚਾ ਕੇ, ਬਚਾ ਪਰ ਕੇ, ਉੱਥੇ ਰਹਿ ਗਈਆਂ ਜੋ ਸਨ ਮੇਰੀ ਖਾਤਰ ਰਾਵਾਂ। ਕਿ ਉਹ ਇੱਕ ਜਿੱਦਾਂ ਉਹ ਕੁਝ ਪਰਦੇਸੀ ਵੀ ਐ ਸੋਚਦੇ ਆ ਕਿ ਅਸੀਂ ਜਿੱਥੇ ਸਾਡੀਆਂ ਰਾਵਾਂ ਸੀ ਉਹ ਅਸੀਂ ਰਾਵਾਂ ਉਹ ਤਾਂ ਧਰਤੀ ਛੱਡ ਆਏ ਆ, ਹੁਣ ਸਾਡੇ ਅਸੀਂ ਪੈਰ ਅਸੀਂ ਲੈ ਆਏ ਇੱਥੇ, ਲੇਕਿਨ ਸਾਡੀਆਂ ਰਾਵਾਂ ਉੱਥੇ ਨੇ। ਜਾਂ ਮਾਰੂ ਥਲ ਚੋਂ ਭੱਜ ਆਇਆ ਮੈਂ ਆਪਣੇ ਪੈਰ ਪੈਰ ਬਚਾ ਕੇ, ਕਹਾਂ ਕਿ ਮੈਂ ਸਾਗਰ ਦੇ ਕੰਢੇ ਬੈਠਾ ਕੋਰੇ ਕਾਗਜ਼ ਲੈ ਕੇ, ਉਧਰ ਮਾਰੂ ਥਲ ਵਿੱਚ ਮੈਨੂੰ ਟੋਲਦੀਆਂ ਕਵਿਤਾਵਾਂ। ਸੋ ਇਹਨਾਂ ਦਾ ਪਿਛੋਕੜ ਇੱਕ ਤਰ੍ਹਾਂ ਇਹੀ ਸੀਗਾ ਕਿ ਜਿੱਦਾਂ ਜਦੋਂ ਅਸੀਂ ਪ੍ਰਦੇਸ਼ ਜਾਂਦੇ ਹਾਂ ਤਾਂ ਸਾਡੇ ਮਨ 'ਚ ਕਦੀ ਕਦੀ ਇੱਦਾਂ ਦਾ ਵੀ ਗੁਨਾਹ ਦਾ ਅਹਿਸਾਸ ਵੀ ਆਉਂਦਾ ਕਈ ਵਾਰੀ ਕਿ ਅਸੀਂ ਇੱਥੇ ਬੈਠੇ ਹਾਂ, ਉੱਥੇ ਅੱਗ ਬਲ ਰਹੀ ਆ ਜਾਂ ਅਸੀਂ ਸੋਚ ਰਹੇ ਹਾਂ। ਸੋ ਇੱਦਾਂ ਦਾ ਵੀ ਸੀ। ਦੂਜਾ ਇਹ ਵੀ ਸੀ ਕਿ ਕੁਛ ਇੱਦਾਂ ਗੱਲਾਂ ਹੁੰਦੀਆਂ ਕਿ ਕੁਛ ਬੰਦੇ ਪ੍ਰਦੇਸ਼ ਤੋਂ ਫਿਰ ਮੁੜਦੇ ਆ, ਜਾਣੀ ਬਹੁਤ ਸਾਰੀ ਟੈਨਸ਼ਨ ਇਹੀ ਸੀ ਕਿ ਜਿੱਦਾਂ ਉੱਥੇ ਆਉਂਦਾ ਕਿ ਬੜਾ ਚਿਰ ਹੱਸਿਆ ਸੋਨੇ ਦਾ ਜੰਗਲ ਜਦੋਂ ਇਹ ਆਖ ਕੇ ਲੱਗਿਆ ਮੈਂ ਪਰਤਣ ਕਿ ਤੇਰੇ ਚਾਂਦੀ ਰੰਗੇ ਕੰਡਿਆਂ ਵਿੱਚ ਮੇਰੀ ਪਗੜੀ ਦਾ ਸ਼ਮਲਾ ਅੜਕਦਾ, ਮੇਰੀ ਪਗੜੀ ਦਾ ਸ਼ਮਲਾ ਅੜਕਦਾ ਹੈ। ਉਹਨਾਂ ਦੇ ਪਾਉਂਡ ਤਾਂ ਜਿੰਨੇ ਵੀ ਸਨ ਪਰ ਰੁਪਈਆਂ ਵਿੱਚ ਜਦੋਂ ਬਰਬਾਦ ਹੋਏ, ਮਹਿੰਗੇ ਨਿਕਲੇ ਚੰਨ ਤਾਰਿਆਂ ਤੋਂ ਤੇ ਸੂਰਜ ਉੱਠਦੇ ਪਲੜੇ ਤੁਲ ਗਿਆ ਹੈ। ਜਿਹੜੀ ਬਹੁਤੀ ਟੈਨਸ਼ਨ ਪ੍ਰਦੇਸ਼ ਸੀ ਕੁਛ ਮੇਰੀਆਂ ਨਿੱਜੀ ਮੇਰਾ ਨਿੱਜੀ ਇਸ ਬਿਲਕੁਲ ਸਾਰੇ ਦੇ ਵਿੱਚ ਔਰ ਪਾਤਰ ਸਾਹਿਬ ਭੂਮਿਕਾ। ਸੋ ਇਹ ਸਵੇਰ ਮੈਂ 3 ਚਿੱਠੀਆਂ ਲਿਖੀਆਂ ਸੀ, ਮੈਂ ਉਹ ਗੱਲ ਪੂਰੀ ਕਰ ਰਹਾ ਕਿ ਇੱਕ ਸੀ ਕਿ ਦੁੱਖਾਂ ਪਿਆ ਦਿਲ ਪੈਮਾਨਾ ਛੱਡ ਪਰੇ, ਕੀਏ ਹਸਤੀ ਦਾ ਮਖਾਨਾ ਛੱਡ ਪਰੇ, ਤੇ ਫਿਰ ਸੀਗਾ ਕਿ
ਛੱਡ ਪਰੇ ਪੰਛੀ ਦਾ ਦਿਲ ਕੰਬੇ ਤੇਰੇ ਹੱਥ ਕੰਬਣ ਤੇਥੋਂ ਲੱਗਣਾ ਨਹੀਂ ਨਿਸ਼ਾਨਾ ਛੱਡ ਪਰੇ। ਸੋ ਇਹ ਤਿੰਨ ਚੀਜ਼ਾਂ ਇੱਕ ਸਵੇਰ ਦੀਆਂ ਨੇ। ਪਰ ਕੁਛ ਨਜ਼ਮ ਐ ਵੀ ਆ ਕਿ ਜਿਹਨਾਂ 'ਚ ਮੈਂ ਬਹੁਤ ਜਿਹੜੀਆਂ ਅੱਧੀਆਂ ਲਿਖੀਆਂ ਗਈਆਂ, ਫਿਰ ਮੈਂ ਉਹਨਾਂ ਨੂੰ ਅੱਧੀਆਂ ਨੂੰ ਸੋਚਦਾ ਰਿਹਾ ਕਿ ਕਦ ਕਿੱਦਾਂ ਤੁਰਨਗੀਆਂ, ਜਾਂ ਸੋ ਇੱਦਾਂ ਦੇ ਮੇਰੇ ਦੋਨੋਂ ਤਰ੍ਹਾਂ ਦੇ ਅਨੁਭਵ ਮੇਰੇ ਲਿਖਣ ਦੇ ਆ। ਜਦੋਂ ਤੁਸੀਂ ਕਵਿਤਾ ਲਿਖ ਲੈਂਦੇ ਹੋ, ਸਭ ਤੋਂ ਪਹਿਲਾਂ ਕਿਹਨੂੰ ਸੁਣਾਉਣ ਦਾ ਮਨ ਹੁੰਦਾ ਜਾਂ ਤੁਸੀਂ ਸੁਣਾਉਂਦੇ ਹੋ? ਮੈਂ ਕਵਿਤਾ ਬਹੁਤ ਦੇਰ ਨਾਲ ਸੁਣਾਉਣਾ ਮੈਨੂੰ। ਮੈਂ ਬਹੁਤ ਵਾਰੀ ਤਾਂ ਉਹਨੂੰ ਮਤਲਬ ਜਿੱਦਾਂ ਹੁਣ ਮੇਰੀਆਂ ਕਈ ਕਵਿਤਾਵਾਂ ਨੇ ਜਿਹੜੀਆਂ ਸਿਰਫ ਛਪੀਆਂ ਹੀ, ਜਿੱਦਾਂ ਹੁਣ ਜਦੋਂ ਮੈਂ ਕਿਤਾਬ ਛਾਪੀ ਆ ਤਾਂ ਉਹ ਮੇਰੇ ਕੋਲ ਸੀ, ਉਹ ਛਪੀਆਂ ਮੈਨੂੰ ਨਾ ਮੈਂ ਸੁਣਾਈਆਂ ਹੈ ਨਾ। ਪਰ ਕਈ ਵਾਰ ਹੁੰਦਾ ਕਿ ਤੁਸੀਂ ਦੋਸਤਾਂ ਦੇ ਜਿੱਦਾਂ ਦੋਸਤਾਂ ਦੇ ਘੇਰੇ ਦਾਇਰੇ 'ਚ ਕਿਸੇ ਨੇ ਬੈਠੇ ਹੋ ਤਾਂ ਉਦੋਂ ਤੁਹਾਡਾ ਜੀ ਕਰਦਾ ਅੱਜ ਮੈਂ ਉਹ ਇਹਨਾਂ ਨੂੰ ਚੀਜ਼ ਸੁਣਾਵਾਂ। ਕੁਛ ਸਮਾਂ ਇੱਦਾਂ ਦੋਸਤਾਂ ਦੇ ਘੇਰੇ 'ਚ ਕੁਛ ਮੈਂ ਆਪਣੀ ਜੀਵਨ ਸਾਥਣ ਨੂੰ ਵੀ ਸੁਣਾ ਦੇਣਾ ਕਿ ਮੈਂ ਜਿਹੜੀ ਮੈਨੂੰ ਲੱਗੇ ਕਿ ਇਹਨੂੰ ਚੰਗੀ ਲੱਗੂਗੀ ਸੁਣਾਈ ਜਾ ਸਕਦੀ ਹੈ। ਅੱਛਾ, ਮਤਲਬ ਚੋਣ ਤੁਸੀਂ ਫਿਰ ਪਹਿਲਾਂ ਹੀ ਕਰ ਲੈਣੇ ਆਪਣੇ ਤੌਰ ਤੇ, ਇਹ ਠੀਕ ਲੱਗ ਸਕਦੀ ਹੈ ਜਾਂ ਨਹੀਂ? ਬਹੁਤ ਗੁੰਝਲਦਾਰ ਜਿਹਾ ਤਾਂ ਲੱਗਦਾ ਵੀ ਇਹ ਬਹੁਤ ਗੁੰਝਲਦਾਰ ਨੇ ਹਨਾ, ਉਹ ਵੀ ਤੁਸੀਂ ਨਹੀਂ ਸੁਣਾਉਂਦੇ। ਤੇ ਕਈ ਵਾਰੀ ਤਾਂ ਜਿੱਦਾਂ ਮਤਲਬ ਮੇਰੀ ਉਹ ਕਵਿਤਾ ਸੀ ਕਿ ਵੀ ਮੇਰੀ ਮਾਂ ਨੂੰ ਮੇਰੀ ਕਵਿਤਾ, ਕਈ ਕਵਿਤਾਵਾਂ ਸੁਣ ਕੇ ਤੁਹਾਡੇ ਘਰ ਵਾਲੇ ਉਦਾਸ ਹੁੰਦੇ ਆ ਹਨਾ। ਮੈਂ ਲਿਖਿਆ ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ। ਕਿਸ ਜਹਾਨ, ਕਿਉਂਕਿ ਘਰ ਵਾਲੇ ਕਵਿਤਾਵਾਂ ਨੂੰ ਬਹੁਤ ਨਿੱਜੀ ਤਰ੍ਹਾਂ ਲੈਂਦੇ ਆ। ਜਿਵੇਂ ਮਾਂ ਦੀ ਕਵਿਤਾ ਸੀ ਕਿ ਉਹ ਮਾਂ ਸਮਝਦੀ ਵੀ ਉਹਨੂੰ ਇਹ ਹੋਇਆ, ਉਹਨੂੰ ਕਵਿਤਾ ਦਾ ਕੁਝ ਨਹੀਂ ਪਤਾ, ਇਹਨੇ ਪਤਾ ਵੀ ਪਰ ਕਹਿੰਦਾ ਵੀ ਉਹ ਤਾਂ ਕਿਵੇਂ ਇੰਨਾ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕਿ ਉਹਨਾਂ ਨੂੰ ਇੱਕ ਦੁੱਖ, ਉਸ ਦੁੱਖ ਨੂੰ ਇੱਕ ਬਹੁਤ ਪਰਸਨਲਾਈਜ਼ ਕਰ ਲੈਂਦੇ ਮੇਰਾ ਖਿਆਲ ਆ ਕਈ ਵਾਰੀ। ਇਹ ਤੁਸੀਂ ਜਿਹੜੀ ਹੁਣੇ ਗੱਲ ਕੀਤੀ ਕਿ ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ, ਇਹ ਜਹਾਨ ਕਿਹੜਾ ਹੁੰਦਾ ਜਿਹਦੇ 'ਚ ਕਵੀ ਰਹਿੰਦਾ ਜਾਂ ਉਹਦੀ ਕਵਿਤਾ ਰਹਿੰਦੀ ਹੈ? ਇਹ ਜਹਾਨ ਬਣਦਾ ਕਿਵੇਂ ਆ? ਦੇਖੋ ਮੈਂ ਸਮਝਦਾ ਕੀ ਆ ਕਿ ਜਿੱਦਾਂ ਆਪਾਂ ਏਦਾਂ ਕਹਿੰਦੇ ਨਾ ਕਿ ਮੈਨੂੰ ਯਾਦ ਆ ਕਿ ਮੈਂ ਜਦੋਂ ਹੁਣ ਮੇਰੀ ਜਿਵੇਂ ਮੈਂ ਰੱਬ ਬਾਰੇ ਜੋ ਮਰਜ਼ੀ ਸੋਚਦਾ ਹਾਂ ਹਨਾ, ਪਰ ਮੈਂ ਆਪਣੀ ਮਾਂ ਨੂੰ ਕਦੀ ਨਹੀਂ ਕਿਹਾ ਸੀਗਾ ਕਿ ਵੀ ਰੱਬ ਹੈ ਨੀ ਗਾ, ਜਾਂ ਮੈਂ ਰੱਬ ਬਾਰੇ ਕੀ ਸੋਚਦਾ ਹਨਾ, ਕਿ ਉਹ ਮੇਰਾ ਜਹਾਨ ਸੀਗਾ। ਕਿ ਮੇਰਾ ਜਹਾਨ ਕੀ ਐਸੀਆਂ ਗੱਲਾਂ ਨੇ ਜਿਹੜੀਆਂ ਮੈਨੂੰ, ਜਿੱਦਾਂ ਹੁਣ ਮੈਂ ਕਹਿੰਦਾ ਕਿ ਜਦੋਂ ਤੱਕ ਮੈਂ ਪੁੱਤਰ ਸੀਗਾ ਉਦੋਂ ਤੱਕ ਮੈਨੂੰ ਬਹੁਤ ਉਦਾਸ ਹੋਣ ਦੀ ਮੇਰੇ ਕੋਲ ਯਸ਼ ਸੀ ਹਨਾ। ਜਦੋਂ ਮੈਂ ਖੁਦ ਪਿਤਾ ਬਣਿਆ ਤੇ ਮੈਨੂੰ ਲੱਗਾ ਕਿ ਮੈਂ ਉਦਾਸ ਨਹੀਂ ਹੋ ਸਕਦਾ ਹਨਾ, ਕਿ ਮੈਂ ਬਲਕਿ ਉਹ ਹੋਊਂਗਾ, ਉਹ ਪਰਬਤ ਹੋਊਂਗਾ ਜਿਹਦੇ ਨਾਲ ਜੇ ਉਦਾਸੀ ਆ ਕੇ ਟਕਰਾਵੇ ਵੀ ਤਾਂ ਉਹ, ਜੇ ਭਾਵ ਟਕਰਾਵੇ ਤਾਂ ਉਹ ਮੀਂਹ ਬਣ ਜਾਵੇ। ਕਿ ਉਹ ਬਹੁਤ ਗੱਲਾਂ ਅਸੀਂ ਆਪਣੇ ਮਤਲਬ ਮੈਂ ਜਦੋਂ ਛੋਟੇ ਬੱਚੇ ਉਹਨਾਂ ਨੇ ਆਪਾਂ ਨਹੀਂ ਸ਼ੇਅਰ ਕਰਦੇ, ਕਿਉਂਕਿ ਵੱਡਿਆਂ ਨਾਲ ਵੀ ਨਹੀਂ ਸ਼ੇਅਰ ਕਰਦੇ ਨਾ। ਮੈਂ ਇੱਦਾਂ ਮਹਿਸੂਸ ਕਰਦਾ ਕਿ ਜਿਹੜੀ ਅਸੀਂ ਬਹੁਤ ਕੁਛ, ਕਿ ਸਾਡਾ ਜੋ ਰਿਸ਼ਤਾ ਹੁੰਦਾ ਅਸੀਂ ਕਵਿਤਾ ਨੂੰ ਸ਼ਾਇਦ ਕਿਹਾ ਸੀ ਵੀ ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ, ਜੇ ਹੋਰ ਨਹੀਂ ਹੈ ਦਰ ਕੋਈ ਇਹ ਲਫ਼ਜ਼ਾਂ ਦੀ ਕਿਤਾਬ ਵੀ ਹੈ। ਜਾਂ ਕਦੀ ਵੀ ਖਤ ਲਿਖਿਓ ਜਿਵੇਂ ਸੀ ਨਾ ਕਿ ਵੀ ਜ਼ਖਮ ਨੂੰ ਜ਼ਖਮ ਲਿਖੋ ਕਾਮ ਖਾ ਕਮਲ ਨਾ ਲਿਖੋ, ਨਹੀਂ ਮੈਂ ਆਪਣੇ ਤਪਦਿਆਂ ਰਾਹਾਂ ਦੀ ਗੱਲ ਕਦੀ ਨਾ ਲਿਖੀ। ਜਦੋਂ ਮੈਂ ਇੱਕ ਲਿਖਿਆ ਕਿ ਵੀ ਉਹ ਮੈਂ ਗੱਲ ਨਹੀਂ ਕਦੀ ਲਿਖੀ। ਜਾਂ ਮੈਂ ਕਿਹਾ ਸੀਗਾ ਕਿ ਮੁੜ ਕੇ ਭਿੱਜਾ ਟੁੱਕ ਹਨਾ, ਬੇਰਹਿਮਾਂ ਦੀ ਚਾਕਰੀ ਮੁੜ ਕੇ ਭਿੱਜਾ ਟੁੱਕ, ਜੇ ਕੋਈ ਸਾਡਾ ਮਿਲ ਪਿਆ ਦੱਸ ਨਾ ਦੇਣਾ ਹਾਲ, ਸਾਡਾ ਮਿਲਿਆ ਤਾਂ ਉਹਨੂੰ ਮੇਰਾ ਹਾਲ ਨਾ ਦੱਸਿਓ। ਤੋ ਸ਼ਾਇਦ ਇੱਦਾਂ ਦੀਆਂ ਕੋਈ ਗੱਲਾਂ ਹੋ ਸਕਦੀਆਂ। ਪਾਤਰ ਸਾਹਿਬ ਕਵੀ ਬਣਨ ਲਈ ਕੀ ਹੋਣਾ ਚਾਹੀਦਾ ਹੁੰਦਾ ਬੰਦੇ ਵਿੱਚ? ਹਰ ਬੰਦਾ ਉਸ ਮੁਆਸ਼ਰੇ ਦੀ ਜ਼ੁਬਾਨ ਤਾਂ ਬੋਲ ਰਿਹਾ ਹੁੰਦਾ, ਲਿਖ ਰਿਹਾ ਹੁੰਦਾ, ਸਮਝ ਰਿਹਾ ਹੁੰਦਾ। ਕਵੀ ਬਣਨ ਲਈ ਕੀ ਚੀਜ਼ਾਂ ਉਹਦੇ ਵਿੱਚ ਹੋਣ ਜਿਹਦੇ ਨਾਲ ਆਮ ਕਿਸੇ ਜ਼ੁਬਾਨ ਨੂੰ ਜਾਣਨ ਵਾਲਾ ਲਿਖਣ ਵਾਲਾ ਕਵੀ ਬਣ ਸਕੇ? ਕਵੀ ਬਣਦੇ ਕਿਸ ਤਰ੍ਹਾਂ ਨੇ, ਮੈਂ ਇਹ ਪੁੱਛਣਾ ਚਾਹੁੰਦਾ। ਮਤਲਬ ਕੀ ਹੋਣਾ ਚਾਹੀਦਾ ਕਵੀ ਬਣਨ ਲਈ? ਵੈਸੇ ਦੇਖ ਜਿਹੜੇ ਪਹਿਲ ਪਲੇਠੇ ਕਵੀ ਬਣੇ ਹੋਣਗੇ ਪਹਿਲੋਂ ਨਾ, ਜਦੋਂ ਕਵੀ ਨਹੀਂ ਹੁੰਦੇ ਹੋਣਗੇ ਜਾਂ ਕਵੀ
ਹੋਣਗੇ ਤਾਂ ਪਰ ਇੱਕ ਰੂਪ ਚ ਨਹੀਂ ਆਉਣਗੇ। ਤੇ ਕਈ ਵਾਰ ਤਾਂ ਤੁਹਾਡੇ ਜਾਨੀ ਸਹਿ ਸੁਭਾਅ ਜਾਨੀ ਕੁਛ ਬੰਦੇ ਆ ਕਿ ਉਹਨਾਂ ਦਾ ਆਪਾਂ ਕਹਿੰਦੇ ਕਈ ਬੰਦੇ ਬੜੇ ਗੱਲਕਾਰ ਹੁੰਦੇ ਆ ਕਿ ਮਹਿਸੂਸ ਤਾਂ ਸ਼ਾਇਦ ਬਹੁਤ ਲੋਕ ਕਰਦੇ ਆ ਗੀਤਾਂ ਨੂੰ, ਦੁੱਖ ਨੂੰ ਵੀ, ਪਰ ਕਈ ਜਾਨੀ ਕਵਿਤਾ ਨਾ ਵੀ ਕਰਨ ਤੇ ਉਹ ਗੱਲਕਾਰ ਹੁੰਦੇ ਆ, ਉਹਨਾਂ ਨੂੰ ਗੱਲ ਕਰਨੀ ਆਉਂਦੀ, ਜਿਵੇਂ ਗਲਪਕਾਰ ਵਾਂਗ ਗੱਲਕਾਰ ਵੀ ਇੱਕ ਕਲਾਕਾਰੀ ਆ। ਜੀ ਜੀ ਬਿਲਕੁਲ। ਤੋ ਸੋ ਪਹਿਲਾਂ ਤਾਂ ਮੈਂ ਕਿਹਾ ਜਿੱਦਾਂ ਹੁਣ ਬਹੁਤ ਗੱਲਾਂ ਸ਼ਾਇਦ ਮਾਨਵਤਾ ਦੇ ਮੂੰਹੋਂ ਜਾਂ ਕੁਛ ਲੋਕਾਂ ਦੇ ਮੂੰਹੋਂ ਸਹਿ ਸੁਭਾਅ ਹੀ ਫੁੱਟੀਆਂ ਹੋਣਗੀਆਂ। ਮੈਂ ਮੀਸ਼ਾ ਜੀ ਇੱਕ ਗੱਲ ਸੁਣਦੇ ਸੀਗੇ, ਐਸ ਮੀਸ਼ਾ, ਤੇ ਉਹਨਾਂ ਨੇ ਕਿਹਾ ਵੀ ਮੈਂ ਵੈਨ ਸੁਣਿਆ ਸੀਗਾ ਕਿਸੇ ਦਾ, ਉਹ ਕਹਿੰਦੀ ਵੀ ਉਹ ਜਿਹੜੀ ਦਾਦੀ ਆ ਉਹ ਉਹਦਾ ਵੈਨ ਸੀਗਾ ਕਿ ਵੀ ਉਹ ਮੇਰੇ ਹੱਥੋਂ ਕਫਨ ਖੋ ਕੇ ਲੈ ਗਿਆ। ਕਿ ਹੁਣ ਉਹ ਮਤਲਬ ਬਹੁਤ ਵੱਡੀ ਕਵਿਤਾ ਦੀ ਸਤਰਾ ਇੱਕ ਆਮ ਔਰਤ ਦੇ ਮੂੰਹੋਂ ਬੋਲੀ ਹੋਈ। ਤੋ ਲੇਕਿਨ ਜਦੋਂ ਅਸੀਂ ਆਪਣੇ ਅਨੁਭਵ ਸੋਚਦੇ ਹਾਂ ਤੇ ਸੋ ਮੈਂ ਕਿਹਾ ਕਿ ਪਹਿਲਾਂ ਤੁਹਾਨੂੰ ਪਿਆਰ ਹੁੰਦਾ ਬਹੁਤ ਕਵਿਤਾ ਨਾਲ, ਉਸ ਜੋ ਬਣਨਾ ਹੁੰਦਾ ਤੁਹਾਨੂੰ ਪਹਿਲਾਂ ਉਸ ਚੀਜ਼ ਨਾਲ ਬਹੁਤ ਪਿਆਰ ਹੁੰਦਾ। ਤੁਸੀਂ ਜਾਣੀ ਕਵਿਤਾ ਜਿੱਥੇ ਵੀ ਹੋ ਤਾਂ ਤੁਸੀਂ ਲੱਭਦੇ ਫਿਰਦੇ ਹੋ, ਜਾਂ ਤੁਸੀਂ ਜਿਵੇਂ ਕਿ ਅਸੀਂ ਪੜ੍ਹਦੇ ਹਾਂ ਤੁਹਾਨੂੰ ਯਾਦ ਹੋ ਜਾਂਦੀਆਂ, ਔਰ ਤੁਹਾਡੇ ਅੰਦਰ ਇੱਕ ਗ੍ਰਾਮਰ ਬਣਦੀ। ਜਿਵੇਂ ਅਸੀਂ ਮਾਂ ਬੋਲੀ ਸਿੱਖਦੇ ਹਾਂ ਨਾ, ਜਿੱਦਾਂ ਮਤਲਬ ਅਸੀਂ ਪਹਿਲਾਂ ਗ੍ਰਾਮਰ ਨਹੀਂ ਸਿੱਖਦੇ, ਅਸੀਂ ਕਵਿਤਾ ਦੀ ਗ੍ਰਾਮਰ ਨਹੀਂ ਪਹਿਲਾਂ ਸਿੱਖਦੇ। ਪਹਿਲੋਂ ਜਿਵੇਂ ਸਾਨੂੰ ਨਾਮ ਪੜ੍ਹਨਾ, ਉਹਦੇ ਬਾਅਦ ਸਿਰਫ ਸਾਨੂੰ ਪਹਿਲਾਂ ਹੀ ਜਾਣੀ 5-6 ਸਾਲ ਦੀ ਉਮਰ ਤੱਕ ਅਸੀਂ ਬਹੁਤ ਸੋਹਣੇ ਫਿਕਰੇ ਬਣਾਉਣ ਲੱਗ ਪੈਂਦੇ ਹਾਂ, ਔਰ ਸਾਰੀ ਗ੍ਰਾਮਰ ਸਾਡੇ ਇੰਟਰਨਲਾਈਜ਼ ਹੋ ਜਾਂਦੀ। ਕਵੀ ਜਿਨ੍ਹਾਂ ਨੇ ਕਵੀ ਬਣਨਾ ਹੁੰਦਾ, ਉਹਨਾਂ ਦੇ ਅੰਦਰ ਪਹਿਲਾਂ ਤਾਂ ਉਹ ਜਿਹੜੀ ਕਵਿਤਾ ਦੀ ਗ੍ਰਾਮਰ ਦਾ ਸਾਥ ਹੋਣ ਲੱਗ ਪੈਂਦੀ ਆ, ਉਹਨਾਂ ਦੇ ਜਾਣਨ ਤੋਂ ਬਿਨਾਂ ਹੀ। ਉਹਦੇ ਵਿੱਚ ਆ ਜਾਂਦੀ, ਜਾਨੀ ਇੱਕ ਉਹਨਾਂ ਦੇ ਅੰਦਰ ਸਮਝ ਲਓ ਕਿ ਇੱਕ ਬਣਨਾ ਸ਼ੁਰੂ ਹੋ ਜਾਂਦੀ ਹੈ ਕਿ ਐਸੀ ਚੀਜ਼, ਐਸਾ ਡਿਵਾਈਸ ਉਹਨਾਂ ਦੇ ਅੰਦਰ ਜਿਹੜਾ ਜਾਨੀ ਛੱਲਾਂ ਨੂੰ ਗੱਲਾਂ ਵਿੱਚ ਤੇ ਗੱਲਾਂ ਨੂੰ ਕਵਿਤਾ ਦੇ ਵਿੱਚ ਅਨੁਵਾਦ ਕਰਨ ਦੇ ਕਾਬਲ ਹੋ ਸਕਦਾ। ਯਾਨੀ ਸੋ ਮੈਂ ਕਦੀ ਜਾਨੀ ਮੈਂ ਉਹਦਾ ਥੋੜਾ ਮੈਂ ਕਹਿਣਾ ਵੀ ਸ਼ਿੱਦਤ, ਸ਼ਿਲਪ ਤੇ ਸ਼ੂਰ, ਮੈਂ ਤਿੰਨ ਸ਼ਬਦ ਇਕੱਠੇ ਕੀਤੇ ਸੀਗੇ। ਤਿੰਨ ਚੀਜ਼ਾਂ ਥੋੜੀ ਬਿਲਕੁਲ ਤੁਸੀਂ ਆਖਰ ਵਿੱਚ ਇਹਨੂੰ ਬਹੁਤ ਸਾਫ਼ ਇੱਕ ਇੰਟੈਂਸਿਟੀ ਕਰ ਦਿੱਤਾ ਕਿ ਇੰਟੈਂਸਿਟੀ। ਦੂਜੀ ਗੱਲ ਹੈ ਕਿ ਸ਼ਿਲਪ, ਕੱਲੀ ਜਿਹੜੀ ਸ਼ਿੱਦਤ ਕੁਝ ਨਹੀਂ ਕਰ ਸਕਦੀ, ਤੁਹਾਡੇ ਕੋਲ ਇੱਕ ਸ਼ਿਲਪ ਹੋਵੇ ਜਿਹੜੀ ਭਾਸ਼ਾ ਦੀ ਸ਼ਿਲਪ ਵੀ ਆ, ਔਰ ਫਿਰ ਤੁਹਾਡੇ ਕੋਲ ਸ਼ੂਰ ਵੀ ਹੋਵੇ ਕਿ ਤੁਸੀਂ ਉਹਨੂੰ ਕਿਸ ਉਹ ਸਾਰੇ ਨੂੰ ਪੂਰੀ ਤਰ੍ਹਾਂ ਕਿਸ ਪ੍ਰਸੰਗ 'ਚ ਦੇਖ ਤੁਸੀਂ ਤੁਹਾਨੂੰ ਚੰਨ ਮਾਰਦਾ, ਤੁਹਾਡੇ ਕੋਲ ਇੱਕ ਐਥਿਕਸ ਵੀ ਆ, ਤੁਹਾਡੇ ਕੋਲ ਇੱਕ ਤੁਹਾਡੀ ਪੋਲਿਟਿਕਸ ਵੀ ਆ, ਤੁਹਾਡੇ ਕੋਲ ਇੱਕ ਸੈਂਸ ਆਫ ਜਸਟਿਸ ਵੀ ਆ। ਸੋ ਇਹ ਸਭ ਕੁਝ ਬਹੁਤ ਜਾਨੀ ਮੇਰੇ ਖਿਆਲ 'ਚ ਅਚੇਤ ਹੀ ਹੁੰਦਾ ਰਹਿੰਦਾ। ਤੋ ਬਾਕੀ ਸਮਝ ਲਓ ਕਿ ਕਾਇਨਾਤ 'ਚ ਬਹੁਤ ਕਵਿਤਾ ਤੇ ਸ਼ਾਇਦ ਇਹਦਾ ਕੋਈ ਫਾਰਮੂਲਾ ਨਹੀਂ ਹੋ ਸਕਦਾ। ਜਿਵੇਂ ਉਰਦੂ ਦੇ ਮੈਂ ਐਕਸਪ੍ਰੈਸ ਵੀ ਉਹ ਉਰਦੂ ਦੇ ਉਸਤਾਦ ਜੇ ਕੋਈ ਸ਼ਾਗਿਰਦ ਬਣ ਜਾਵੇ ਤਾਂ ਉਹਨੂੰ ਕਹਿੰਦੇ ਕਿ ਤੂੰ ਪਹਿਲਾਂ ਇੰਨੇ ਸ਼ੇਰ ਜਾਂ 1000 ਸ਼ੇਰ ਜਾਂ 500 ਸ਼ੇਰ ਯਾਦ ਕਰਕੇ ਆ। ਸੋ ਉਹ ਯਾਦ ਕਰਨ ਦੀ ਪ੍ਰਕਿਰਿਆ ਦੇ ਵਿੱਚ ਉਹਨੂੰ ਬਹੁਤ ਕੁਝ ਆ ਜਾਂਦਾ ਸੀਗਾ। ਸੋ ਕਈ ਵਾਰ ਜਦੋਂ ਮੈਂ ਕਹਿੰਦਾ ਕਿ ਬਹਿਰ 'ਚ ਉਹ ਹੋਰ ਹੋਣਗੇ ਲਿਖਦੇ ਨੇ ਜਿਹੜੇ ਬਹਿਰ, ਮੇਰਾ ਕਹਿੰਦਾ ਵੀ ਬਹਿਰ ਟੈਕਨੀਕਲੀ ਨਹੀਂ, ਮੈਂ ਟੈਕਨੀਕਲੀ ਬਹੁਤ ਬਾਅਦ 'ਚ ਸਿੱਖੀ, ਜਾਣੀ ਹਵਾ ਲਿਖੇ ਹਰਫ ਤੋਂ ਬਾਅਦ ਮੈਂ ਥੋੜਾ ਜਿਹਾ ਉਹ, ਲੇਕਿਨ ਇਹ ਤਦ ਤੱਕ ਮੇਰੇ ਅੰਦਰ ਉਹਦੀ ਗ੍ਰਾਮਰ, ਇੱਕ ਗਜ਼ਲ ਦੀ ਗ੍ਰਾਮਰ ਮੇਰੇ ਅੰਦਰ ਬਣ ਗਈ, ਆ ਚੁੱਕੀ ਸੀ, ਹੈਨਾ। ਤੇ ਉਹ ਇਸ ਤਰ੍ਹਾਂ ਸੁਭਾਵਿਕ ਤਰੀਕੇ ਨਾਲ ਜਿਹੜਾ ਹੋਈ ਗੱਲ। ਪਾਤਰ ਸਾਹਿਬ, ਅੱਜ ਇਸ ਪ੍ਰੋਗਰਾਮ ਨੂੰ ਬਹੁਤ ਸਾਰੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦੇ ਦੋਸਤ ਦੇਖ ਰਹੇ ਨੇ, ਬਹੁਤ ਸਾਰੇ ਉਹਨਾਂ ਦੇ ਕਮੈਂਟਸ ਵੀ ਆ ਰਹੇ ਨੇ, ਉਹਨਾਂ ਦੀ ਜਿਹੜੀਆਂ ਸਵਾਲ ਨੇ ਜਾਂ ਉਹਨਾਂ ਦੀਆਂ ਜਿਗਿਆਸਾਵਾਂ ਨੇ, ਉਹ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਨੂੰ ਲੈ ਸਕਾਂ। ਮੈਂ ਇਸ ਕੀਮਤੀ ਗੱਲਾਂ ਔਰ ਪੰਜਾਬਿਕਾ ਦੇ ਦੋਨਾਂ ਹੀ ਸੰਚਾਲਕਾਂ ਵੱਲੋਂ, ਹਰਵਿੰਦਰ ਜੀ ਵੱਲੋਂ ਔਰ ਆਜ਼ਮ ਮਲਿਕ ਸਾਹਿਬ ਵੱਲੋਂ, ਸਾਰੇ ਦੋਸਤਾਂ ਦਾ ਸ਼ੁਕਰਾਨਾ ਕਰਦਾ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ। ਅਗਲੀ ਜਿਹੜੀ ਗੱਲ ਪਾਤਰ ਸਾਹਿਬ ਮੈਂ ਤੁਹਾਡੇ ਤੋਂ ਪੁੱਛਣੀ ਚਾਹੁੰਦਾ ਉਹ ਇਹ ਹੈ ਕਿ ਜਿਹੜੀ ਸਾਡੇ ਕੋਲ ਕਵਿਤਾ ਦੀ ਰੀਤ ਹੈ, ਪਰੰਪਰਾ,
ਸੂਫੀ ਕਵਿਤਾ, ਗੁਰਮਤਿ ਕਵਿਤਾ, ਕਿੱਸਾ ਕਵਿਤਾ, ਇਹਨਾਂ ਚੋਂ ਕਿਹੜੀ ਧਾਰਾ ਜਿਹੜੀ ਤੁਹਾਡੇ ਮਨ ਦੇ ਜ਼ਿਆਦਾ ਨੇੜੇ ਹੈ, ਜਾਂ ਜਿਹਦੇ ਤੁਸੀਂ ਕੋਈ ਅਸਰ ਲਿਆ, ਜ਼ਿਆਦਾ ਅਸਰ ਲਿਆ? ਇੱਦਾਂ ਸੀਗਾ ਜਦੋਂ ਮੈਂ ਗੁਰਤੇਜ ਕਾਲਜ 'ਚ ਸੀਗਾ, ਤੇ ਬਲਕਿ ਉਹ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਮੇਰਾ ਯਾਨੀ ਸੰਗੀਤ ਮੇਰਾ ਬਹੁਤ ਵੱਡਾ ਪੈਸ਼ਨ ਸੀ। ਮੈਂ ਘਰਦਿਆਂ ਨੂੰ ਵੀ ਕਹਿਣਾ ਮੈਨੂੰ ਹਾਰਮੋਨੀਅਮ ਲੈ ਦਿਓ, ਮੈਨੂੰ ਸਾਰੰਗੀ ਲੈ ਦਿਓ, ਯਾਨੀ ਛੋਟੇ ਯਾਨੀ ਸੰਗੀਤ ਮੈਨੂੰ ਖਿੱਚ ਬਹੁਤ ਪਾਉਂਦਾ ਸੀਗਾ। ਤੇ ਮੇਰੇ ਲਈ ਉਸ ਵੇਲੇ ਯਾਨੀ ਸੰਗੀਤ ਤੇ ਕਵਿਤਾ ਜੁੜੇ ਹੋਏ ਹੀ ਚੀਜ਼ਾਂ ਸੀ ਮੇਰੇ ਲਈ। ਮੈਂ ਸਵਾਲ ਭੁੱਲ ਗਿਆ। ਨਹੀਂ, ਕੋਈ ਨਹੀਂ, ਬਸ ਇਹੀ ਸੀ ਕਿ ਸੂਫੀ ਕਵਿਤਾ, ਗੁਰਮਤਿ ਕਵਿਤਾ ਜਾਂ ਕਿੱਸਾ, ਮੇਰੀ ਜਾਨੀ ਸਮਝ ਲਓ ਕਿ ਜਿਹੜੇ ਇਹੋ ਮੇਰੇ ਪਹਿਲੇ ਜਿਹੜੇ ਸੋਮੇ ਨੇ ਨਾ, ਪਹਿਲੀਆਂ ਬਚਪਨ ਦੇ ਪਿੰਡ ਦੇ, ਤੇ ਉਹਦੇ 'ਚ ਇਹ ਸੰਗੀਤ ਸ਼ਾਮਲ ਹੈ। ਬੇਸ਼ੱਕ ਉਹ ਗੁਰਬਾਣੀ ਸੀ ਜਾਂ ਸਾਡੇ ਸਮਝ ਲਓ ਰਾਸਾਂ ਪੈਂਦੀਆਂ ਸੀ, ਜਾਂ ਕਦੀ ਹੰਭੂਆਣੇ ਸਾਡੇ ਰੁੱਖਾਂ ਦੇ ਥੱਲੇ ਆ ਕੇ ਜਿਹੜੇ ਗਮੰਤਰੀ ਗਾਉਂਦੇ ਸੀ, ਚਿੱਟੀਆਂ ਪੱਗਾਂ ਵਾਲੇ, ਸ਼ਮਲਿਆਂ ਵਾਲੇ, ਅਲਗੋਜ਼ੇ ਤੇ ਇੱਕ ਤਾਰੇ ਵਾਲੇ ਉਹ ਲੋਕ ਸੀ। ਜਾਂ ਮੈਂ ਜਾਨੀ ਫਿਰ ਉਹ ਇੱਕ ਵਕਤ ਮੈਂ ਗਜ਼ਲਾਂ ਦਾ ਗਾਇਨ ਸੀਗਾ। ਮੈਨੂੰ ਯਾਦ ਹੈ ਕਿ ਮੈਂ ਬਹੁਤ ਕਾਲਜ ਦੇ ਸ਼ਾਇਦ ਦਿਨ ਸੀ ਰਾਮ 'ਚ, ਉਦੋਂ ਮੈਂ ਇੱਕ ਗਜ਼ਲ ਸੁਣੀ ਸੀ, ਫੂਲ ਖਿਲੇ ਹੈ ਗੁਲਸ਼ਨ ਗੁਲਸ਼ਨ ਲੇਕਿਨ ਆਪਣਾ ਆਪਣਾ ਦਾਮਨ। ਇਹ ਮੇਰੇ ਖਿਆਲ 'ਚ ਬੇਗਮ ਅਖਤਰ ਦੀ ਗਜ਼ਲ ਗਾਇ, ਸ਼ਾਇਦ ਜਿਗਰ ਮੁਰਾਦਾਬਾਦੀ ਸਾਹਿਬ ਦੀ ਗਜ਼ਲ ਹੈ। ਤੇ ਮੈਨੂੰ ਜਿਹੜੀ ਗਜ਼ਲ ਦੀ ਗਾਇਕੀ ਸੀ, ਇਹ ਵੀ ਮੈਨੂੰ ਬਹੁਤ ਖਿੱਚ ਪਾਉਂਦੀ ਸੀ। ਔਰ ਕਾਲਜ ਪੜ੍ਹਦਿਆਂ ਮੈਂ ਬੇਸ਼ੱਕ ਮੈਨੂੰ ਸਮਝ ਨਹੀਂ ਆਇਆ ਸੀਗਾ, ਲੇਕਿਨ ਗਾਲਿਬ ਉਦੋਂ ਮਿਲਦੇ ਸੀਗੇ ਗੁਰਮੁਖੀ ਅੱਖਰਾਂ 'ਚ। ਗਾਲਿਬ ਪ੍ਰੋਫੈਸਰ ਜੋਗਿੰਦਰ ਸਿੰਘ ਹੋਣਾ ਦਾ ਲਿਪਿਆਂਤਰ ਕੀਤਾ ਹੋਇਆ ਸੀਗਾ, ਤੇ ਬਹੁਤ ਖੂਬਸੂਰਤ। ਈਵਨ ਕੱਕੇ ਦੇ ਪੈਰਾਂ 'ਚ ਵੀ ਉਹਨਾਂ ਨੇ ਬਿੰਦੀਆਂ ਪਾਈਆਂ ਹੋਈਆਂ ਸੀ, ਜਿੱਥੇ ਹਕੀਕਤ ਜਾਂ ਕਤਲ ਸੀ, ਕਿ ਇੰਨਾ ਅੱਛਾ ਉਹ ਲਿਪਿਆਂਤਰ ਸੀਗਾ। ਤੇ ਉਹਨੂੰ ਵੀ ਮੈਂ ਜਾਨੀ ਪੜ੍ਹਨ ਦੀ ਕੋਸ਼ਿਸ਼ ਕਰਦਾ, ਪੜ੍ਹਿਆ। ਫਿਰ ਇੱਕ ਬਾਣ ਵੀ ਮਿਲਦੀ ਸੀਗੀ, ਛੋਟੀ ਜਿਹੀ ਕਿਤਾਬ ਦੇਵਨਾਗਰੀ ਵਿੱਚ, ਉਹ ਵੀ ਇਹਦੇ ਕੁਝ ਹਿੰਦੀ ਚੀਜ਼ਾਂ ਸੀਗੀਆਂ। ਸੋ ਉਹਨਾਂ ਵਕਤਾਂ 'ਚ ਮੇਰੇ ਜਾਨੀ ਇਹ ਚੀਜ਼ਾਂ, ਜਾਂ ਸੂਫੀ ਗਾਇਨ ਵੀ ਸੀ, ਸੂਫੀ ਪੋਇਟਰੀ। ਸੋ ਜੋ ਇੱਕ ਤਾਂ ਜਿਹੜੀ ਸਾਡੀ ਮੱਧਕਾਲ ਦੀ ਸ਼ਾਇਰੀ ਦੇ ਜੋ ਸਿਖਰਾਂ ਸੀ, ਉਹ ਤਾਂ ਅਸੀਂ ਅਚੇਤ ਹੀ ਇੱਕ ਤਰ੍ਹਾਂ ਸਮਝ ਲਓ, ਆਪਾਂ ਜਿੱਦਾਂ ਕਹਿੰਦੇ ਕਿ ਉਹ ਸਾਡੇ ਅੰਦਰ ਆ ਜਾਂਦੀਆਂ। ਕੁਛ ਅਸੀਂ ਜਿੱਦਾਂ ਹੁਣ ਕਾਲਜ ਟਾਈਮ 'ਚ ਜੋ ਪੜ੍ਹਿਆ ਉਹ ਸਾਡੇ ਅੰਦਰ ਆਇਆ। ਫਿਰ ਜਿੱਦਾਂ ਜਦੋਂ ਪਟਿਆਲੇ ਗਏ ਹਾਂ, ਤਾਂ ਪਟਿਆਲੇ ਜਿਹੜੇ ਲੋਕ ਸੀ ਉਹ ਬਹੁਤ ਬਾਹਰਲੀ ਪੋਇਟਰੀ ਦੀ ਬਹੁਤ ਗੱਲ ਕਰਦੇ ਸੀ, ਯੂਨਾਨੀ ਦੁਖਾਂਤ ਦੀ ਗੱਲ ਕਰਦੇ ਸੀ, ਜਾਂ ਯੇਟਸ ਦੀ ਗੱਲ ਕਰਦੇ ਸੀ, ਜਾਂ ਪਾਬਲੋ ਨੇਰੂਦਾ ਫਾਜ਼ ਦੀ ਗੱਲ ਕਰਦੇ ਸੀਗੇ। ਸੋ ਕਿ ਇਸ ਤਰ੍ਹਾਂ ਦਾ ਇੱਕ ਬਹੁਤ ਸਮਝ ਲਓ ਕਿ ਇਹ ਸੋਰਸਿਸ ਸੀਗੇ। ਪਰ ਮੇਰੇ ਪਹਿਲੇ ਸੋਰਸਿਸ ਸਮਝ ਲਓ ਕਿ ਇਹੀ ਨੇ, ਜਿਹੜੇ ਇੱਕ ਸਾਡੀ ਪੁਰਾਣੀ ਰੀਤ ਵਾਲੇ ਸੋਰਸਿਸ ਨੇ, ਜਿਹਦੇ ਵਿੱਚ ਸਮਝ ਲਓ ਕਿ ਆਪਣੇ ਸਾਡੇ ਦੇਸੀ ਸੋਰਸਿਸ ਵੀ ਨੇ, ਜਿਹਦੇ ਵਿੱਚ ਉਰਦੂ ਵੀ ਸ਼ਾਮਲ ਹੈ, ਹਿੰਦੀ ਵੀ ਸ਼ਾਮਲ ਹੈ, ਔਰ ਸਾਡੇ ਕਵੀ ਵੀ ਸ਼ਾਮਲ ਨੇ। ਜਿਵੇਂ ਉਸ ਵੇਲੇ ਹਰਭਜਨ ਸਿੰਘ ਦੀ ਕਿਤਾਬ ਬਾਵਾ ਬਲਵੰਤ ਮੈਨੂੰ ਬਹੁਤ ਖਿੱਚ ਪਾਉਂਦੇ ਸੀਗੇ, ਕਿ ਲੰਘ ਗਏ ਹਨ ਉਠਾਂ ਵਾਲੇ, ਅਰਸ਼ਾਂ ਤੱਕ ਪਰਛਾਵੇਂ ਪਾ ਕੇ, ਮਾਰੂ ਥਲ ਦੇ ਥੰਮ ਹਿਲਾ ਕੇ। ਕਿ ਜਿੰਨੀ ਖੂਬਸੂਰਤੀ ਨਾਲ ਉਹ ਸ਼ਬਦਾਂ ਨੂੰ ਬੀੜ ਦੇ ਬਾਵਾ ਬਲਵੰਤ, ਕਿ ਉਹਨੂੰ ਪੜ੍ਹੋ ਤਾਂ ਤੁਹਾਨੂੰ ਲੱਗਦਾ ਕਿ ਉਹ ਬਹੁਤ ਉਹਨਾਂ ਦੀ ਸ਼ਬਦਾਂ 'ਚ ਇੱਕ ਸੰਗੀਤ ਔਰ ਬਹਿਰ ਦੀ ਬਹੁਤ ਕਮਾਲ ਦਾ ਨਿਭਾਇਆ, ਔਰ ਇਮੇਜਸ ਜੋ ਉਹਨਾਂ ਦੇ ਬਿੰਬ ਸੀ। ਸੋ ਇਹ ਸਾਰਾ ਕੁਝ ਤੁਸੀਂ ਪੱਤਰ ਸਭ ਲਿਖਿਆ ਇੱਕ ਥਾਂ ਤੇ ਕਿ ਮੈਂ ਜੇ ਕਵੀ ਨਾ ਹੁੰਦਾ ਤਾਂ ਸ਼ਾਇਦ ਮੈਂ ਕੋਈ ਸੰਗੀਤਕਾਰ ਹੁੰਦਾ। ਇਹਦੀ ਬਹੁਤ ਸਾਰੇ ਜਿਹੜੇ ਹਵਾਲੇ ਨੇ ਤੁਹਾਡੀ ਸ਼ਾਇਰੀ ਦੇ ਵਿੱਚ, ਜਿਹੜੀ ਨਗਮਗੀ ਹੈ ਜਾਂ ਉਹਦੇ ਵਿੱਚ ਜਿਹੜਾ ਸੰਗੀਤ ਹੈ ਉਹ ਜ਼ਾਹਰ ਹੈ। ਪਰ ਤੁਸੀਂ ਕਵਿਤਾ ਨੂੰ ਜਦੋਂ ਬੋਲਦੇ ਹੋ ਤਰੰਨਮ ਦੇ ਵਿੱਚ, ਉਹ ਇੰਨਾ ਮੰਝਿਆ ਹੋਇਆ ਸ਼ਾਨਦਾਰ ਤਰੀਕੇ ਨਾਲ। ਇਹ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇਹਦੀਆਂ ਜਿਹੜੀਆਂ ਧੁਨਾਂ ਨੇ, ਜਾਂ ਇਹਦਾ ਰਿਆਜ਼ ਕਰਦੇ ਹੋ, ਹਾਰਮੋਨੀਅਮ ਤੇ ਕਰਦੇ ਹੋ, ਜਾਂ ਤੁਸੀਂ ਇਹਨੂੰ ਇੱਕ ਤਰੰਨਮ ਵੈਸੇ ਢਾਲਦੇ ਹੋ ਜਿਸ ਤਰ੍ਹਾਂ ਤੁਸੀਂ ਕਵੀ ਦਰਬਾਰਾਂ 'ਚ ਪੜ੍ਹਦੇ ਹੋ? ਇਹ ਕੀ ਇਹਦੇ ਪਿੱਛੇ, ਕਿੰਨਾ ਕਿ ਇਹਦੇ ਪਿੱਛੇ ਤੁਸੀਂ ਯਤਨ ਪਾਉਂਦੇ ਹੋ ਕਿ ਇਹ ਸੁੱਤੇ ਸਿੱਧੀ ਹੁੰਦਾ? ਕੀ ਹੈ ਇਹਦੇ ਪਿੱਛੇ? ਇੱਦਾਂ ਹੈ ਕਿ ਮੈਂ ਮਿਊਜ਼ਿਕ, ਮੈਂ ਨਾ ਸੰਗੀਤ ਅਸੀਂ ਸੁਣਿਆ ਬਹੁਤ। ਮੈਂ ਉਹ ਇੱਦਾਂ ਸੀ ਕਿ ਜਦੋਂ ਮੈਂ PAU ਆ ਗਿਆ, ਪਹਿਲਾਂ ਵੀ ਖੈਰ ਚਲੋ ਪਹਿਲਾਂ ਤਾਂ ਇੱਦਾਂ ਸੀਗੇ ਜੋ ਹਵਾਵਾਂ ਵਿੱਚ ਸੰਗੀਤ ਹੈ, ਜਾਂ ਚਲੋ ਰੇਡੀਓ ਤੇ। ਜਦੋਂ ਮੈਂ ਆ ਗਿਆ PAU,
ਤਾਂ ਜੀ PAU ਮੈਂ 72 ਚ ਆ ਗਿਆ। ਹਾਂ 72 ਤੋਂ ਜੋ 5 ਸਾਲ ਸੀਗੇ 72 ਤੋਂ ਮੈਂ ਹਮ, ਸੀ ਜਾਂ ਮੇਰੇ ਦੋਸਤ ਸੀ। ਮੇਰੀ ਹਮ, ਜਾਨੀ ਮੇਰਾ ਵਿਆਹ ਹੁੰਦਾ ਜਾ ਕੇ 78 ਦੇ ਜੀ ਵਿੱਚ। ਉਹ ਜਿਹੜੇ 5 ਸਾਲ ਸੀ ਅਸੀਂ ਜਾਨੀ 3-4 ਦੋਸਤ ਸੀ। ਸਾਡੇ ਕੋਲ ਉਹ ਨਵੀਂ ਫਿਲਿਪਸ ਦਾ ਆਇਆ ਸੀਗਾ ਸਿਸਟਮ ਤੇ LP ਆਏ ਹਮ, ਸੀਗੇ। ਤੇ ਮੈਨੂੰ ਅੱਛਾ ਯਾਦ ਹੈ ਕਿ ਜਿਹੜੀਆਂ ਸਾਡੀਆਂ ਸਾਰੀਆਂ ਸ਼ਾਮਾਂ ਹੁੰਦੀਆਂ ਸੀਗੀਆਂ ਉਹ ਜਾਨੀ ਮਹਿਦੀ ਹਸਨ ਜਾਂ ਗੁਲਾਮ ਹਮ, ਅਲੀ ਜਾਂ ਜਗਜੀਤ ਸਿੰਘ ਜਾਂ ਪੰਡਿਤ ਜਸਰਾਜ ਜਾਂ ਵਾਹ ਜਿਹੜੇ ਸਾਜ਼ਾਂ ਵਾਲੇ ਚੌਰਸੀਆ ਹਮ, ਜਾਂ ਹਮ, ਬਿਸਮਿਲ੍ਲਾ ਖਾਂ, ਕਿ ਉਹ ਸਾਰੇ ਹਮ, ਸਾਡੇ ਦੋਸਤ ਹੀ ਬਹੁਤ ਜ਼ਿਆਦਾ ਸੰਗੀਤ ਦੇ ਸ਼ੌਕੀਨ ਸੀ। ਹਮ, ਸੋ ਉਹ ਹਮ, ਸੁਣੇ ਹੋਏ ਦਾ ਮੈਨੂੰ ਲੱਗਦਾ ਕਿ ਅਸਰ ਹੋਏਗਾ ਹਮ, ਮੇਰੇ ਤੇ ਇਸ ਗੱਲ ਦਾ। ਹਮ, ਤੇ ਬਾਕੀ ਹੈ ਕਿ ਜਦੋਂ ਮੈਂ ਜੋ ਕੋਈ ਮੈਂ ਕਈ ਵਾਰੀ ਕਿਸੇ ਚੀਜ਼ ਦੀ ਮੈਂ ਗਜ਼ਲ ਵੀ ਹੁਣ ਕਈ ਗਜ਼ਲਾਂ ਇੱਕੋ ਬਹਿਰ 'ਚ ਹਮ, ਹੁੰਦੀਆਂ ਪਰ ਹਮ, ਉਹ ਮੈਂ ਉਹਨਾਂ ਨੂੰ ਪੜ੍ਹਦਾ ਉਹ ਤਰਜ਼ ਇੱਕ ਨਹੀਂ ਹੁੰਦੀ ਕਿ ਜੀ ਜਦ ਕਿ ਉਹ ਮੰਨ ਲਓ ਹੋ ਸਕਦੀ ਹੁੰਦੀ ਹੈ ਪਰ ਉਹ ਆਪਣੇ ਮੂਡ ਦੇ ਮੁਤਾਬਕ ਉਹਦੀ ਇੱਕ ਵੱਖਰੀ ਹੁੰਦੀ ਆ। ਸੋ ਉਹ ਵੀ ਇੱਕ ਸੁਭਾਵਕ ਕਿ ਸਹਿਜ ਤਰੀਕੇ ਨਾਲ ਹੀ ਹੁੰਦਾ ਕਿ ਜਿਹਨੂੰ ਵਾਹ ਮੈਂ ਕਹਿੰਦਾ ਵੀ ਉਹ ਜਿਹੜੀ ਤੁਹਾਡੀ ਗ੍ਰਾਮਰ ਹੀ ਆ, ਤੁਹਾਡੇ ਜਿਹੜੇ ਜੋ ਕੁਛ ਆਤਮਸਾਤ ਹੋਇਆ, ਇੰਟਰਨਲਾਈਜ਼ ਹੋਇਆ। ਬਿਲਕੁਲ ਸੋ ਮੈਨੂੰ ਹਾਰਮੋਨੀਅਮ ਤਾਂ ਬਹੁਤ ਸਾਲਾਂ ਬਾਅਦ ਮਿਲਿਆ। ਅੱਛਾ ਮੈਂ ਮਿਲਿਆ ਵੀ ਜਦੋਂ ਮੈਂ ਆਪ ਹੀ ਖਰੀਦ ਸਕੇ ਹੋ। ਤੇ ਫਿਰ ਇਹ ਵੀ ਸੀ ਕਿ ਮੈਂ ਹਾਰਮੋਨੀਅਮ ਮੈਨੂੰ ਵਜਾਉਣਾ ਨਹੀਂ ਆਉਂਦਾ ਸੀ। ਮੈਂ ਇੱਕ ਮੇਰੀ ਕਵਿਤਾ ਵਜੰਤਰੀ ਹੈ, ਸ਼ਾਇਦ ਤੂੰ ਪੜ੍ਹੀ ਹੋਵੇ, ਹਾਂਜੀ ਹਾਂ ਵਿੱਚ ਬਿਲਕੁਲ ਬਹੁਤ ਬਿਲਕੁਲ ਸਾਰੇ ਸਾਜ਼ ਖਰੀਦਾ ਤੇ ਪਰ ਹਮ, ਉਹਨੂੰ ਵਜਾਉਣਾ ਨਹੀਂ ਆਉਂਦਾ। ਤੇ ਉਹ ਸੋ ਉਹਦੇ ਉਸ ਕਵਿਤਾ ਦੇ ਕਈ ਲੈਵਲ ਹੈ ਪਰ ਇੱਕ ਸੰਗੀਤ ਦਾ ਲੈਵਲ ਵੀ ਉਹਦਾ ਹਮ, ਲੈਵਲ ਉਹਦੇ ਵਿੱਚ ਆਉਂਦਾ। ਸੋ ਇਸ ਤਰ੍ਹਾਂ ਦਾ ਮੇਰਾ ਸੰਗੀਤ ਨਾਲ ਰਿਸ਼ਤਾ। ਤੁਹਾਡੇ ਆਪਣੇ ਜਿਹੜੇ ਸਮਕਾਲੀ ਰਹੇ ਸ਼ਾਇਰ, ਚਾਹੇ ਪਾਸ਼ ਰਹੇ ਜਾਂ ਡਾਕਟਰ ਜਗਤਾਰ ਰਹੇ, ਸ਼ਿਵ ਹੋਰਾਂ ਦੀ ਆਪਾਂ ਗੱਲ ਕੀਤੀ, ਤੁਹਾਡੇ ਇਹਨਾਂ ਨਾਲ ਸੰਬੰਧ ਕਿਸ ਤਰ੍ਹਾਂ ਦੇ ਰਹੇ? ਮੈਂ ਇਸ ਸਵਾਲ ਨੂੰ ਥੋੜਾ ਉੱਥੇ ਲਿਜਾਣਾ ਚਾਹੁੰਦਾ ਕਿ ਜਿਵੇਂ ਖਾਸ ਤੌਰ ਤੇ ਡਾਕਟਰ ਜਗਤਾਰ ਤੁਹਾਡੇ ਬਾਰੇ ਬਹੁਤ ਵਧੀਆ ਗੱਲਾਂ ਨਹੀਂ ਕਰਦੇ ਰਹੇ, ਸ਼ਾਇਦ ਉਹਨਾਂ ਦੇ ਸੁਭਾਅ ਦੀ ਕੁਝ ਦਿੱਕਤ ਸੀ ਜਾਂ ਤੁਹਾਡੇ ਸੁਭਾਅ ਦਾ ਹਲੀਮਾਪਨ ਸੀ ਜਾਂ ਕੀ ਸੀ। ਮੈਂ ਉਹ ਥੋੜਾ ਜਿਹਾ ਜਾਣਨਾ ਚਾਹੁੰਦਾ ਸਾਰੇ ਦੋਸਤਾਂ ਲਈ ਕਿ ਉਹਦੇ ਪਿੱਛੇ ਕੀ ਕਹਾਣੀ ਸੀ। ਦੇਖੋ ਇਹ ਜਿਹੜੇ ਇਹ ਸਮਝੋ ਸਾਡੇ ਨਾਲ ਸੀਨੀਅਰ ਮੀਸ਼ਾ ਹੋਏ ਜੀ ਇਹੋ ਮੇਰੇ ਕਾਲਜ ਵੇਲੇ ਤੋਂ ਵਾਕਿਫ ਹੈ। ਕਾਲਜ ਜਦੋਂ ਅਸੀਂ ਕਵਿਤਾ ਪ੍ਰਤੀਯੋਗਤਾ 'ਚ ਹਿੱਸਾ ਵੀ ਲੈਂਦੇ ਹੁੰਦੇ ਸੀ, ਮੈਂ ਰਣਦੀਪ ਚੰਦ ਔਰ ਅਸੀਂ ਫਸਟ ਸੈਕਿੰਡ ਕਦੀ ਦਾ ਮੇਰਾ ਮੀਸ਼ਾ ਵੀ ਮੈਨੂੰ ਉੱਥੇ ਮਿਲੇ, ਸੁਨੀਤ ਰਾਮਪੁਰੀ ਵੀ ਮਿਲੇ, ਜਗਤਾਰ ਹੁਣ ਵੀ ਉੱਥੇ ਮਿਲੇ। ਤੋਂ ਅਸੀਂ ਸਾਰੇ ਇਹਨਾਂ ਦੀ ਬਹੁਤ ਕਦਰ ਕਰਨ ਵਾਲੇ ਕਵੀ, ਇਹਨਾਂ ਤੋਂ ਛੋਟੇ ਕਵੀ। ਸੋ ਕਵੀਆਂ ਚੋਂ ਵੀ ਤੁਹਾਡਾ ਕੋਈ ਗਹਿਰਾ ਦੋਸਤ ਰਿਹਾ ਜਾਂ ਹੁਣ ਹੈ? ਮਤਲਬ ਜਿਵੇਂ ਤੁਸੀਂ ਵੀਰ ਸਿੰਘ ਰੰਧਾਵਾ ਹੋਰਾਂ ਦੀ ਅਕਸਰ ਗੱਲ ਕਰਦੇ ਹੋ। ਹਾਂ, ਸੋ ਕਵੀਆਂ ਦੋਸਤੀ ਦੇ ਪਹਿਰਾਏ ਵਿੱਚ ਔਰ ਅਮਿਤੋਜ ਬਹੁਤ ਗਹਿਰੇ ਦੋਸਤ ਰਹੇ हैं। ਅੱਛਾ, ਤੁਹਾਡੇ ਉਹਦੇ ਨਾਲ ਨਜ਼ਦੀਕੀ ਰਹੇ ਜੀ। ਤੋ ਪਾਸ਼ ਵੀ ਸਾਡੇ 'ਚ ਸ਼ਾਮਲ ਹੁੰਦਾ ਸੀਗਾ ਬਹੁਤ ਵਾਰੀ। ਅਸੀਂ ਇਕੱਠੇ ਛਪਾਰ ਦਾ ਮੇਲਾ ਵੀ ਦੇਖਣ ਗਏ। ਤੋ ਜੋ ਜਗਤਾਰ ਹੋਣਾ ਨਾਲ ਮੇਰਾ ਰਿਸ਼ਤਾ ਜਿਹੜਾ ਸੀਗਾ ਉਹ ਇੱਦਾਂ ਹੀ ਸੀਗਾ ਜਿੱਦਾਂ ਮਿਸ਼ੇ ਦੇ ਨਾਲ ਵੀ ਸੀਗਾ ਵੀ। ਤੋ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰੀ ਕੁਛ ਮੇਰੇ ਬਾਰੇ ਇੱਦਾਂ ਦੀ ਗੱਲ ਕਹੀ ਤਾਂ ਉਦੋਂ ਮੈਨੂੰ ਯਾਦ ਹੈ ਕਿ ਮੇਰੀ ਇਹ ਗਜ਼ਲ ਸੀ, ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ। ਉਦੋਂ ਇੱਕ ਚੰਡੀਗੜ੍ਹ ਤੋਂ ਮੈਗਜ਼ੀਨ ਛਪਦਾ ਸੀਗਾ, ਵਿਰਾਸਤ ਜਾਂ ਵਿਰਸਾ ਮੈਗਜ਼ੀਨ ਸੀਗਾ। ਅੱਛਾ। ਤੇ ਉਹਨਾਂ ਨੇ ਇਹ ਗਜ਼ਲ ਮੁੱਖ ਪੰਨੇ ਦੇ ਉੱਪਰ ਛਾਪੀ। ਅੱਛਾ। ਤੋ ਪਿੱਛੇ ਫਿਰ ਹੋਰ ਗਜ਼ਲਾਂ ਸੀ, ਪਿੱਛੇ ਸ਼ਾਇਦ ਉਹਨਾਂ ਬਾਅਦ 'ਚ ਸ਼ਾਇਦ ਤਖਤ ਸਿੰਘ ਹੋਰਾਂ ਦੀ ਗਜ਼ਲ ਵੀ ਪਿੱਛੇ ਵਿਚਕਾਰ ਇੱਦਾਂ ਦੇ ਗਜ਼ਲਾਂ ਛਾਈਆਂ। ਤੇ ਜਗਤਾਰ ਹੋਰਾਂ ਨੇ ਬੜੇ ਗੁੱਸੇ ਨਾਲ ਜਾਨੀ ਉਹਨਾਂ ਨੂੰ ਖੱਤ ਲਿਖਿਆ ਕਿ ਇੱਕ ਤੁਸੀਂ ਇੱਕ ਗਜ਼ਲ ਜਿਹਦੇ ਵਿੱਚ ਹਜ਼ਾਰਾਂ ਗਲਤੀਆਂ ਉਹ ਤੁਸੀਂ ਮੁੱਖ ਪੰਨੇ ਤੇ ਛਾਪ ਦਿੱਤੀ ਤੇ ਉਹ ਉਸਤਾਦਾਂ ਦੇ ਏਦਾਂ ਮਤਲਬ ਇਹੋ ਜਿਹਾ ਕੁਛ ਲਿਖਿਆ ਕਿ ਉਹ 'ਚ ਬਹੁਤ ਤੁਹਾਡੇ ਵੱਲੋਂ ਵੀ ਕੁੜੱਤਣ ਰਹੀ ਇਸ ਸੰਬੰਧ ਕੀ ਤੁਸੀਂ?
ਮਤਲਬ ਮੈਂ ਨਹੀਂ ਉਹਨਾਂ ਦੇ ਬਾਰੇ ਕੁਝ ਵੈਸੇ ਕਿਹਾ ਕਦੀ। ਮੈਨੂੰ ਮੈਂ ਤਾਂ ਕਿਹਾ ਵੀ ਸੀ ਕਿ ਮੇਰਾ ਸੁਭਾਅ ਏਦਾਂ ਦਾ ਵੀ ਮੈਨੂੰ ਜੇ ਮੈਂ ਜੋ ਮੈਨੂੰ ਕਿਸੇ ਨੇ ਕਿਹਾ ਹੁੰਦਾ ਨਾ ਉਹ ਮੇਰੇ ਮਨ 'ਚ ਘੱਟ ਰੜਕਦਾ, ਜਿਹੜਾ ਮੈਂ ਕਿਸੇ ਨੂੰ ਕਿਹਾ ਹੋਵੇ ਵੱਧ ਰੜਕਣ ਲੱਗ ਪੈਂਦਾ, ਕਿ ਇੱਕ ਤਰ੍ਹਾਂ ਮੈਂ ਕਰਜ਼ਾਈ ਜਿਹਾ ਹੋ ਜਾਣਾ, ਉਹਦਾ ਬੰਦੇ ਦਾ ਕਰਜ਼ਾਈ ਹੋ ਗਿਆ ਮੈਂ, ਫਿਰ ਮੈਂ ਯਾਰ ਇਹਨੂੰ ਸੋ ਮੈਂ ਉਹਨੂੰ ਇਹੀ ਮੈਂ ਜਾਨੀ ਮੇਰੇ ਮੂੰਹ ਸ਼ਾਇਦ ਹੀ ਕਦੀ ਕੋਈ ਏਦਾਂ ਦਾ ਲਫ਼ਜ਼ ਨਿਕਲਿਆ ਹੋਵੇ। ਤੁਹਾਡੀ ਮੋਹਨ ਸਿੰਘ ਨਾਲ ਵੀ ਕਾਫੀ ਨੇੜਤਾ ਰਹੀ, ਉਹਨਾਂ ਦੇ ਸੰਪਰਕ ਵਿੱਚ ਤੁਸੀਂ ਰਹੇ। ਮੋਹਨ ਸਿੰਘ ਕਿਸ ਤਰ੍ਹਾਂ ਦੇ ਬੰਦੇ ਸੀ ਤੇ ਉਹਨਾਂ ਦੀ ਕਵਿਤਾ ਨੂੰ ਤੁਸੀਂ ਕਿਵੇਂ ਸਮਝਦੇ ਹੋ? ਉਹਨਾਂ ਮੋਹਨ ਸਿੰਘ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਕੀਤਾ, ਯਾਨੀ ਮੇਰੇ ਬਾਰੇ ਉਹਨੇ ਇੱਕ ਉਹੋ ਜਿਹੇ ਵੇਲੇ ਜੋ ਐਸੀ ਗੱਲ ਕਹੀ ਸੀ, ਉਹਨੇ ਕਿਹਾ ਸੀ ਮੇਰੇ ਤੋਂ ਬਾਅਦ ਮੀਸ਼ਾ ਔਰ ਮੀਸ਼ੇ ਤੋਂ ਬਾਅਦ ਪਾਤਰ, ਕਿ ਮੇਰੀ ਪਸੰਦ ਜਾਣੀ ਉਹਨਾਂ ਨੇ ਬਹੁਤ ਉਹ ਕਾਫੀ ਹਾਊਸ ਦਾ ਜ਼ਮਾਨਾ ਸੀ ਜਲੰਧਰ ਉਦੋਂ ਨਾ, ਸੋ ਬਹੁਤ ਉਹਨਾਂ ਦਾ ਮੇਰੇ ਨਾਲ ਪਿਆਰ ਸੀ। ਤੋ ਉਹਨਾਂ ਨੇ ਸਮਝੋ ਕਿ ਮੈਂ ਉਹਨਾਂ ਕੋਲ 5 ਸਾਲ ਨੌਕਰੀ ਵੀ ਕੀਤੀ। ਚਲੋ ਨੌਕਰੀ ਦੌਰਾਨ ਸਾਡੇ ਘਰ ਕੁੜਤਣਾ ਆਈਆਂ, ਪਰ ਉਹ ਕੁੜਤਣਾ ਕੋਈ ਐਸੀਆਂ ਨਹੀਂ ਸੀ ਕਿ ਮੈਂ ਉਹਨੂੰ ਏਦਾਂ ਸਮਝਾਂ ਕਿ ਕੋਈ ਉਹ ਦਿਲੀ ਕੁੜਤਣਾ, ਉਹ ਸਾਡੀਆਂ ਆਫੀਸ਼ੀਅਲ ਜਿਹੀਆਂ ਕੁੜਤਣਾ ਸੀ ਕਿ ਕੋਈ ਪਰਚਾ ਲਿਖਣਾ, ਕੋਈ ਨਾ ਲਿਖਣਾ। ਤੇ ਬਹੁਤ ਪਿਆਰੇ ਇਨਸਾਨ ਸੀ, ਬਹੁਤ ਜਿੱਦਾਂ ਹੁਣ ਮਹਿਫਲਾਂ ਨੂੰ ਆਨੰਦ ਮਾਣਨ ਵਾਲੇ, ਮਹਿਫਲਾਂ 'ਚ ਰੌਣਕ ਲਾਉਣ ਵਾਲੇ, ਉਹਦੀਆਂ ਬਹੁਤ ਗੱਲਾਂ ਉਹਨਾਂ ਦੀਆਂ ਮੈਨੂੰ ਯਾਦ ਨੇ। ਔਰ ਇੱਕ ਸ਼ਾਇਰ ਦੇ ਤੌਰ ਤੇ ਵੀ ਮੈਂ ਸਮਝਦਾ ਕਿ ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਸ਼ਾਇਰ ਨੇ, ਜਿਹਨੂੰ ਆਪਾਂ ਕਹਿੰਦੇ ਉਹਦੇ 'ਚ ਮੰਜ਼ਰ ਨਗਾਰੀ, ਕਿ ਜਿਹੜਾ ਮੰਜ਼ਰ ਖਿੱਚਣਾ ਕਿਸੇ ਕੋਈ ਦ੍ਰਿਸ਼, ਤੁਸੀਂ ਬੇਸ਼ੱਕ ਉਹਨਾਂ ਦੀ ਪੜ੍ਹ ਲਓ ਪਿਆਰ ਕਵਿਤਾ ਜੀ, ਉਹ ਬਿਆਨ ਕਰਦੇ ਆ ਹਰੀ ਸਿੰਘ ਨਲੂਏ ਦਾ, ਤੇ ਜਿਹੜੇ ਉਹ ਸਿਰ ਤਲਵਾਈਆਂ ਘਾਟੀਆਂ, ਉਹ ਤੁਸੀਂ ਉਹਦਾ ਬਿਆਨ ਦੇਖੋ ਕਿ ਉਸ ਜੋ ਕੁਦਰਤ ਦਾ ਬਿਆਨ ਆ, ਜਾਂ ਤੁਸੀਂ ਉਹਨਾਂ ਦੀ ਕਵਿਤਾ ਥੇ ਪੜ੍ਹ ਲਓ ਕਿ ਉਹੋ ਜਿਹੀ ਡਿਸਕ੍ਰਿਪਸ਼ਨ, ਉਹੋ ਜਿਹੀ ਡਿਟੇਲ, ਉਹੋ ਜਿਹੀਆਂ ਮਤਲਬ ਛੋਟੀਆਂ ਚੀਜ਼ਾਂ, ਜਾਂ ਤਾਜ ਮਹਿਲ ਪੜ੍ਹ ਲਓ ਕਿ ਜਿਹੜੀ ਡਿਸਕ੍ਰਿਪਸ਼ਨ ਮੈਨੂੰ ਹੋਰ ਕੋਈ ਕਿਤੇ ਇਹੋ ਜਿਹੀ, ਜਾਂ ਤੁਸੀਂ ਜੇ ਮਹਾਂਕਾਪੜੋਂ ਨਾਨਕਾਇਣ 'ਚ ਲੋਕਾਂ ਬਹੁਤ ਕਹਿ ਸਕਦੇ ਕਿ ਉਹ ਏਦਾਂ ਕਵਿਤਾ, ਨਾਨਕਾਇਣ 'ਚ ਜੇ ਤੁਸੀਂ ਤਲਵੰਡੀ ਦੀ ਸ਼ਾਮ ਪੜ੍ਹੋ, ਮੰਨ ਲਓ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਤੋਂ ਪਹਿਲਾਂ ਦੀ ਜਿਹੜੀ ਸ਼ਾਮ ਆ, ਉਹ ਸ਼ਾਮ ਦਾ ਮੋਹਨ ਸਿੰਘ ਦੀ ਕਵਿਤਾ 'ਚ ਜੋ ਬਿਆਨ ਹੈ, ਉਸ ਬਿਆਨ ਦੀ ਜਾਨੀ ਕੋਈ ਰੀਸ ਨਹੀਂ ਕਰ ਸਕਦਾ। ਸੋ ਇਸ ਪੱਖੋਂ ਮੋਹਨ ਸਿੰਘ ਦੀ ਜਿਹੜੀ ਪ੍ਰਗਤੀਵਾਦੀ ਕਵਿਤਾ ਤੁਹਾਨੂੰ ਵੱਡੀ ਲੱਗਦੀ ਕਿ ਜਿਹੜੀ ਉਹਨਾਂ ਦੀ ਕੁਦਰਤੀ ਕਵਿਤਾ? ਕੁਦਰਤੀ ਦਾ ਮਤਲਬ ਜਿਹੜੇ ਵਿੱਚ ਉਹ ਰੋਮਾਂਟਿਕ ਵੀ ਹੈ, ਕੁਦਰਤੀ ਕਵਿਤਾ ਬਹੁਤ ਵੱਡੀ ਆ ਉਸ ਪੱਖੋਂ ਹੈ ਕਿ ਉਹ ਉਹਨਾਂ ਦਾ ਇੱਕ ਤਰ੍ਹਾਂ, ਜਿਵੇਂ ਸਮਝ ਲਓ ਕਿ ਕਈ ਵਾਰੀ ਅਸੀਂ ਕਵਿਤਾ ਹਾਂ ਜਿਵੇਂ ਸਿਰਜਣਾ ਤੇ ਘਾੜਤ 'ਚ ਫਰਕ ਹੁੰਦਾ ਹੈ ਨਾ, ਕਿ ਤੁਸੀਂ ਸਿਰਜ ਰਹੇ ਹੋ ਕਿ ਪ੍ਰੋਡਿਊਸ ਕਰ ਰਹੇ ਹੋ ਨਾ, ਉਦਾਂ ਦਾ ਕਈ ਵਾਰ ਉਦਾਂ ਦਾ ਫਰਕ। ਇਸੇ ਦਬਾਅ ਤਹਿਤ ਮੇਰੇ ਖਿਆਲ ਬਹੁਤ ਵਾਰ ਜਿਵੇਂ ਅਮਰਤਾ ਪ੍ਰੀਤਮ ਨੂੰ ਵੀ ਕੁਛ ਚੀਜ਼ਾਂ ਐਸੀਆਂ ਲਿਖਣੀਆਂ ਪਈਆਂ, ਫਿਰ ਜਿਵੇਂ ਪ੍ਰਗਤੀਵਾਦ ਦਾ ਦੌਰ ਸੀ, ਉਹਦੇ 'ਚ ਤੁਸੀਂ ਪ੍ਰਵਾਨਗੀ ਤੇ ਹੋਰ ਸਭ ਚੀਜ਼ਾਂ ਇੱਕ ਦੌਰ ਦੇ ਨਾਲ ਚੱਲਣ ਦੀ ਇਸ ਤਰ੍ਹਾਂ ਹੁੰਦੀ ਹੈ। ਤੁਸੀਂ ਵੀ ਕਦੇ ਇਸ ਤਰ੍ਹਾਂ ਦੇ ਕਿਸੇ ਦਬਾਅ ਥੱਲੇ ਕਵਿਤਾ ਲਿਖੀ ਹੈ ਕਿ ਕੋਈ ਲਹਿਰ ਦਾ, ਕੋਈ ਸਮੇਂ ਦਾ, ਕੋਈ ਕਿਸੇ ਘਟਨਾ ਦਾ ਹੋਵੇ ਤੁਹਾਡੇ ਤੇ ਭਾਰ ਕਾਜ਼ਾ ਹੋਵੇ ਕਿ ਇਹ ਜ਼ਰੂਰੀ ਲਿਖੀ ਜਾਣੀ ਚਾਹੀਦੀ ਹੈ? ਇਸ ਤਰ੍ਹਾਂ ਵੀ ਹੁੰਦਾ ਕਿ ਚੀਜ਼ਾਂ ਆਤਮਸਾਤ ਹੋਣ ਤੋਂ ਬਾਅਦ ਉਹ ਆਉਂਦੀਆਂ ਕਦੇ? ਇਸ ਤਰ੍ਹਾਂ ਦੀ ਕਵਿਤਾ ਮੈਨੂੰ ਕੋਈ ਯਾਦ ਨਹੀਂ ਆ ਰਹੀ ਕਿ ਮੈਂ ਏਦਾਂ ਲਿਖੀ ਹੋਵੇ ਕਿ ਮੈਂ ਏਦਾਂ ਹੋਇਆ ਮੇਰੇ ਖਿਆਲ 'ਚ, ਮੈਂ ਜੇ ਯਾਦ ਕਰਾਂ ਜੀ, ਕਿ ਇੱਕ ਵਾਰ ਮੈਨੂੰ ਇਹਨਾਂ ਜਿਸ ਤਰ੍ਹਾਂ ਆਕਾਸ਼ਵਾਣੀ ਜਦੋਂ ਦਵਿੰਦਰ ਜੌਲ ਸੀ, ਉਹਨਾਂ ਮੈਨੂੰ ਕਿਹਾ ਵੀ ਸਾਨੂੰ ਆਕਾਸ਼ਵਾਣੀ ਲਈ ਗੀਤ ਬਣਾਉਣਾ ਹੈ ਨਾ, ਆਕਾਸ਼ਵਾਣੀ ਦਾ ਗੀਤ ਹੈ ਨਾ, ਤੇ ਉਹ ਮੈਂ ਗੀਤ ਲਿਖਿਆ। ਪਰ ਮੈਂ ਉਹਦੇ ਲਿਖਣ ਨੂੰ ਵੀ ਮੈਂ ਮਾਣਿਆ ਬਹੁਤ, ਉਹਨੂੰ ਜੇ ਪੜ੍ਹੋਗੇ ਕਿ ਮੈਂ ਉਸ ਪ੍ਰੋਸੈਸ ਨੂੰ ਮੈਂ ਬਹੁਤ ਮਾਣਿਆ, ਕਿ ਮੈਂ ਜਿੱਦਾਂ ਹੁਣ ਮੈਨੂੰ ਹੁਣ ਗੀਤ ਨਹੀਂ ਯਾਦ ਨਹੀਂ, ਮੈਂ ਤੁਹਾਨੂੰ ਕਦੇ ਸਟਾਰਟ, ਪਰ ਉਹਨੂੰ ਮੈਂ ਸਮਝ ਲਓ ਇੱਦਾਂ ਇੱਕ ਰੀਝ ਨਾਲ ਲਿਖਿਆ। ਸੋ ਮੈਂ ਇੱਦਾਂ ਕਰਦਾ, ਮੰਨ ਲਓ ਕਿ ਤੁਹਾਨੂੰ ਕਦੀ ਲਿਖਣਾ ਇੱਦਾਂ ਪੈਂਦਾ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਕੱਲ ਉੱਥੇ ਬੋਲਣੀ, ਮੈਂ ਇੱਕ ਕਵਿਤਾ ਲਿਖਾਂ, ਪਰ ਮੈਂ ਸਮਝਦਾ ਕਿ ਜੇ ਤੁਹਾਡੀ ਇਨਵੋਲਵਮੈਂਟ ਹੋ ਜਾਏ
ਜੇ ਤੁਹਾਡੀ ਸ਼ਮੂਲੀਅਤ ਹੋ ਜਾਏ, ਜੇ ਤੁਸੀਂ ਆਪਣੇ ਮਤਲਬ ਜਿਵੇਂ ਕਈ ਵਾਰੀ ਲੇਖ ਵੀ ਲਿਖਦੇ ਆ, ਤੋ ਲੇਖ ਅਸੀਂ ਇਦਾਂ ਲਿਖਦੇ ਆ, ਤੋ ਸ਼ਾਇਦ ਕਦੀ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਕਿ ਜੇ ਮੰਨ ਲਓ ਕੋਈ ਕੁਛ ਬੰਦੇ ਮਹਾਕਾਵ ਲਿਖਦੇ ਆ, ਇਹ ਸੋਚੇ ਕਿ ਮੈਂ ਮਹਾਕਾਵ ਲਿਖਣਾ, ਤੇ ਉਹ ਫਿਰ ਉਹਨਾਂ ਕਿ ਕਈ ਵਾਰੀ ਉਹ ਰਾਹ 'ਚ ਅਟਕ ਜਾਂਦੇ ਹੋਣਗੇ ਇਨਵੋਲਵਮੈਂਟ ਲੈ ਕੇ। ਉਹ ਇੱਕ ਲਿਰਿਕਲ ਪੋਇਟਰੀ ਹੈ, ਇੱਕ ਮਹਾਕਾਵ ਹੈ ਕਿ ਤੁਸੀਂ ਮਹਾਕਾਵ ਇੱਕ ਡਿਜ਼ਾਈਨ ਬਣਾ ਕੇ ਲਿਖਦੇ। ਕਈ ਵਾਰੀ ਵੱਡੀ ਕਵਿਤਾ ਤੁਸੀਂ ਡਿਜ਼ਾਈਨ ਬਣਾ ਕੇ ਲਿਖਦੇ ਹੋ ਕਿ ਮੈਂ ਇੱਕ ਇਸ ਥੀਮ ਤੇ ਵੱਡੀ ਕਵਿਤਾ ਲਿਖਣੀ ਆ, ਤਾਂ ਤੁਸੀਂ ਸ਼ਾਇਦ ਇੱਦਾਂ ਦਾ ਡਿਜ਼ਾਈਨ ਬਣਾ ਕੇ ਲਿਖਦੇ ਹੋਵੋ। ਪਰ ਮੇਰੇ ਅਨੁਭਵ ਯਾਨੀ ਮੇਰੀਆਂ ਜਿੱਦਾਂ ਹੁਣ ਮੇਰੇ ਕੋਲ ਛਪੀਆਂ ਕਵਿਤਾਵਾਂ 'ਚ ਮੈਨੂੰ ਇਹੋ ਜਿਹਾ ਕੋਈ ਮੈਂ ਨਹੀਂ ਦੇਖ ਸਕਦਾ ਕਿ ਜਿਹੜੇ ਮੈਂ ਇੱਦਾਂ ਕਵਿਤਾ ਲਿਖੀ ਹੋਵੇ। ਤੁਸੀਂ ਕਵਿਤਾ ਦੇ ਕਈ ਰੂਪਾਂ 'ਚ ਆਪਣੇ ਆਪ ਨੂੰ ਪੇਸ਼ ਕੀਤਾ, ਢਾਲਿਆ। ਤੁਸੀਂ ਗੀਤ ਵੀ ਲਿਖੇ, ਖੁੱਲੀ ਨਜ਼ਮ ਜਿਹਨੂੰ ਅਸੀਂ ਕਹਿੰਦੇ ਉਹ ਵੀ ਲਿਖੀ, ਗਜ਼ਲ ਵੀ ਤੁਸੀਂ ਬਹੁਤ ਸ਼ਾਨਦਾਰ ਲਿਖੀ। ਕੁਛ ਨਜ਼ਮਾਂ ਤੁਹਾਡੀਆਂ ਬਹੁਤ ਇੱਕ ਸ਼ਾਨਦਾਰ ਛੰਦ ਵਿੱਚ ਨੇ, ਜਿਹੜੀਆਂ ਖਾਸ ਤੌਰ 'ਤੇ ਮੈਂ 84 ਦੇ ਦੌਰ ਵਾਲੀਆਂ ਤੁਹਾਡੀਆਂ, ਸ਼ੂਕ ਰਹੇ ਜੰਗਲ ਨੂੰ ਕੀਕਨ ਚੁੱਪ ਕਰਾਵਾਂ ਮੈਂ, ਜਾਂ ਲੱਗੀ ਨਜ਼ਰ ਪੰਜਾਬ ਨੂੰ, ਜਾਂ ਵਾਰਿਸ ਸ਼ਾਹ ਨੂੰ ਵੰਡਿਆ ਸੀ। ਇਹ ਜਿਹੜਾ ਰੂਪ ਹੈ ਇਹ ਕਿਸ ਤਰ੍ਹਾਂ ਮਤਲਬ ਉਹਦਾ ਬਦਲਦਾ ਕਿ ਇਸ ਚੀਜ਼ ਦਾ ਗੀਤ ਹੋ ਸਕਦਾ, ਇਸ ਚੀਜ਼ ਦੀ ਇਹ ਤੁਸੀਂ ਆਪ ਤੈਅ ਕਰਦੇ ਹੋ, ਜਾਂ ਇੱਕ ਜਿਹੜਾ ਅਨੁਭਵ ਉਹ ਆਪੇ ਹੀ ਕੋਈ ਆਪਣੀ ਸ਼ਕਲ ਲੈ ਕੇ ਆਉਂਦਾ ਤੁਹਾਡੇ ਨਜ਼ਦੀਕ? ਇਹ ਵੀ ਗੁਰਤੇਜ, ਮੈਂ ਯਾਨੀ ਹਕੀਕਤ ਇਹੀ ਹੈ ਕਿ ਜਿਵੇਂ ਕਿਸੇ ਕਵੀ, ਅੰਗਰੇਜ਼ੀ ਕਵੀ ਦਾ ਹੀ ਮੈਨੂੰ ਵਾਕ ਯਾਦ ਆਉਂਦਾ, ਉਹ ਕਹਿੰਦਾ ਕਿ ਕਵਿਤਾ ਦੀ ਇੱਕ ਅੱਧੀ ਸਤਰ ਤਾਂ ਗਾਇਬ 'ਚੋਂ ਹੀ ਆਉਂਦੀ ਹੈ, ਕਿ ਗਾਂ ਸਤਰਾਂ ਤੁਸੀਂ ਭਾਵੇਂ ਉਹਨਾਂ ਨੂੰ ਜੋੜੋ ਜਾਂ ਤੁਸੀਂ ਵੇਟ ਕਰੋ, ਲਿਖੋ, ਲੇਕਿਨ ਇੱਕ ਦੋ ਸਤਰਾਂ ਤੁਹਾਨੂੰ ਗਾਇਬ 'ਚੋਂ ਹੀ ਆਉਂਦੀਆਂ। ਕਿਵੇਂ ਦਾ ਜਿਹੜੀਆਂ ਉਹ ਇੱਕ ਦੋ ਸਤਰਾਂ ਹੁੰਦੀਆਂ, ਉਹ ਤੁਹਾਡਾ ਇੱਕ ਤਰ੍ਹਾਂ ਫਾਰਮ ਡਿਸਾਈਡ ਕਰ ਦਿੰਦਾ, ਬਣ ਜਾਂਦਾ ਇਹ ਕੀ ਬਣ ਰਿਹਾ ਹੈ ਨਾ। ਉਹ ਹੈ ਕਿ ਇਹ ਸਾਡੇ ਅੰਦਰ ਮਾਡਲ ਤਾਂ ਮੈਨੂੰ ਕਹਿੰਦਾ ਜਿਹੜੀ ਤੁਹਾਡੀ ਗ੍ਰਾਮਰ ਇੱਕ ਆ, ਉਹਦਾ ਇੱਕ ਤਾਂ ਉਹ ਤੁਹਾਡੇ ਅੰਦਰ ਤਾਂ ਹੁੰਦੀ ਆ। ਤੁਸੀਂ ਗੀਤ ਬਹੁਤ ਪੜ੍ਹੇ ਹੁੰਦੇ ਆ, ਤੁਸੀਂ ਨਜ਼ਮਾਂ ਵੀ ਪੜ੍ਹੀਆਂ ਹੁੰਦੀਆਂ, ਉਹ ਤੁਹਾਡੇ ਅੰਦਰ ਇੱਕ ਤਰ੍ਹਾਂ ਦੇ ਮਾਡਲ ਬਣੇ ਹੋਏ ਆ, ਔਰ ਉਹ ਸਾਰਾ ਕੁਝ ਰਲ ਕੇ ਹੀ ਬਣਦਾ। ਜਿਵੇਂ ਯਾਨੀ ਇੱਕ ਐਲੀਅਟ ਦੀ ਗੱਲ ਹੈ, ਐਲੀਅਟ ਕਵੀ ਵੀ ਸੀ ਤੇ ਬਹੁਤ ਵੱਡਾ ਕ੍ਰਿਟਿਕ ਵੀ ਸੀਗਾ, ਤੇ ਉਹ ਕਹਿੰਦਾ ਕਿ ਜਿਹੜੀ ਕਵਿਤਾ ਆ ਉਹ ਕਵੀ ਦਾ ਕੌਨਸ਼ੀਅਸ ਮਾਈਂਡ ਤੇ ਸਬ ਕੌਨਸ਼ੀਅਸ ਮਾਈਂਡ ਰਲ ਕੇ ਲਿਖਦੇ ਆ। ਮਤਲਬ ਸਬ ਕੌਨਸ਼ੀਅਸ ਵੀ ਜਿਹੜੀਆਂ ਹੁਣ ਕਈ ਵਾਰੀ ਬਿੰਬ ਆਉਂਦੇ ਆ ਜਿਹੜੇ ਜਾਂ ਚਿੰਨ੍ਹ ਆਉਂਦੇ ਆ ਨਾ, ਉਹ ਤੁਹਾਡੇ ਸਬ ਕੌਨਸ਼ੀਅਸ ਚੋਂ ਆਉਂਦੇ ਆ। ਜਾਂ ਮੈਂ ਕਵਿਤਾ ਸੀ ਮੇਰੀ ਜਿਸ ਤਰ੍ਹਾਂ ਜਿਹੜੀ ਮੈਂ ਲਿਖੀ ਜ਼ੇਬ ਨਿਸਾ ਦੀ, ਝਰਨੇ ਬਾਰੇ ਜ਼ੇਬ ਨਿਸਾ ਦੀ ਕਵਿਤਾ, तो जैसे कि झरने बारे मैं लिखा कि झरने बारे मैं बड़िया कवितावां पढ़िया है ना। किसी कवि ने लिखा कि झरना इदा है जिवें किसी औरत के पिठ ते वाल केस पलमदे होण। एक कवि कहंदा झरना इदा जिवें कोई मेरी भाषा दे विच चीनी दे विच कविता लिख रहा होवे, उपरों थल्ले नूं कविता आ रही है। ते पर मैं कहा जिहड़ी मेरा सीना चीर गई सी वो सी ज़ेब निसा दी कविता। ते ज़ेब निसा कहंदी कि झरना वगदा इदा लगदा जो पत्थरां ते पटक पटक के मत्था रात दिने कोई रोंदा हो। हुण मतलब एक नूं वो इदां क्यों लगा, दूजे नूं इदां क्यों लगा, ज़ेब निसा नूं ऐ क्यों लगा, वो च मैं सबकॉन्शियस का हिस्सा समझदा कि कुछ सबकॉन्शियस च जिवें हुण ज़ेब निसा दा है कि ज़ेब निसा औरंगजेब दी धी सी, शाहजहान दी पोती सी। शाहजहान ने बहुत सारे यानी झरने बनाए सी शालीमार, और शाहजहान नूं ਉਹਦੇ ਪੁੱਤਰ ਨੇ ਕੈਦ ਕੀਤਾ, ਔਰ ਔਰੰਗਜ਼ੇਬ ਨਾਲ ਬਹੁਤ ਕੁਝ ਜੁੜਿਆ ਹੋਇਆ ਇਹੋ ਜਿਹਾ ਜਿਹੜਾ ਆਪਾਂ ਸਾਰੇ ਜਣ ਸਮਝਦੇ ਕਿ ਅਸੀਂ ਉਹ ਸਾਰੀ ਕੁਝ ਜੋ ਮਤਲਬ ਤਖਤ ਦੀ ਖਾਤਰ ਖੂਨ ਖਰਾਬਾ ਹੋ ਜਾਣਦੇ ਆ। ਤੋ ਜ਼ੇਬ ਨਿਸਾ ਦੇ ਮਨ ਤੇ ਮੈਂ ਸਮਝਦਾ ਕਿ ਜ਼ਰੂਰ ਉਹ ਪ੍ਰਭਾਵ ਹੋਣਗੇ ਕਿ ਉਹਨੂੰ ਝਰਨਾ ਕਦੀ ਵੀ ਇੱਦਾਂ ਨਹੀਂ ਲੱਗਾ ਕਿ ਦੂਜੇ ਕਵੀਆਂ ਲੱਗਾ, ਉਹਨੂੰ ਬਿਲਕੁਲ ਵੱਖਰਾ ਲੱਗਾ। ਸੋ ਇੱਥੇ ਮੈਂ ਸਮਝਦਾ ਕਿ ਇੱਥੇ ਸਬਕੌਨਸ਼ੀਅਸ ਕੰਮ ਕਰ ਰਿਹਾ, ਕਿ ਇੱਥੇ ਸਬਕੌਨਸ਼ੀਅਸ ਦੀ ਜਿਹੜੀ ਦਾ ਇੱਕ ਰੋਲ ਅਦਾ ਹੁੰਦਾ ਜਾਂ ਮੈਟਾਫਰ ਆਉਂਦਾ। ਪਰ ਮੈਟਾਫਰ ਦੀ ਪਿੱਛੇ ਇੱਕ ਸਾਈਕੋਲੋਜੀ ਵੀ ਹੁੰਦੀ ਹੈ ਕਿ ਕਿਸੇ ਕਵੀ, ਹੁਣ ਜਿਵੇਂ ਇੱਕ ਹਾਸ਼ਮ ਦੀ ਕਵਿਤਾ ਹੈ ਕਿ ਸੂਰਜ ਆਖ ਨਹੀਂ ਇਹ ਚੜਿਆ, ਇਹ ਤਾਂ ਚਿਖਾ ਬੜੇ ਅਸਮਾਨੇ। ਕਿ ਜਿਸ ਸ਼ਖਸ ਨੇ ਲਿਖਿਆ ਹੋਊਗਾ ਉਹਦਾ ਤੁਸੀਂ ਉਹਦੀ ਮਨ ਸਥਿਤੀ ਕੀ ਹੋਊਗੀ, ਹੈ ਨਾ।
ਸੋ ਇਹਨਾਂ ਦੇ ਇਹ ਸੋਰਸਸ ਜੋ ਤੁਹਾਡੇ ਸਬਕੌਂਸ਼ੀਅਸ ਦੇ ਵਿੱਚ ਜਾਂ ਕਈ ਵਾਰੀ ਤੁਹਾਡੇ ਅਨਕੌਂਸ਼ੀਅਸ ਦੇ ਵਿੱਚ ਹੋ ਸਕਦੇ। ਪਾਤਰ ਸਾਹਿਬ, ਸਾਹਿਤ ਵਿੱਚ ਧੜੇਬੰਦੀਆਂ, ਗੁੱਟਬੰਦੀਆਂ, ਸਾਹਿਤ ਸਭਾਵਾਂ, ਇਸ ਸੰਸਥਾਵਾਂ ਦੇ ਵਿੱਚ ਚੀਜ਼ਾਂ ਚੱਲਦੀਆਂ। ਤੁਸੀਂ ਵੀ ਸਾਹਿਤ ਦੀ ਸਿਆਸਤ ਵਿੱਚ ਹਿੱਸਾ ਲੈਂਦੇ ਹੋ? ਜੇ ਲੈਂਦੇ ਹੋ ਤਾਂ ਤੁਹਾਡੀ ਜਿਹੜੀ ਸਿਆਸਤ ਆ ਉਹਦਾ ਲਬੋ ਲਹਿਜਾ ਕੋਈ ਬਹੁਤ ਜ਼ਾਲਮ ਹੁੰਦਾ, ਕਰੂਰ ਹੁੰਦਾ, ਜਾਂ ਨਰਮ ਰਹਿੰਦਾ? ਮੈਂ ਇਸ ਤਰੀਕੇ ਨਾਲ ਪੁੱਛਣਾ ਚਾਹੁੰਦਾ ਕਿ ਇੱਕ ਵਾਰ ਇਹ ਸਮਾਂ ਆ ਗਿਆ ਸੀ ਕਿ ਤੁਹਾਡੇ ਬਹੁਤ ਕਰੀਬੀ ਦੋਸਤ ਸਤਿੰਦਰ ਸਿੰਘ ਨੂਰ ਤੇ ਤੁਸੀਂ ਆਮਣੇ ਸਾਹਮਣੇ ਹੋ ਗਏ ਸੀ ਇੱਕ ਚੋਣ ਦੇ ਵਿੱਚ। ਉਹ ਕੀ ਮੁੱਦਿਆਂ ਦੀ ਕੋਈ ਲੜਾਈ ਸੀ, ਕੋਈ ਵਿਚਾਰਧਾਰਕ ਤੁਹਾਡੀਆਂ ਪੋਜੀਸ਼ਨਸ ਅਲੱਗ ਸੀ, ਜਾਂ ਕੋਈ ਇਹੋ ਦਾ ਮਸਲਾ ਸੀ? ਕਿਸ ਤਰ੍ਹਾਂ ਵਾਪਰਦਾ ਹੈ? ਨੂਰ ਸਾਹਿਬ ਮੇਰੇ ਬਹੁਤ ਦੋਸਤ ਹੈ। ਆਪਾਂ ਯਾਨੀ ਮੈਂ ਆਪਾਂ ਪਹਿਲਾਂ ਮੈਂਸ਼ਨ ਨਹੀਂ ਕੀਤਾ, ਨੂਰ ਸਾਹਿਬ ਮੇਰੇ ਜੀ ਉਹ ਤੋਂ ਬਾਅਦ ਵੀ ਬਹੁਤ ਪਿਆਰੇ ਦੋਸਤ ਰਹੇ। ਮਤਲਬ ਉਹ ਤੋਂ ਬਾਅਦ ਦੀਆਂ ਵੀ ਸਾਡੀਆਂ ਗੱਲਾਂ, ਮੈਂ ਉਹਨਾਂ ਦੇ ਲੇਖ ਵੀ ਲਿਖਿਆ। ਉਹ ਤੋਂ ਪਹਿਲਾਂ ਵੀ ਨੂਰ ਸਾਹਿਬ ਮੇਰੇ ਦੋਸਤ ਸੀ ਬਹੁਤ। ਤੇ ਉਸ ਵੇਲੇ ਯਾਨੀ ਕੁਛ ਇੱਦਾਂ ਹੋਈ ਸੀ ਗੱਲ, ਜਿਹੜੀ ਮੈਂ ਮੇਰੇ ਨੂਰ ਸਾਹਿਬ ਦੇ ਸਾਹਮਣੇ ਆਉਣ ਦੀ ਗੱਲ ਸੀ ਕਿ ਅਸਲ 'ਚ ਉੱਪਰ ਉਦੋਂ ਚੋਣਾਂ ਸੀਗੀਆਂ ਭਾਰਤੀ ਸਾਹਿਤ ਅਕੈਡਮੀ ਦੀਆਂ। ਭਾਰਤੀ ਸਾਹਿਤ ਅਕੈਡਮੀ 'ਚ ਇੱਕ ਪਾਸੇ ਸੀਗੇ ਗੋਕਲ ਚੰਦ ਨਾਰੰਗ, ਗੋਪੀਚੰਦ ਨਾਰੰਗ ਜੀ। ਦੂਸਰੇ ਪਾਸੇ ਸੀਗੇ ਮਹਾਸ਼ਵੇਤਾ ਦੇਵੀ। ਤੇ ਨੂਰ ਸਾਹਿਬ ਸੀਗੇ ਇੱਧਰ ਗੋਪੀਚੰਦ ਨਾਰੰਗ, ਅਸੀਂ ਸੀਗੇ ਇੱਧਰ ਮਹਾਸ਼ਵੇਤਾ ਦੇਵੀ। ਤੇ ਉੱਥੇ ਫਿਰ ਇਹ ਸੀਗਾ ਕਿ ਜੇ ਫਿਰ ਉੱਥੇ ਇੱਕ ਬਣਦਾ ਹੁੰਦਾ ਕਨਵੀਨਰ ਉਹੀ ਬਣਦਾ ਹੁੰਦਾ ਜਿਹਨਾਂ ਦਾ ਪ੍ਰਧਾਨ ਜਿੱਤ ਜਾਵੇ। ਚਲੋ ਖੈਰ ਉਸ ਚੋਣ ਦੇ ਵਿੱਚ ਮਹਾਸ਼ਵੇਤਾ ਦੇਵੀ ਹਾਰੇ, ਗੋਪੀਚੰਦ ਨਾਰੰਗ ਜਿੱਤ ਗਏ। ਉਸ ਵੇਲੇ ਮੈਂ ਪੰਜਾਬੀ ਸਾਹਿਤ ਅਕੈਡਮੀ ਦਾ ਸੀਗਾ ਪ੍ਰਧਾਨ। ਤੇ ਯਾਨੀ ਉਹ ਇੱਕ ਟਰਮ ਮੈਂ ਰਹਿ ਚੁੱਕਾ ਸੀਗਾ, ਦੂਜੀ ਟਰਮ ਮੇਰੀ ਉਹ ਸ਼ੁਰੂ ਹੋਣੀ ਸੀ। ਤੇ ਫਿਰ ਮੈਨੂੰ ਕਿਸੇ ਨੇ ਪੁੱਛਿਆ ਸੀ ਵੀ ਉਹ ਨੂਰ ਸਾਹਿਬ ਉਹਨਾਂ ਨੇ ਮੇਰੇ ਖਿਲਾਫ ਕਾਗਜ਼ ਭਰ ਦਿੱਤੇ। ਤੇ ਮੈਨੂੰ ਕਹਿੰਦੇ ਤੁਸੀਂ ਨੂਰ ਸਾਹਿਬ ਨਾਲ ਕਿਉਂ ਲੜ ਰਹੇ ਹੋ? ਮੈਂ ਕਿਹਾ ਵੀ ਨੂਰ ਸਾਹਿਬ ਨਾਲ ਨਹੀਂ ਮੈਂ ਲੜ ਰਿਹਾ, ਨੂਰ ਸਾਹਿਬ ਮੇਰੇ ਨਾਲ ਲੜ ਰਹੇ। ਮੈਂ ਤਾਂ ਉਸ ਵੇਲੇ ਪ੍ਰੈਜ਼ੀਡੈਂਟ ਸੀਗਾ। ਤੇ ਜਦ ਕਿ ਪਹਿਲਾਂ ਬਣਾਉਣ ਵੇਲੇ ਏਦਾਂ ਸੀਗਾ ਕਿ ਤੁਸੀਂ ਬਣਨਾ, ਸਾਰੇ ਅਸੀਂ ਇਕੱਠੇ ਸੀਗੇ, ਸਾਰੇ ਦੋਸਤ ਜਿਹਦੇ ਵਿੱਚ ਹੁਣ ਸਾਰੇ ਦੋਸਤ ਆ। ਤੇ ਬਸ ਇਹੋ ਇੱਕ ਹੈ ਕਿ ਨੂਰ ਸਾਹਿਬ ਸਮਝ ਲਓ ਕਿ ਇੱਕ ਹੋਰ ਧਿਰ ਨਾਲ ਰਲ ਕੇ ਇਸ ਤਰ੍ਹਾਂ ਉਦੋਂ ਉਹਨਾਂ ਨੇ ਚੋਣ ਲੜੀ, ਜਿਹਦੇ ਵਿੱਚ ਸਾਡੀਆਂ ਇਕੱਠੇ ਬੈਠ ਕੇ ਗੱਲਾਂ ਵੀ ਹੋਈਆਂ। ਸਾਡਾ ਦੋਸਤ ਸੀਗਾ ਸੁਰਜੀਤ ਓਜ਼ੀਅਰ, ਸੁਰਜੀਤ ਮਾਨ, ਬਹੁਤ ਪਿਆਰਾ ਦੋਸਤ। ਅਸੀਂ ਦੋਨੋਂ ਬੈਠੇ, ਮੈਂ ਕਿਹਾ ਵੀ ਸੁਰਜੀਤ ਜੋ ਫੈਸਲਾ ਕਰ ਦੂਗਾ ਕਿ ਜੇ ਮੈਂ ਗਲਤ ਹਾਂ ਤੇ ਮੈਂ ਵਿਦਡਰਾ ਕਰ ਲਊਂਗਾ ਪੇਪਰ, ਜੇ ਇਹ ਗਲਤ ਨਹੀਂ। ਤੋ ਫਿਰ ਨੂਰ ਸਾਹਿਬ ਉਸ ਮਹਿਫਲ 'ਚ ਅਸੀਂ ਬੈਠੇ ਰਹੇ, ਬਹੁਤ ਗੱਲਾਂ ਹੋਈਆਂ। ਮੈਂ ਆਪਣਾ ਪੱਖ ਦੱਸਿਆ, ਉਹਨਾਂ ਨੇ ਆਪਣਾ ਪੱਖ ਦੱਸਿਆ। ਤੇ ਉਹ ਫਿਰ ਕਹਿੰਦੇ ਮੈਂ ਤੁਹਾਨੂੰ ਫਿਰ ਪੁੱਛੂੰਗਾ। ਤੇ ਯਾਨੀ ਸੁਰਜੀਤ ਨੇ ਵੀ ਇਹੀ ਕਿਹਾ ਸੀਗਾ ਕਿ ਜਿੱਦਾਂ ਉਹਨੇ ਕਿਹਾ ਵੀ ਠੀਕ ਹੈ ਹੁਣ ਤੁਸੀਂ, ਇਹ ਤਾਂ ਪ੍ਰਧਾਨ ਹੈਗਾ ਨਾ ਇੱਥੇ। ਸੋ ਬਸ ਉਹ ਇਸ ਤਰ੍ਹਾਂ ਦਾ ਇੱਕ ਅਸੀਂ ਇਹਦੇ ਨਾਲ ਲੱਗਦੇ ਹੱਥ ਜਿਹੜਾ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਬਣਨ ਦਾ ਮੁਕਾਮ ਤੁਹਾਡੇ ਆਇਆ ਸਾਹਮਣੇ, ਇਹ ਤਜਰਬਾ ਕਿਸ ਤਰ੍ਹਾਂ ਦਾ ਰਿਹਾ? ਕਿੰਨੀਆਂ ਚੀਜ਼ਾਂ ਤੁਸੀਂ ਕਰ ਸਕੇ, ਜਾਂ ਤੁਹਾਡੇ ਵਰਗੇ ਬੰਦੇ ਦੇ ਇਸ ਇੱਕ ਉਹਦੇ ਮੁਖੀ ਹੋਣ ਦੇ ਨਾਤੇ ਕਿਸ ਤਰ੍ਹਾਂ ਦੀਆਂ ਦੁਸ਼ਵਾਰੀਆਂ ਰਹੀਆਂ, ਕਿਸ ਤਰ੍ਹਾਂ ਦੇ ਉਹਦੇ ਵਿੱਚ ਮੌਕੇ ਸੀ? ਇਹਨੂੰ ਥੋੜਾ ਜ਼ਰਾ ਖੋਲ ਕੇ ਦੱਸੋ, ਕਿਉਂਕਿ ਇਹ ਕਿਸੇ ਕਿਤਾਬ 'ਚ ਨਹੀਂ ਆਉਣਾ ਹੁੰਦਾ ਇਹ। ਇਹਦੇ 'ਚ ਮਿਲਦਾ ਕੋਈ ਦੁਸ਼ਵਾਰੀਆਂ ਤਾਂ ਨਹੀਂ ਬਹੁਤੀਆਂ ਆਈਆਂ। ਉਹ ਜੋ ਸਾਡੀ ਆਪਣੀ ਸਮਰੱਥਾ ਦੀ ਕੋਈ ਗੱਲ ਹੋ ਸਕਦੀ, ਮੈਂ ਮਹਿਸੂਸ ਕਰਦਾ ਇੱਦਾਂ ਕਿ ਇਹਦੇ ਵਿੱਚ ਜਿਵੇਂ ਸਾਡੀਆਂ 3 ਅਕੈਡਮੀਆਂ ਨੇ, ਇੱਕ ਆਰਟਸ ਕੌਂਸਲ ਹੈ। ਆਰਟਸ ਕੌਂਸਲ ਨੂੰ ਅਸੀਂ ਕਹਿੰਦੇ ਅੰਬਰੇਲਾ, ਕਿ ਉਹ 3 ਅਕੈਡਮੀਆਂ ਨੇ ਔਰ ਆਰਟਸ ਕੌਂਸਲ ਉਸ ਗੱਲ ਨੂੰ ਡਿਜ਼ਾਈਨ ਕਰਦੀ ਆ, ਫੰਕਸ਼ਨ ਡਿਜ਼ਾਈਨ ਕਰਦੀ ਆ ਔਰ ਸਮਾਗਮ ਕੀਤੇ ਜਾਂਦੇ ਆ।
और एक कल्चरल पॉलिसी बनी, एक लेवल तक बनी। तो आर्ट्स कौंसल ਦਾ ਜਿੱਦਾਂ ਸਮਝ ਲਓ ਕਿ ਰੰਧਾਵਾ ਸਾਹਿਬ ਦਾ ਸੁਪਨਾ ਇਹੀ ਸੀ ਕਿ ਪੰਜਾਬ ਨੂੰ ਮੈਂ ਪੰਜਾਬ ਬਹੁਤ ਆਰਟਿਸਟਿਕ ਧਰਤੀ ਬਣੇ, ਆਰਟਿਸਟਾਂ ਦੀ ਨੂੰ ਆਪਾਂ ਸਰਪ੍ਰਸਤੀ ਦੇਈਏ, ਸਾਡੇ ਲੋਕ ਆਰਟ ਦੇਖਣ ਵੀ ਪੜ੍ਹਨ ਵੀ। ਔਰ ਇਹਦੇ ਵਿੱਚ ਫਿਰ ਵੀ ਇੱਕ ਲੈਵਲ ਤੇ ਸੀਗਾ ਕਿ ਅਸੀਂ ਪਿੰਡਾਂ ਤੱਕ ਇਸ ਚੀਜ਼ ਨੂੰ ਲੈ ਕੇ ਜਾਈਏ। ਸੋ ਕੁਛ ਕੰਮ ਅਸੀਂ ਇੱਦਾਂ ਦੇ ਕੀਤੇ, ਜਿਵੇਂ ਸਾਡਾ ਪਹਿਲਾ ਹੀ ਸਮਾਗਮ ਅਸੀਂ ਧਨੀ ਰਾਮ ਚਾਤਰਕ ਹੋਰਾਂ ਦੇ ਪਿੰਡ, ਜਿੱਥੇ ਉਹ ਆ ਕੇ ਰਹੇ, ਪਹਿਲਾਂ ਜਨਮ ਦਿਨ ਉਹਦਾ ਰਹਿੰਦੇ ਪੰਜਾਬ 'ਚ, ਹੁਣ ਉਹ ਧਰਤੀ, ਲੇਕਿਨ ਲੋਕੀ ਕਿ ਉਹ ਬਹੁਤ ਚਿਰ ਰਹੇ ਉੱਥੇ, ਉਹਦਾ ਸ਼ੁਰੂ ਕੀਤਾ। ਫਿਰ ਅਸੀਂ ਪ੍ਰੀਤ ਨਗਰ ਤੋਂ ਸ਼ੁਰੂ ਕੀਤਾ, ਫਿਰ ਅਸੀਂ ਸਾਹਿਬ ਦੇ ਪਿੰਡ ਵੀ ਗਏ, ਫਿਰ ਅਸੀਂ ਹਰਭਜਨ ਸਿੰਘ ਹੁੰਦਲ ਦੇ ਪਿੰਡ ਵੀ ਗਏ। ਸੋ ਕੁਛ ਚੀਜ਼ਾਂ ਇਸ ਪੱਧਰ ਦੀਆਂ ਅਸੀਂ ਕੀਤੀਆਂ। ਜਾਂ ਅਸੀਂ ਸਮਝ ਲਓ ਕਿ ਕੁਛ ਇਹੋ ਜਿਹੇ ਵੱਡੇ ਉਤਸਵ ਕੀਤੇ ਕਿ ਇੱਕ ਮਲੇਰਕੋਟਲਾ ਦਿਵਸ ਮਨਾਇਆ ਅਸੀਂ ਚੰਡੀਗੜ੍ਹ ਦੇ ਵਿੱਚ, ਯਾਨੀ ਪੂਰਾ ਦਿਨ ਮਲੇਰਕੋਟਲੇ ਨੂੰ ਡੈਡੀਕੇਟ ਕੀਤਾ ਗਿਆ। ਇੱਕ ਪੂਰਾ ਰਬਾਬ ਉਤਸਵ ਰੱਖਿਆ, ਰਬਾਬ ਦਾ। ਸੋ ਔਰ ਸਾਡੇ ਮਨ 'ਚ ਇੱਕ ਬਹੁਤ ਵੱਡੀ ਗੱਲ ਇਹ ਸੀ ਵੀ ਅਸੀਂ ਬੱਚਿਆਂ ਨੂੰ, ਖਾਸ ਕਰਕੇ ਵਿਦਿਆਰਥੀਆਂ ਨੂੰ, ਅਸੀਂ ਇਹੋ ਜਿਹੀਆਂ ਚੀਜ਼ਾਂ ਗਾਉਣ ਲਈ ਪ੍ਰੇਰਿਤ ਕਰੀਏ ਜਿਹੜੀਆਂ ਕਿ ਹੋਣੀਆਂ ਚਾਹੀਦੀਆਂ। ਸੋ ਉਹਦੇ ਲਈ ਸਾਡੇ ਮਨ 'ਚ ਸੀਗਾ ਕਿ ਜਿਹੜਾ ਅਜੇ ਵੀ ਸਮਝ ਲਓ ਕਿਸੇ ਲੈਵਲ ਸੀਗਾ ਕਿ ਅਸੀਂ ਬਹੁਤ ਵੱਡਾ ਇੱਕ ਜਿਹੜਾ ਫੈਸਟੀਵਲ ਸ਼ੁਰੂ ਹੋਵੇ, ਉਹ ਜ਼ਿਲ੍ਹੇ ਪੱਧਰ ਤੋਂ ਹੋਵੇ, ਫਿਰ ਅੱਗੇ ਜਾਵੇ ਤੇ ਅਖੀਰ ਤੇ ਅਸੀਂ ਇੱਕ 2-3 ਐਲਬਮਾਂ ਤਿਆਰ ਕਰੀਏ ਉਹਨਾਂ ਬੱਚਿਆਂ ਦੀ ਆਵਾਜ਼ ਵਿੱਚ, ਜਿਹੜਾ ਜਾਨੀ ਅਜੇ ਹੋਇਆ ਨਹੀਂ। ਫਿਰ ਇੱਕ ਇਹ ਵੀ ਸੀ ਕਿ ਇੱਕ ਪੂਰੀ ਕਿਤਾਬ ਛਪੇ ਜਿਹਦਾ ਨਾਮ ਹੋਵੇ ਤੇਰੇ ਗਾਵਣ ਵਾਸਤੇ, ਕਿ ਅਸੀਂ ਜਿਹੜੀ ਗਾਈ ਜਾਣ ਵਾਲੀ ਪੋਇਟਰੀ ਆ, ਪੁਰਾਣੀ ਤੋਂ ਲੈ ਕੇ ਹੁਣ ਤੱਕ, ਨਵੇਂ ਕਵੀਆਂ ਦੀ ਹੁਣ ਤੱਕ ਦੀ, ਇੱਕ ਸਮਝ ਲਓ ਪੋਥੀ ਹੋਵੇ ਜਿਹੜੀ ਕਿ ਇਸ ਪੋਥੀ ਚੋਂ ਗਾਓ ਨਾ, ਜਿਹੜੀਆਂ ਅਸੀਂ ਮੁਕੰਮਲ ਨਹੀਂ ਕਰ ਸਕੇ, ਜਿਹੜੇ ਮਨ 'ਚ ਅਜੇ ਡ੍ਰੀਮ ਹੀ ਕਿਸੇ ਲੈਵਲ ਤੇ ਹੈਗੇ ਨੇ। ਤੋ ਬਾਕੀ ਹੁੰਦਾ ਕਿ ਤੁਹਾਡਾ ਸਮਾਂ ਬਹੁਤ ਲੈਂਦੇ ਨੇ ਪ੍ਰਬੰਧ ਜੀ। ਸੋ ਕਿਸੇ ਪੱਧਰ ਤੁਹਾਡੇ ਮਨ 'ਚ ਇਹ ਵੀ ਖਿਆਲ ਬਹੁਤ ਵਾਰੀ ਆਉਂਦਾ ਕਿ ਸ਼ਾਇਦ ਇਹ ਕੰਮ ਮੇਰੇ ਯਾਨੀ ਕੋਈ ਹੋਰ ਵੀ ਕਰ ਸਕਦਾ, ਮੇਰੇ ਤੋਂ ਬਿਹਤਰ ਵੀ ਕਰ ਸਕਦਾ। ਸੋ ਇਸ ਤਰ੍ਹਾਂ ਦੇ ਅਹਿਸਾਸ ਇਸ ਦੌਰਾਨ ਮੈਂ ਹੰਡਾਏ। ਅੱਛਾ, ਇੱਕ ਸਵਾਲ ਪਾਤਰ ਸਾਹਿਬ, ਜਦੋਂ ਦਾ ਤੁਹਾਡੇ ਪ੍ਰੋਗਰਾਮ ਅਨਾਉਂਸ ਹੋਇਆ ਸੀ ਕਿ ਤੁਸੀਂ ਲਾਈਵ ਇਸ ਪੇਜ ਉੱਤੇ ਆ ਰਹੇ ਹੋ, ਬਹੁਤ ਸਾਰੇ ਜਿਹੜੇ ਇਸ ਪੇਜ ਨੂੰ ਦੇਖਣ ਵਾਲੇ ਉਹਨਾਂ ਦਾ ਇੱਕ ਕਮੈਂਟਸ ਵਿੱਚ ਜਾਂ ਪ੍ਰਬੰਧਕਾਂ ਨੂੰ ਸਵਾਲ ਆ ਰਿਹਾ ਸੀ, ਇਤਰਾਜ਼ ਹੋ ਗਿਆ। ਸਵਾਲ ਹੈ ਕਿ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਦੀ ਭੂਮਿਕਾ ਲਿਖੀ, ਔਰ ਇਸ ਸਵਾਲ ਦੇ ਬਹੁਤ ਇੱਕ ਉੱਠ ਪੈਣ ਦਾ ਕਾਰਨ ਇਹ ਹੋਇਆ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਉੱਤੇ ਕਿਸ ਤਰ੍ਹਾਂ ਦੀ ਕਿਸੇ ਕਿਤਾਬ ਜਾਂ ਉਹਦੀ ਕਮੈਂਟ ਨੂੰ ਲੈ ਕੇ ਚਰਚਾ ਹੋਈ। ਤੁਸੀਂ ਇੰਨੇ ਸਾਰੇ ਲੋਕਾਂ ਲਈ ਆਸ਼ੀਰਵਾਦੀ, ਤਾਰੀਫੀ ਕਮੈਂਟ ਲਿਖ ਦਿੰਦੇ ਹੋ, ਉਹਦਾ ਕਾਰਨ ਕੀ ਹੈ? ਕਿ ਤੁਸੀਂ ਬਹੁਤ ਈਜ਼ੀਲੀ ਐਕਸੈਸੀਬਲ ਹੋ, ਤੁਹਾਡੇ ਸੁਭਾਅ ਦੀ ਹਲੀਮੀ, ਤੁਹਾਡਾ ਨਿਮਰ ਹੋਣਾ ਕਿ ਹਰ ਬੰਦਾ ਤੁਹਾਡੇ ਤੱਕ ਪਹੁੰਚ ਸਕਦਾ ਹੈ, ਤੁਸੀਂ ਕਿਸੇ ਬੰਦੇ ਨੂੰ ਨਿਰਾਸ਼ ਨਹੀਂ ਕਰ ਸਕਦੇ, ਜਾਂ ਇਸ ਤਰ੍ਹਾਂ ਕੋਈ ਤੁਹਾਡੇ ਆਪਣਾ ਇੱਕ ਤੁਹਾਡੀ ਕੋਈ ਨੀਤੀ ਹੈ ਕਿ ਇਸ ਤਰ੍ਹਾਂ ਦੀਆਂ ਭੂਮਿਕਾਵਾਂ ਜਾਂ ਤਾਰੀਫੀ ਚੀਜ਼ਾਂ ਨਵੇਂ ਕਵੀਆਂ ਲਈ ਲਿਖੀਆਂ ਜਾਣੀਆਂ ਚਾਹੀਦੀਆਂ? ਇਸ ਤਰ੍ਹਾਂ ਹੈ ਕਿ ਜਿਹੜੀ ਮੈਂ ਪਹਿਲੀ ਭੂਮਿਕਾ ਲਿਖੀ ਸੀ ਜ਼ਿੰਦਗੀ 'ਚ, ਉਦੋਂ ਮੈਨੂੰ ਮੈਂ ਪਹਿਲੀ ਜਿਹੜੀ ਭੂਮਿਕਾ ਲਿਖੀ ਉਹ ਸੀਗੀ ਸ਼ਹਿਰਯਾਰ ਦੀ ਕਿਤਾਬ ਸੀ, ਸਿਧਾਰਥ ਦੀ ਵਾਪਸੀ। ਤੇ ਮੈਨੂੰ ਉਦੋਂ ਭੂਮਿਕਾ ਮੈਨੂੰ ਭੂਮਿਕਾ ਲਿਖਣਾ ਬਹੁਤ, ਉਦੋਂ ਜਿੱਦਾਂ ਮੇਰੇ ਮਨ 'ਚ ਇੱਕ ਚਾਹ ਨਹੀਂ ਹੁੰਦਾ ਮੈਂ ਭੂਮਿਕਾ ਲਿਖਾਂ। ਸੋ ਮੈਂ ਉਹ ਬਹੁਤ ਰੀਝ ਨਾਲ ਭੂਮਿਕਾ ਲਿਖੀ, ਕਿਤਾਬ ਵੀ ਉਹ ਬਹੁਤ ਅੱਛੀ ਸੀਗੀ, ਬਹੁਤ ਰੀਝ ਨਾਲ ਭੂਮਿਕਾ ਮੈਂ ਲਿਖੀ ਉਹ। ਤੇ ਇੰਨੀ ਪਿਆਰ ਨਾਲ ਭੂਮਿਕਾ ਲਿਖੀ ਹੋਈ ਸੀ ਕਿ ਮੈਨੂੰ ਨਵਤੇਜ ਹੋਣਾ ਦਾ ਮੈਨੂੰ ਮੈਸੇਜ ਮਿਲਿਆ ਕਿ ਤੂੰ ਬਹੁਤ ਸੋਹਣੀ ਭੂਮਿਕਾ ਲਿਖੀ ਆ ਸਿਧਾਰਥ ਦੀ ਵਾਪਸੀ ਦੀ। ਨਵਤੇਜ ਭਾਰਤੀ ਕਿ ਨਵਤੇਜ ਪ੍ਰੀਤਲੜੀ? ਨਵਤੇਜ ਸਿੰਘ ਪ੍ਰੀਤਲੜੀ ਵਾਲੀ, ਬਹੁਤ ਪੁਰਾਣੀ ਗੱਲ ਹੈ ਜੀ, ਬਹੁਤ ਪੁਰਾਣੀ ਗੱਲ। ਨਵਤੇਜ ਸਿੰਘ ਪ੍ਰੀਤਲੜੀ। ਤੇ
ਦੂਜੀ ਭੂਮਿਕਾ ਮੈਂ ਮੇਰੇ ਇੱਕ ਦੋਸਤ ਸੀ ਗੁਰਸ਼ਰਨ ਰੰਧਾਵਾ, ਜਿਹੜੇ PAU ਵਿੱਚ ਮੇਰੇ ਵਿਦਿਆਰਥੀ ਸੀ, ਤੇ ਉਹਨਾਂ ਦਾ ਮੈਂ ਇੱਕ ਸਫਾ ਭੂਮਿਕਾ ਦਾ ਲਿਖਿਆ ਸੀਗਾ। ਤੇ ਫਿਰ ਕੁਛ ਇਦਾਂ ਦਾ ਹੁੰਦਾ ਰਿਹਾ ਕਿ ਮੈਂ ਕੁਝ ਦੋਸਤਾਂ ਨੂੰ ਮੈਂ ਜਾਨੀ ਮੈਨੂੰ ਉਹਨਾਂ ਨੇ ਕਿਹਾ, ਮੈਂ ਕਿ ਚਲੋ ਮੈਂ ਲਿਖ ਦੂੰਗਾ, ਬੇਸ਼ੱਕ ਮੈਂ ਬਹੁਤ ਲੇਟ ਵੀ ਕਰਦਾ ਰਿਹਾ, ਕਈ ਵਾਰੀ ਬਹੁਤ ਸਮਾਂ ਹੋ ਜਾਣਾ ਕਿ ਮੈਂ ਲਿਖਦਿਆਂ ਵੀ ਬਹੁਤ ਸਮੇਂ ਹੋ ਜਾਣੇ, ਜਾਂ ਹੁਣ ਮੈਂ ਕੁਛ ਕਿਤਾਬਾਂ ਦੀ ਭੂਮਿਕਾ ਲਿਖਣੀ ਮੈਂ ਸਮਝ ਲਓ ਕਿ ਇੱਕ ਕ੍ਰੀਏਟਿਵ ਕੰਮ ਵਾਂਗ ਉਹਨੂੰ ਮੈਂ ਮਾਣਿਆ ਵੀ ਆ। ਜਿਵੇਂ ਕਿਤਾਬ ਸੀ ਜਿਹੜੀ ਨੀਰੂ ਅਸੀਮ ਦੀ ਕਿਤਾਬ ਸੀਗੀ, ਸ਼ੇਖਰ ਅਜ਼ੀਮ ਦੀ ਕਿਤਾਬ, ਹਾਂ ਮੈਨੂੰ ਅੱਛੀ ਲੱਗੀ ਕਿ ਮੈਂ ਉਹਨੂੰ ਲਿਖਣ ਵੇਲੇ ਮੈਨੂੰ ਲੱਗਾ ਕਿ ਵੀ ਇਹੋ ਜਿਵੇਂ ਮੇਰੀ ਇਸ ਕਵਿਤਾ 'ਚ ਇਨਵੋਲਵਮੈਂਟ ਹੋ ਰਹੀ ਹੈ ਤੇ ਮੈਂ 'ਚ ਇਨਵੋਲਵ ਹਾਂ, ਔਰ ਮੈਂ ਇਹਨੂੰ ਆਪਣਾ ਇੱਕ ਹੁੰਗਾਰਾ, ਔਰ ਇਸ ਦੌਰਾਨ ਮੈਂ ਆਪਣੀਆਂ ਗੱਲਾਂ ਵੀ ਕਹਿਣ ਦੇ ਕਾਬਿਲ ਹੋ ਰਿਹਾ। ਕਈ ਵਾਰ ਭੂਮਿਕਾ ਲਿਖਣ ਵੇਲੇ ਤੁਸੀਂ ਕਵਿਤਾ ਬਾਰੇ ਆਪਣੇ ਸੰਕਲਪ ਦੇਣ ਦੇ ਵੀ ਕਾਬਿਲ ਹੋ ਜਾਂਦੇ ਹੋ। ਮੈਂ ਬਹੁਤ ਜੈਨੂਨ ਤਰੀਕੇ ਨਾਲ ਲੈਣਾ ਵੀ ਉਦੋਂ ਮੇਰੀ ਇਹ ਨਹੀਂ ਹੁੰਦੀ ਕੋਈ ਇੱਦਾਂ। ਫਿਰ ਇੱਕ ਵਕਤ ਇੱਦਾਂ ਆਇਆ, ਮੈਂ ਕਿਹਾ ਵੀ ਮੈਂ ਭੂਮਿਕਾ ਨਹੀਂ ਲਿਖ ਸਕਦਾ, ਕਿ ਚਲੋ ਮੈਂ ਤੈਨੂੰ 4-5 ਸਤਰਾਂ ਲਿਖ ਦੂੰਗਾ, ਕੋਈ ਟਿੱਪਣੀ, ਛੋਟੀ ਟਿੱਪਣੀ ਲਿਖ। ਔਰ ਮੈਂ ਇੱਦਾਂ ਨਹੀਂ ਕਦੀ ਕੀਤਾ ਕਿ ਕੋਈ ਬਹੁਤ ਮਾੜੀ ਕਵਿਤਾ ਹੋਵੇ ਤੇ ਮੈਂ ਉਹਨੂੰ ਕਹਾਂ ਬਹੁਤ ਚੰਗੀ ਕਵਿਤਾ। ਮੈਂ ਕਈ ਵਾਰੀ ਹਾਸੇ ਦੀ ਗੱਲ ਕਰਦਾ ਹੁੰਦਾ ਕਿ ਮੈਂ ਬਹੁਤ ਦੂਰੋਂ ਸ਼ੁਰੂ ਕਰਦਾ। ਜਿੱਦਾਂ ਮੈਨੂੰ ਉਹ ਹਾਸੇ ਦੀ ਗੱਲ ਹੈ ਕਿ ਮੈਨੂੰ ਜਦੋਂ ਮੈਂ MA ਸੀਗਾ ਤੇ ਇੱਕ ਸਵਾਲ ਮੈਨੂੰ ਆਵੇ ਨਾ ਭਾਸ਼ਾ ਵਿਗਿਆਨ ਦਾ, ਤੇ ਉਹ ਸੀਗਾ ਕੋਈ ਸਿਮਿਓਲੋਜੀ ਵਾਲੇ ਅਰਥ ਬਾਰੇ, ਹੈ ਨਾ। ਤੇ ਮੈਂ ਉਹਨੂੰ ਬਹੁਤ ਦੂਰੋਂ ਸ਼ੁਰੂ ਕੀਤਾ। ਮੈਂ ਉਹਨਾਂ ਦਾ ਸ਼ੇਅਰ ਲੈ ਲਿਆ ਹਮਦਰਦ ਸਾਹਿਬ ਦਾ ਕਿ ਇਸ਼ਕ ਵਿੱਚ ਲਫ਼ਜ਼ਾਂ ਦੇ ਉਲਟੇ ਅਰਥ ਨੇ, ਦਿਲ ਜਦੋਂ ਆਇਆ ਤਾਂ ਸਮਝੋ ਦਿਲ ਗਿਆ। ਕਿ ਮੈਂ ਕਿਹਾ ਇੱਥੇ ਅਰਥ ਮੈਂ ਬਹੁਤ ਦੂਰੋਂ, ਪਰ ਉਹਦੇ ਉਸ ਪੇਪਰ ਮੇਰੇ ਨੰਬਰ ਬੜੇ ਆਏ। ਮੈਨੂੰ ਪਤਾ ਸੀ ਕਿ ਮੈਂ ਉਹਦੇ ਬਹੁਤ ਜਾਨੀ ਸ਼ੁਰੂ ਕਰਕੇ ਸੋ ਮੈਂ ਬੜਾ ਵਧੀਆ ਹੈ ਬਹੁਤ। ਸੋ ਤੁਸੀਂ ਇਹ ਪੜ੍ਹੋਗੇ ਮੇਰੀਆਂ ਜਾਨੀ ਟਿੱਪਣੀਆਂ ਵਿੱਚ ਵੀ ਪਈ, ਜਿਹੜੀ ਮੈਂ ਕਈ ਜਗ੍ਹਾ ਮੈਂ ਕਿਹਾ ਵੀ ਕਵਿਤਾ ਇਹ ਹੁੰਦੀ ਆ ਪ੍ਰਦੇਸ਼ ਰਹਿ ਕੇ ਕਵਿਤਾ ਲਿਖਣੀ ਬੜਾ ਇੱਕ ਸੂਰਮ ਗਤੀ ਆ। ਮੈਂ ਇਹਨੂੰ ਪਿਆਰ ਨਾਲ ਇਹਨੂੰ ਮਾਣ ਦਿੰਦਾ, ਹੈ ਨਾ। ਜਾਨੀ ਉਸ ਕਵਿਤਾ 'ਚ ਮੈਂ ਕਦੀ ਇੱਦਾਂ ਦੀ ਨਹੀਂ ਕਿ ਮੈਂ ਉਸ ਕਵਿਤਾ ਨੂੰ ਬਹੁਤ ਵੱਡੀ ਕਵਿਤਾ ਬਣਾਇਆ ਹੋਵੇ, ਇੱਦਾਂ ਨਹੀਂ ਮੈਂ ਕਦੀ ਕੀਤਾ। ਜਿਹੜੀ ਹੁਣ ਲੇਟੈਸਟ ਗੱਲ ਨੇ, ਹਾਂ ਚਲੋ ਮੇਰੇ ਤੱਕ ਵੀ ਪਹੁੰਚੀ ਉਹ ਗੱਲ ਪਈ, ਉਹ ਜਿਹੜੀ ਮੁੰਡੇ ਦੀ ਉੱਪਰਲਾ ਬਟਨ ਹੈ, ਸੋ ਉਹ ਕਿਤਾਬ ਮੈਨੂੰ ਵਾਕਿਆ ਹੀ ਚੰਗੀਆਂ ਲੱਗੀਆਂ ਸੀ। ਮਤਲਬ ਤੁਸੀਂ ਵੀ ਮੈਂ ਜਾਨੀ ਹੁਣ ਵੀ ਪੜ੍ਹਦਾ ਹਾਂ ਬੇਸ਼ੱਕ ਕਵਿਤਾ, ਕਿ ਉਹ ਇੱਕ ਜਿੱਦਾਂ ਵੱਖਰੀ ਕਵਿਤਾ, ਜਿੱਦਾਂ ਹੁਣ ਕੋਈ ਜਿੱਦਾਂ ਕਈ ਹਾਈਕੂ ਹੁੰਦੇ ਆ, ਹੈ ਨਾ, ਕਿ ਜਿੱਦਾਂ ਇੱਕ ਮੈਂ ਹਾਈਕੂ ਪੜ੍ਹਦਾ ਸੀਗਾ ਕਿ ਇੱਕ ਪਿਤਾ ਨੇ ਜਾਨੀ ਕੀੜੀ ਨੂੰ ਮਾਰਿਆ, ਉਹਦੇ 3 ਪੁੱਤਰ ਉਹਨੂੰ ਦੇਖ ਰਹੇ ਸਨ। ਹੁਣ ਮਤਲਬ ਇੱਕ ਕਵਿਤਾ ਪਤਾ ਨਹੀਂ ਕਿਸੇ ਨੂੰ ਕਿਵੇਂ ਲੱਗੇ, ਪਰ ਇਹ ਹੁੰਦਾ ਕਿ ਜਿਵੇਂ ਜਦੋਂ ਉਸ ਕਵਿਤਾ ਦਾ ਲਿਖਿਆ ਤਾਂ ਮੇਰੇ ਮਨ 'ਚ ਮੈਂ ਵਾਕਈ ਉਹਨੂੰ ਕਈ ਉਹਦੀਆਂ ਕਵਿਤਾਵਾਂ ਇੱਦਾਂ ਲੱਗੀਆਂ ਵੀ ਜਿਵੇਂ ਮੈਂ ਪਹਿਲੀ ਵਾਰੀ ਇਹ ਚੀਜ਼ਾਂ ਦੇਖ ਰਿਹਾ। ਸੋ ਮੈਨੂੰ ਉਹ 'ਚ ਇੱਕ ਤਾਜ਼ਗੀ, ਇੱਕ ਸੱਜਰਾਪਨ ਲੱਗਾ ਸੀ, ਔਰ ਮੈਂ ਉਹਦੇ ਨਾਲ ਸਮਝ ਲਓ ਕਿ ਉਹਦੇ 'ਚ ਕੋਈ ਮੈਂ ਨਹੀਂ ਕਿ ਬਿਨਾਂ ਪੜ੍ਹੇ ਵੀ ਨਹੀਂ ਲਿਖੀ ਸੀ, ਤੇ ਪੜ੍ਹ ਕੇ ਲਿਖੀ ਸੀ, ਉਹ ਚੀਜ਼ ਚੰਗੀ ਲੱਗੀ। ਸੋ ਜਿੱਦਾਂ ਉਹਦੇ ਬਾਰੇ ਮੈਨੂੰ ਕਿਸੇ ਬੱਚੀ ਨੇ ਭੇਜਿਆ ਜੀ ਤੁਹਾਡੇ ਬਾਰੇ ਇੱਦਾਂ ਲਿਖਿਆ ਤੁਸੀਂ ਪੜ੍ਹੀ ਆ। ਮੈਂ ਕਿਹਾ ਵੀ ਚਲੋ ਉਹ ਤਾਂ ਬੱਚਿਆਂ ਦੀ ਮਰਜ਼ੀ ਹੈ, ਜਿਸ ਤਰ੍ਹਾਂ ਉਹ ਮਹਿਸੂਸ ਕਰਦੇ ਹੋ ਕਰ ਸਕਦੇ ਆ ਨਾ। ਪਰ ਮੈਂ ਸਮਝਦਾ ਕਿ ਇਹ ਵੀ ਇੱਕ ਕਵਿਤਾ ਸਿਰਫ ਉਹੀ ਨੂੰ ਜੋ ਜਿਸ ਤਰ੍ਹਾਂ ਦੀ ਕਵਿਤਾ ਅਸੀਂ ਪਸੰਦ ਕਰੀਏ, ਸਿਰਫ ਉਹੀ ਨਹੀਂ ਹੁੰਦੀ। ਕਵਿਤਾ ਬਹੁਤ ਤਰ੍ਹਾਂ ਦੀ ਹੋ ਸਕਦੀ ਹੈ, ਜਿੱਦਾਂ ਹੁਣ ਪਾਬਲੋ ਨੇਰੂਦਾ, ਉਹਦੀ ਕੁਛ ਕਵਿਤਾ ਤਾਂ ਲੋਕਾਂ ਦੇ ਹੋਠਾਂ ਤੇ ਆ, ਜ਼ੁਬਾਨੀ ਲੋਕ ਗਾਉਂਦੇ ਫਿਰਦੇ ਆ। ਕੁਛ ਕਵਿਤਾਵਾਂ ਕਿਸੇ ਨੂੰ ਕੁਝ ਨਹੀਂ ਪਤਾ ਵੀ ਇਹ ਕੀ ਕਹਿ ਰਹੇ ਆ। ਉਹ ਮਤਲਬ ਕਵਿਤਾ ਪ੍ਰਤੀ ਇੱਕ ਸਾਡੀ ਜ਼ਰੂਰ ਹਲੀਮੀ ਜ਼ਰੂਰ ਚਾਹੀਦੀ, ਕਵਿਤਾ ਦੇ ਹਜ਼ੂਰ ਹੋਣ ਦੀ। ਤੁਹਾਨੂੰ ਕਵਿਤਾ ਨੂੰ ਡਿਸਲਾਈਕ ਕਰਨ ਦਾ ਅਧਿਕਾਰ ਹੈ, ਪਰ ਕਵਿਤਾ ਦਾ ਮੇਰੇ ਖਿਆਲ 'ਚ ਨਿਰਾਦਰ ਕਰਨ ਦਾ ਅਧਿਕਾਰ ਨਹੀਂ। ਹਾਂ, ਜਦ ਕਿ ਲਿਖਣ ਵਾਲੇ ਨੇ, ਯਾਨੀ ਲਿਖਣ ਵਾਲਾ ਵੀ ਇੱਕ ਸੁਹਿਰਦ ਹੈ। ਯਾਨੀ ਤੁਸੀਂ ਆਪਣੀ ਉਹਦੀ ਸੁਰਤਾ ਵੀ ਤੇ ਉਹਦੇ ਬਾਰੇ ਲਿਖਣ ਵਾਲੀ ਸੁਰਤਾ ਨੂੰ ਵੀ ਤੁਸੀਂ ਇਸ ਤਰ੍ਹਾਂ ਡਾਊਟ ਕਰਦੇ ਹੋ ਕਿ ਜਿਸ ਤਰ੍ਹਾਂ ਉਹ ਸਮਝ ਲਓ ਕਿ ਕੋਈ ਬਹੁਤ ਵੱਡਾ ਗੁਨਾਹ ਕਰ ਰਹੇ ਹੋਣ, ਨਾ। ਜਦ ਕਿ ਮੈਂ ਸਮਝਦਾ ਕਿ ਉਹ ਉਸ ਕਵਿਤਾ ਨੂੰ ਜੇ ਅਸੀਂ ਪੜ੍ਹਾਂਗੇ ਤਾਂ ਸਾਨੂੰ ਉਸ ਕਵਿਤਾ 'ਚੋਂ ਜ਼ਰੂਰ ਕਵਿਤਾ ਮਿਲੂਗੀ, ਇੱਕ ਉਹ 'ਚ ਸੱਜਰਾਪਨ, ਇੱਕ ਤਾਜ਼ੀ, ਇੱਕ ਨਵੇਂ ਤਰ੍ਹਾਂ ਦੀ
ਕਵਿਤਾ। ਤੁਹਾਨੂੰ ਆਪਣੀ ਕਿਹੜੀ ਕਿਤਾਬ ਸਭ ਤੋਂ ਵਧੀਆ ਲੱਗਦੀ? ਕਿਉਂਕਿ ਸਾਡੀਆਂ ਤਾਂ ਚੋਇਸਿਸ ਉਹਦੇ ਬਾਰੇ ਹੋ ਸਕਦੀਆਂ ਕਿ ਇੱਕ ਦੌਰ ਵਿੱਚ ਜਾਂ ਸਾਨੂੰ ਵਾਸਤੇ, ਕਿਉਂਕਿ ਤੁਹਾਡੀ ਇੱਕ ਲੰਮੀ ਹੁਣ 50 ਸਾਲ ਦੀ ਇੱਕ ਜਿਹੜੀ ਕਾਵਿ ਯਾਤਰਾ ਹੈ ਜਿਹਦੇ ਵਿੱਚ ਅਨੇਕਾਂ ਕਿਤਾਬਾਂ ਆਈਆਂ, ਕਿਹੜੀ ਕਿਤਾਬ ਤੁਹਾਨੂੰ ਆਪ ਨੂੰ ਜ਼ਿਆਦਾ ਪਸੰਦ ਹੈ? ਦੇਖੋ ਮੈਂ ਜਿੱਦਾਂ ਹੁਣ ਮੇਰਾ ਖਿਆਲ ਆ ਕਿ ਮੈਨੂੰ ਯਾਦ ਆ ਕਿ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਨੂੰ ਕਿਸੇ ਨੇ ਕਿਹਾ ਜੀ ਉਹ ਸਾਵੇ ਪੱਤਰ ਵਾਲੀ ਕਵਿਤਾ ਸੁਣਾਓ। ਮੈਂ ਉੱਥੇ ਹਾਜ਼ਰ ਸੀਗਾ ਤੇ ਉਹ ਕਹਿੰਦੇ ਯਾਰ ਮੈਂ ਉਹ ਤੋਂ ਅੱਗੇ ਵੀ ਗਿਆ ਵੀ ਹੋਰ ਵੀ ਸੁਣੋ। ਔਰ ਜਿੱਦਾਂ ਮੈਂ ਕਿਹਾ ਵੀ ਉਹ ਤੋਂ ਅੱਗੇ ਵੀ ਉਹਨਾਂ ਦੀਆਂ ਕਈ ਬਹੁਤ ਖੂਬਸੂਰਤ ਕਿਤਾਬਾਂ ਨੇ, ਹੈ ਨਾ। ਸੋ ਕਈ ਵਾਰੀ ਇੱਦਾਂ ਹੁੰਦਾ ਕਿ ਕੋਈ ਇਹ ਕਿਤਾਬ ਜਾਂ ਉਹ ਕਿਤਾਬ, ਤੇ ਮੈਂ ਇੱਦਾਂ ਦਾ ਮੈਨੂੰ ਮੇਰੇ ਖਿਆਲ 'ਚ ਮੈਨੂੰ ਜੇ ਤੁਸੀਂ ਇਹਨੂੰ ਤੁਸੀਂ ਬਹੁਤ ਆਪਣੇ ਤੌਰ ਤੇ ਨਾ ਸੋਚਿਆ ਹੋਵੇ, ਮੇਰੀ ਪੁੱਛ ਦੇ ਜਵਾਬ 'ਚ ਇੱਕੋ ਦਮ ਕਿਹੜੀ ਕਿਤਾਬ ਤੁਹਾਨੂੰ ਲੱਗਦੀ ਹੈ ਜੇ ਤੁਸੀਂ ਆਪਣੀਆਂ 7, 8, 10 ਕਿਤਾਬਾਂ 'ਚੋਂ ਇੱਕ ਚੁੱਕਣੀ ਹੋਵੇ ਕਿ ਇਹ ਪਹਿਲੇ ਨੰਬਰ ਤੇ ਲਓ? ਇਹ ਮੁਸ਼ਕਿਲ ਇਹ ਅੱਜ ਬਦਲਦਾ ਰਹਿੰਦਾ। ਚਲੋ ਫਤਿਹ ਸਾਹਿਬ, ਤੁਸੀਂ ਅਨੇਕ ਸਟੇਜਾਂ ਉੱਤੇ ਪੜ੍ਹਿਆ, ਸਥਾਨਕ ਵੀ, ਦੇਸ਼ ਵਿਦੇਸ਼ ਵੀ। ਸਭ ਤੋਂ ਵੱਡੇ ਕਿਹੜੇ ਮੰਚ ਉੱਤੇ, ਵੱਡੇ ਜਾਂ ਛੋਟੇ ਕਿਹੜੇ ਮੰਚ ਉੱਤੇ ਤੁਸੀਂ ਸਭ ਤੋਂ ਵੱਧ ਤੁਹਾਨੂੰ ਆਨੰਦ ਆਇਆ? ਕਿਉਂਕਿ ਜ਼ਾਹਰ ਹੈ ਬਹੁਤ ਥਾਵਾਂ ਤੇ ਜਿਹੜਾ ਆਰਟਿਸਟ ਹੈ, ਕਵੀ ਹੈ, ਉਹ ਅਣਮਨੇ ਦਿਲ ਨਾਲ ਵੀ ਚੀਜ਼ਾਂ ਪੜ੍ਹਦਾ, ਕਈ ਥਾਵਾਂ ਤੇ ਬਹੁਤ ਉਹਨੂੰ ਉਹਦੇ 'ਚ ਰੂਹਾਨੀ ਵੀ ਉਹਨੂੰ ਆਨੰਦ ਆਉਂਦਾ। ਤੁਹਾਡੇ ਲਈ ਕੋਈ ਯਾਦਗਾਰੀ ਇਸ ਤਰ੍ਹਾਂ ਦੇ ਮਹਿਫਲਾਂ, ਮੰਚ ਹੈਗੇ ਨੇ ਕੋਈ, ਕਿਹੜੇ ਆ? ਮੈਨੂੰ ਇੱਕ ਅਨੁਭਵ ਤਾਂ ਯਾਦ ਆ ਜਦੋਂ ਮੈਂ ਤੁਹਾਡੇ ਪੋਇਟਰੀ ਪੜ੍ਹੀ ਸੀ ਬਹੁਤ ਪੁਰਾਣੀ ਉਮਰ 'ਚ। ਫਿਰੋਜ਼ਪੁਰ ਜਾਂ ਫਰੀਦਕੋਟ ਸੀਗਾ, ਜਾਂ ਜਿਹੜੇ ਮੇਰੇ ਪੰਜਾਬ ਦੇ ਅਨੁਭਵਾਂ 'ਚੋਂ, ਹੈ ਨਾ। ਜਾਂ ਮੈਂ ਇੱਦਾਂ ਪੰਜਾਬ ਦੇ ਇੱਕ ਵਾਰੀ ਸੀ ਪੂਰੀ ਸੁਖਨਾ ਲੇਕ ਦੇ ਕੰਢੇ ਅਸੀਂ 15-20 ਦੋਸਤਾਂ ਨੇ ਪੂਰੀ ਕਿਤਾਬ ਪੜ੍ਹੀ ਸੀ। ਤੇ ਬਾਕੀ ਜੋ ਮੇਰੇ ਸਮਝ ਲਓ ਕਿ ਜਦੋਂ ਮੈਂ ਜਿਹੜੀ ਮੇਰੀ ਲਿਖਤ 'ਚ ਵੀ ਕੁਛ ਆਇਆ ਕਿ ਮੈਂ ਜਦੋਂ ਮੈਂ ਕੋਲੰਬੀਆ ਗਿਆ, ਉਹ ਮੇਰਾ ਸਭ ਤੋਂ ਵੱਡਾ ਅਨੁਭਵ ਸੀਗਾ, ਜਿਹਦੇ ਬਾਰੇ ਮੈਂ ਲੇਖ ਵੀ ਲਿਖਿਆ, ਇਹ ਕਵਿਤਾ ਦੇ ਤੀਰ। ਤੇ ਉਹ ਇੱਕ ਸਮਝ ਲਓ ਕਿ ਜੇ ਕੋਈ ਉੱਥੇ ਨਾ ਹੋਵੇ ਤਾਂ ਉਹਨਾਂ ਅਨੁਭਵਾਂ ਤੇ ਯਕੀਨ ਨਹੀਂ ਕਰ ਸਕਦਾ। ਇੱਕ ਤਾਂ ਹੈ ਕਿ ਉਹ ਬਹੁਤ ਵੱਡੀ ਗਿਣਤੀ ਵਿੱਚ ਲੋਕ ਸੁਣਨ ਆਉਂਦੇ, ਕਿ ਤੁਹਾਨੂੰ ਹੈਰਾਨੀ ਹੁੰਦੀ ਆ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਆਉਂਦੇ। ਔਰ ਉੱਥੇ ਹੈ ਇੱਦਾਂ ਸੀਗਾ ਕਿ ਜਿੱਦਾਂ ਹੁਣ ਮੈਂ ਆਪਣੀਆਂ 20 ਕਵਿਤਾਵਾਂ ਅੰਗਰੇਜ਼ੀ 'ਚ ਅਨੁਵਾਦ ਕਰਕੇ ਭੇਜੀਆਂ ਸੀਗੀਆਂ, ਔਰ ਗਜ਼ਲ ਨਹੀਂ ਸੀ ਕੋਈ, ਕਿਉਂਕਿ ਗਜ਼ਲ ਦਾ ਅਨੁਵਾਦ ਨਹੀਂ ਸੀ। ਜਿੱਦਾਂ ਹੁਣ ਜਿਵੇਂ ਮੇਰੀ ਕਵਿਤਾ ਸੀ ਬੰਸਰੀ ਬ੍ਰਿਤਾਂਤ, ਜਾਂ ਮੇਰੀ ਮਾਂ ਤੇ ਮੇਰੀ ਕਵਿਤਾ, ਜਾਂ ਇੱਕ ਕਵਿਤਾ ਸੀ ਇਤਿਹਾਸ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਕਵਿਤਾਵਾਂ ਸੀਗੀਆਂ, ਤੇ ਉਹਨਾਂ ਨੇ ਕਵਿਤਾਵਾਂ ਦਾ ਸਪੈਨਿਸ਼ 'ਚ ਅਨੁਵਾਦ ਕੀਤਾ ਹੋਇਆ ਸੀਗਾ। ਤੇ ਫਿਰ ਤੁਹਾਡੇ ਲਈ ਇੱਕ ਬੰਦਾ ਤੁਹਾਡੇ ਲਈ ਮਿੱਥਿਆ ਸੀ ਵੀ ਇਹ ਤੁਹਾਡੀ ਕਵਿਤਾ ਨੂੰ ਸਪੈਨਿਸ਼ 'ਚ ਪੜੂਗਾ, ਜਿਵੇਂ ਵਿਜੰਤਰੀ ਵੀ ਸੀ ਕਵਿਤਾ ਜੀ। ਸੋ ਮੈਂ ਜਾਨੀ ਹਰ ਕਵੀ ਆਪਣੀ ਜ਼ੁਬਾਨ 'ਚ ਪੜ੍ਹਦਾ ਸੀ, ਤੇ ਫਿਰ ਸਪੈਨਿਸ਼ ਜਿਹੜਾ ਅਨੁਵਾਦਕ ਸੀਗਾ ਉਹਨੂੰ ਆਪਣੀ ਸਪੈਨਿਸ਼ ਪੜ੍ਹਦਾ ਸੀਗਾ। ਤੇ ਉਹ ਇੱਕ ਬਹੁਤ ਅਨੁਭਵ ਹੁੰਦਾ ਸੀਗਾ। ਜਾਨੀ ਜਿੱਦਣ ਮੈਂ ਪਹਿਲੀ ਕਵਿਤਾ ਪੜ੍ਹੀ, ਉਹ ਛੋਟੀ ਜਿਹੀ ਕਵਿਤਾ ਸੀ, ਬਹੁਤ ਬੜੀ, ਜਿਹੜੀ ਉਹ ਮਦਰ ਵਾਲੀ ਕਵਿਤਾ ਸੀ ਕਿ ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਨਾ। ਤੋ ਇਹ ਕਵਿਤਾ ਸੀ, 2-3 ਕਵਿਤਾਵਾਂ ਹੋਰ ਸੀ। ਤੇ ਮੈਨੂੰ ਯਾਦ ਹੈ ਕਿ ਬਾਅਦ 'ਚ ਮੇਰੇ ਕੋਲ ਉੱਥੇ ਜਿਹੜੇ ਬੱਚੇ ਸੀਗੇ, ਖਾਸ ਕਰਕੇ ਨੌਜਵਾਨ ਬਹੁਤ ਸੁਣਦੇ ਸੀਗੇ, ਤੇ ਉਹ ਮੇਰੇ ਕੋਲ ਆਉਣ ਕੇ ਤੁਸੀਂ ਇਹ ਕਵਿਤਾ ਸਾਡੀ ਕਾਪੀ ਵਿੱਚ ਨਾ ਆਪਣੀ ਭਾਸ਼ਾ 'ਚ ਲਿਖ ਕੇ ਦਿਓ, ਜਿੱਦਾਂ ਤੁਹਾਡੀ ਭਾਸ਼ਾ 'ਚ ਲਿਖੇ ਹੁੰਦੇ ਆ। ਸੋ ਇੱਕ ਤਾਂ ਉਹਨਾਂ ਲੋਕਾਂ ਦਾ ਕਵਿਤਾ ਦਾ ਜੋ ਪਿਆਰ ਸੀ ਨਾ। ਸੋ ਇੱਦਾਂ ਮੈਂ ਕੋਈ 7 ਜਗ੍ਹਾ ਤੇ ਕਵਿਤਾ ਪੜ੍ਹੀ, ਦੂਏ ਦਿਨ
ਹੋਰ ਕਵੀ ਇੱਕ ਪਾਤਰ ਸਾਹਿਬ ਮੇਰਾ ਮਨ ਹੈ ਕਿ ਤੁਸੀਂ ਉਹ ਕਵਿਤਾ ਸੁਣਾਓ ਜਿਹੜੀ ਉੱਥੇ ਬੱਚੇ ਨਾਲ ਜਿਹੜੇ ਅਨੁਭਵ ਚੋਂ ਤੁਸੀਂ ਲਿਖੀ ਉਸ ਜਗ੍ਹਾ ਤੇ, ਜਾਦੂਗਰ ਵਾਲੀ। ਉਹ ਸੀ, ਉਹ ਮੇਰਾ ਇਹ ਸੀ ਕਿ ਜਦ ਮੇਰੀ ਪੱਗ ਤੇ ਦਾੜੀ ਨੂੰ ਉਹ ਬਹੁਤ ਕੱਲਾ ਮੈਂ ਹੀ ਸੀ ਪੱਗ ਦਾੜੀ ਵਾਲਾ। ਜਦੋਂ ਮੈਂ ਲੰਡਨ ਤੋਂ ਬੋਗੋਟਾ ਚੜਿਆ ਤੇ ਕੋਈ ਚੁੰਨੀ ਕੋਈ ਪਗੜੀ ਨਹੀਂ ਸੀ ਤੇ ਉੱਥੇ ਵੀ ਮੈਨੂੰ ਜਾਨੀ ਬੱਚੇ ਥੋੜੇ ਐਂ ਦੇਖਦੇ ਸੀਗੇ ਵੀ ਕੌਣ ਸੀ। ਤੇ ਉਹ ਜਦੋਂ ਜਾਨੀ ਕਵਿਤਾ ਉਹ ਮੇਰੇ ਅੰਦਰ ਸ਼ੁਰੂ ਹੋਈ ਤਾਂ ਮੈਨੂੰ ਯਾਦ ਆ ਸੀ ਮੈਂ ਤੇ ਮੇਰਾ ਜਿਹੜਾ ਮੇਰਾ ਕਵਿਤਾਵਾਂ ਪੜ੍ਹਦਾ ਸੀ ਸਪੈਨਿਸ਼ ਤੇ ਇੱਕ ਉਹਦੀ ਵਾਈਫ ਸੀ ਨਾਲ, ਤੇ ਅਸੀਂ ਖੜੇ ਸੀ ਕਵਿਤਾ ਪਾਠ ਸ਼ੁਰੂ ਹੋਣਾ ਸੀਗਾ ਤੇ ਉਹ ਬੱਚਾ ਇੱਦਾਂ ਸਾਈਕਲ ਟਰਾਈਸਾਈਕਲ ਜਿਹਾ ਚਲਾਉਂਦਾ ਆਇਆ ਤੇ ਆ ਕੇ ਉਹਨਾਂ ਦੇ ਉਹਨੇ ਕੁਛ ਨਾ ਸਪੈਨਿਸ਼ 'ਚ ਬੋਲਿਆ ਕੁਛ ਉਹਨਾਂ ਨੂੰ, ਤੇ ਉਹ ਦੋਨੋਂ ਹੱਸਣ ਲੱਗ ਪਏ। ਤੇ ਮੈਂ ਪੁੱਛਿਆ ਕਿ ਤੁਹਾਨੂੰ ਕੀ ਕਹਿ ਰਿਹਾ ਬੱਚਾ, ਤੇ ਉਹ ਕਹਿਣ ਲੱਗੇ ਕਿ ਉਹ ਇਹ ਕਹਿ ਰਿਹਾ ਵੀ ਇਹ ਭਾਈ ਜਾਦੂਗਰ ਹੈ। ਤੇ ਬਸ ਇਹੀ ਯਾਨੀ ਮੇਰੇ ਉੱਥੋਂ ਉਹ ਕਵਿਤਾ ਸ਼ੁਰੂ ਹੁੰਦੀ ਹੈ ਕਿ ਲਾਤੀਨੀ ਅਮਰੀਕਾ ਦੇ ਕੋਲੰਬੀਆ ਦੇਸ਼ ਵਿੱਚ ਮੈਦੇਜਨ ਸ਼ਹਿਰ ਦੀ ਓਬਰੇਰੋ ਪਾਰਕ ਵਿੱਚ ਇੱਕ ਬੱਚਾ ਸਾਈਕਲ ਚਲਾਉਂਦਾ ਮੇਰੇ ਕੋਲ ਆਇਆ, ਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ ਤੂੰ ਜਾਦੂਗਰ ਹੈ? ਮੈਂ ਕਹਿਣ ਲੱਗਾ ਸਾਂ ਨਹੀਂ, ਪਰ ਬੱਚੇ ਦਾ ਚਾਅ ਦੇਖ ਕੇ ਮੇਰੇ ਕੋਲੋਂ ਕਿਹਾ ਨਾ ਗਿਆ ਨਹੀਂ। ਮੈਂ ਕਿਹਾ ਹਾਂ, ਮੈਂ ਅਸਮਾਨ ਤੋਂ ਤਾਰੇ ਤੋੜ ਕੇ ਕੁੜੀਆਂ ਲਈ ਹਾਰ ਬਣਾ ਸਕਦਾ ਹਾਂ, ਮੈਂ ਕਿਸੇ ਰੁੱਖ ਦੇ ਪੱਤਿਆਂ ਨੂੰ ਕਿਸੇ ਸਾਜ਼ ਦੀਆਂ ਸੁਰਾਂ ਬਣਾ ਸਕਦਾ ਹਾਂ, ਮੈਂ ਹਵਾ ਨੂੰ ਕਿਸੇ ਸਾਜ਼ਿੰਦੇ ਦੇ ਪੋਟੇ ਬਣਾ ਸਕਦਾ ਹਾਂ, ਮੈਂ ਜ਼ਖਮਾਂ ਨੂੰ ਫੁੱਲਾਂ 'ਚ ਬਦਲ ਸਕਦਾ ਹਾਂ। ਤਾਂ ਬੱਚਾ ਹੈਰਾਨ ਤੇ ਖੁਸ਼ ਹੋ ਕੇ ਕਹਿਣ ਲੱਗਾ ਅੱਛਾ ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਹੀ ਬਣਾ ਦੇ। ਵਾਹ, ਬਹੁਤ। ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਹੀ ਬਣਾ ਦੇ। ਮੈਂ ਕਿਹਾ ਅਸਲ ਵਿੱਚ ਮੈਂ ਬੱਚਿਆਂ ਦਾ ਜਾਦੂਗਰ ਨਹੀਂ, ਮੈਂ ਵੱਡਿਆਂ ਦਾ ਜਾਦੂ। ਬੱਚਾ ਕੁਝ ਸੋਚ ਕੇ ਕਹਿਣ ਲੱਗਾ ਅੱਛਾ ਤਾਂ ਫਿਰ ਤੂੰ ਮੇਰੇ ਬਾਪੂ ਦੇ ਘਰ ਨੂੰ ਮਹਿਲ ਬਣਾ ਦੇ। ਫਿਰ ਮੈਂ ਅਖੀਰ ਚਿੱਠਾ ਪੈ ਕੇ ਆਖਿਆ ਕਿ ਅਸਲ ਵਿੱਚ ਮੈਂ ਚੀਜ਼ਾਂ ਦਾ ਜਾਦੂਗਰ ਨਹੀਂ, ਮੈਂ ਸ਼ਬਦਾਂ ਦਾ ਜਾਦੂ। ਬੱਚਾ ਕਹਿਣ ਲੱਗਾ ਅੱਛਾ ਸਮਝ ਗਿਆ, ਤੂੰ ਪੋਇਟਾ ਹੈ, ਪੋਇਟਾ। ਬੱਚਾ ਹੱਸਦਾ ਮੁਸਕਰਾਉਂਦਾ ਸਾਈਕਲ ਚਲਾਉਂਦਾ ਪਾਰਕ ਤੋਂ ਬਾਹਰ ਚਲਾ ਗਿਆ ਤੇ ਦਾਖਲ ਹੋ ਗਿਆ ਮੇਰੀ ਇਸ ਕਵਿਤਾ ਵਿੱਚ। ਵਾਹ, ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ। ਅਸੀਂ ਪਾਤਰ ਸਾਹਿਬ ਲਗਭਗ ਕੋਈ ਘੰਟੇ ਦਾ ਪ੍ਰੋਗਰਾਮ ਤੈਅ ਸੀ ਤੇ ਅਸੀਂ ਲਗਭਗ ਹੁਣ 1.5 ਘੰਟੇ ਨੂੰ ਪਹੁੰਚਣ ਵਾਲੇ ਹਾਂ। ਗੱਲਾਂ ਇੰਨੀਆਂ ਨੇ ਕਿ ਮੈਂ ਤਾਂ ਖੁਦ ਮਤਲਬ ਟਾਈਮ ਭੁੱਲਿਆ ਹੋਇਆ, ਪਰ ਇੱਕ ਹਰ ਪ੍ਰੋਗਰਾਮ ਦੀ ਸੀਮਾ ਮਰਿਆਦਾ ਹੁੰਦੀ ਹੈ। ਆਖਿਰ ਵਿੱਚ ਮੈਂ ਤੁਹਾਡੇ ਕੋਲੋਂ ਤਰੰਨਮ ਵਿੱਚ ਕੋਈ ਚੀਜ਼ ਜ਼ਰੂਰ ਆਪਣੇ ਸੁਣਨ ਵਾਲਿਆਂ ਲਈ ਆਪਣੇ ਲਈ ਕਹਾਂਗਾ ਕਿ ਤੁਸੀਂ ਜਿੰਨੀਆਂ ਮੁਨਾਸਿਬ ਸਮਝੋ। ਉਸ ਤੋਂ ਪਹਿਲਾਂ ਕੁਛ ਮੈਂ ਸਵਾਲ ਛੱਡ ਦਿੱਤੇ ਕਿਉਂਕਿ ਸਮੇਂ ਦੀ ਸੀਮਾ ਵਿੱਚ ਫਿਰ ਉਹਨਾਂ ਨੂੰ ਹੱਲ ਕਰਨਾ ਪਕੜਨਾ ਮੁਸ਼ਕਿਲ ਨਹੀਂ ਸੀ ਕਿਉਂਕਿ ਲੰਬੇ ਉਹਦੇ ਜਵਾਬ ਹੋ ਸਕਦੇ ਸੀ ਜੀ। ਸੁਰਜੀਤ ਪਾਤਰ ਦਾ ਜਿਵੇਂ ਮੈਂ ਜ਼ਿਕਰ ਕੀਤਾ ਸ਼ੁਰੂ ਦੇ ਆਰੰਭ ਵਿੱਚ ਕਿ ਸੁਰਜੀਤ ਪਾਤਰ ਬਹੁਤ ਵੱਡੇ ਸ਼ਾਇਰ ਨੇ, ਅਜ਼ੀਮ ਸ਼ਾਇਰ ਨੇ। 50 ਸਾਲ ਦੀ ਕਵਿਤਾ ਦਾ ਉਹਨਾਂ ਦਾ ਸਫ਼ਰ ਹੈ, ਜਿਨ੍ਹਾਂ ਦੀ ਕਵਿਤਾ ਦਾ ਘੇਰਾ ਸਿਰਫ ਉਹਨਾਂ ਦੇ ਸ਼ਬਦਾਂ ਤੱਕ ਨਹੀਂ, ਪੀੜ੍ਹੀਆਂ ਉੱਤੇ ਉਹਨਾਂ ਨੇ ਅਸਰ ਪਾਇਆ। ਮੇਰੇ ਵਰਗੇ ਜਿਹੜੇ ਤੁਹਾਡੇ ਤੋਂ ਬਾਅਦ ਆਉਣ ਵਾਲੇ ਬੰਦੇ ਉਹਨਾਂ ਤੇ ਵੀ ਤੁਹਾਡੇ ਲੇਖਣੀ ਦਾ ਬਹੁਤ ਵੱਡਾ ਅਸਰ ਹੈ। ਫਿਰ ਪਦਮ ਸ਼੍ਰੀ ਤੱਕ ਤੁਸੀਂ ਜਾਂਦੇ ਹੋ, ਤਾਂ ਕੁੱਲ ਮਿਲਾ ਕੇ ਇੱਕ ਬਹੁਤ ਵੱਡਾ ਅਕਸ ਬਿੰਬ ਲਾਰਜਰ ਦੈਨ ਲਾਈਫ ਬਣ ਜਾਂਦਾ ਹੈ ਕਿ ਸੁਰਜੀਤ ਪਾਤਰ ਇੱਕ ਆਈਕਨ ਬਣ ਜਾਂਦੇ ਨੇ। ਇਹ ਆਈਕਨ ਦਾ ਭਾਰ ਕਿੰਨਾ ਕੁ ਹੁੰਦਾ ਔਰ ਇਸ ਨੂੰ ਤੁਸੀਂ ਕਿਵੇਂ ਸੰਭਾਲਦੇ ਹੋ? ਮੈਨੂੰ ਲੱਗਦਾ ਤੇ ਤੂੰ ਜਿਸ ਤਰ੍ਹਾਂ ਤੂੰ ਮਤਲਬ ਜਿਹੜਾ ਤੂੰ ਖੁਦ ਏਡਾ ਵੱਡਾ ਸ਼ਾਇਰ ਹੈ, ਤੋ ਸ਼ਾਇਰ ਨੂੰ ਕ੍ਰੀਏਟਿਵ ਹੋਣ 'ਚ ਬਹੁਤ ਸਵਾਦ ਮਿਲਦਾ। ਯਾਨੀ ਉਹਨੂੰ ਜਦੋਂ ਮੈਂ ਜਿੱਦਾਂ ਸਮਝ ਲਓ ਕਿ ਮੈਨੂੰ ਜਦੋਂ ਮੈਂ ਕੋਈ ਚੀਜ਼ ਲਿਖਦਾ ਕਿ ਕਵੀ 2-3 ਵਾਰੀ ਬਸਮਾਤ ਦਾ ਸ਼ੁਰੂ ਕਰਦਾ, ਜਦੋਂ ਇੱਕ ਵਾਰ ਲਿਖਣ ਵੇਲੇ ਤੇ ਇੱਕ ਵਾਰੀ ਜਦੋਂ ਉਹਨੂੰ ਕੋਈ ਸੁਣਨ ਵਾਲਾ ਮਿਲਦਾ, ਸਮਝਣ ਵਾਲਾ ਮਿਲਦਾ ਜਾਂ ਉਹਨੂੰ। ਜੀ।
ਸੋ ਮੈਨੂੰ ਕਦੀ ਇਦਾਂ ਨਹੀਂ ਲੱਗਾ, ਮੈਂ ਜਾਨੀ ਸਮਝ ਲਓ ਕਿ ਮੈਂ ਉੱਥੇ ਹੀ ਬੈਠਾ। ਮੈਨੂੰ ਯਾਦ ਹੈ ਕਿ ਮੈਨੂੰ ਜਿੰਨੀ ਖੁਸ਼ੀ ਜਦੋਂ ਮੈਂ ਪਹਿਲੀ ਵਾਰੀ ਕਵਿਤਾਵਾਂ ਆਪਣੀਆਂ ਛਪੀਆਂ ਪ੍ਰੀਤ ਲੜੀ ਵਿੱਚ ਦੇਖਿਆ ਸੀਗੀਆਂ, ਜਿੰਨੀ ਖੁਸ਼ੀ ਮੈਨੂੰ ਉਦੋਂ ਹੋਈ ਸੀਗੀ, ਉਨੀ ਮੈਨੂੰ ਪਦਮ ਸ਼੍ਰੀ ਮਿਲਣ ਤੇ ਮੈਂ ਸਮਝਦਾ ਕਿ ਨਾ। ਤੇ ਜਿਹੜਾ ਸ਼ੇਰ ਸੀ ਉਹ ਮੈਂ ਲਿਖਿਆ ਸੀ ਕਿ ਅੰਮੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇ, ਪਦਮ ਸ਼੍ਰੀ ਹੋ ਕੇ ਮਾਤਰ ਤੂੰ ਮੇਰਾ ਸੁਰਜੀਤ ਰਹੇਗਾ। ਤੋ ਮੈਨੂੰ ਲੱਗਦਾ ਕਿ ਮੈਂ ਸੁਰਜੀਤ ਹੀ ਹਾਂ, ਮੈਂ ਉੱਥੇ ਹੀ ਹਾਂ ਕਿਤੇ ਨਹੀਂ, ਜਾਨੀ ਮੈਨੂੰ ਏਦਾਂ ਮਹਿਸੂਸ ਨਹੀਂ ਹੋਇਆ। ਔਰ ਜਦੋਂ ਮੈਂ ਤੁਹਾਡੇ ਵਰਗੇ ਜਾਂ ਮੈਂ ਅਕਸਰ ਸ਼ੇਰ ਪੜ੍ਹਦਾ ਹੁੰਦਾ, ਜਦੋਂ ਮੈਂ ਆਪਣੇ ਤੋਂ ਅਗਲੀ ਸੋਹਣੀ ਸ਼ਾਇਰੀ ਪੜ੍ਹਦਾ, ਤੇ ਮੈਂ ਕਿਹਾ ਸੀ ਕਿ ਮੈਂ ਸੂਰਜ ਸਾਂ ਜਿਨ੍ਹਾਂ ਲੋਕਾਂ ਦੇ ਨਾਂ ਹੁੰਦੇ ਆ ਕਿ ਹੁਣ ਉਹ ਆ ਗਏ ਨੇ, ਹੁਣ ਮੈਂ ਚੱਲਦਾ। ਤੋ ਮੈਨੂੰ ਲੱਗਦਾ ਹੁੰਦਾ ਕਿ ਤੁਸੀਂ ਕਈ ਵਾਰੀ ਆਪਣੀ ਕੋਈ ਪੁਰਾਣੀ ਚੀਜ਼ ਪੜ੍ਹ ਕੇ ਤੁਹਾਨੂੰ ਖੁਸ਼ੀ ਹੋ ਜਾਂਦੀ ਹੈ, ਆਪਣੀ ਕੋਈ ਕਵਿਤਾ ਪੜ੍ਹਦੇ ਆ ਤੁਸੀਂ, ਫਿਰ ਉਹਨੂੰ ਇਹੋ ਜਿਹੇ ਮੌਕੇ ਬਹੁਤ ਰੇਅਰ ਆਉਂਦੇ, ਇਹੋ ਜਿਹੇ ਮੌਕੇ ਜਦ ਤੁਸੀਂ ਕੋਈ ਚੀਜ਼ ਤੁਸੀਂ ਆਪਣੀ ਪੁਰਾਣੀ ਚੀਜ਼ ਆਪ ਹੀ ਅਕਸਰ ਤਾਂ ਲੋਕ ਹੀ ਕਹਿੰਦੇ ਕਿ ਤੁਸੀਂ ਆਹ ਤੁਹਾਡਾ ਸ਼ੇਰ ਜੀ ਆ ਏਦਾਂ, ਤੇ ਜਾਂ ਕੋਈ ਕਈ ਵਾਰ ਤੁਹਾਨੂੰ ਬਹੁਤ ਜਿਹੜਾ ਸ਼ੇਰ ਤੁਹਾਡਾ ਬਹੁਤ ਲੋਕਾਂ ਨੇ ਘੱਟ ਗੋਲਿਆ ਹੋਵੇ ਤਾਂ ਜਾਂ ਉਹ ਫਿਰ ਤੁਹਾਨੂੰ ਲੱਗਦਾ ਕਿ ਉਹ ਸ਼ੇਰ ਯਾਦ ਕਰਾਵੇ। ਫਿਰ ਤੁਹਾਨੂੰ ਮੇਰੇ ਕੋਲ ਇੱਕ ਵਾਰੀ ਜਿਵੇਂ ਰਜਿੰਦਰ ਹੁਣ ਗੁਜ਼ਰ ਗਏ, ਰਜਿੰਦਰ ਚੰਡੀਗੜ੍ਹ ਹੁੰਦੇ ਸੀਗੇ ਤੁਹਾਡੀ, ਤੇ ਮੈਨੂੰ ਕਹਿੰਦੇ ਮੈਨੂੰ ਤੇਰਾ ਉਹ ਸ਼ੇਰ ਬੜਾ ਅੱਛਾ ਲੱਗਦਾ। ਉਹ ਸ਼ੇਰ ਸੀਗਾ ਵੀ ਹਰ ਵਾਰੀ ਆਪਣੇ ਹੀ ਅੱਥਰੂ ਅੱਖੀਆਂ ਵਿੱਚ ਨਹੀਂ ਆਉਂਦੇ, ਕਦੀ ਕਦੀ ਸਾਡੇ ਪਿਤਰ ਵੀ ਰੋਂਦੇ ਸਾਡੀਆਂ ਅੱਖੀਆਂ ਥਾਣੀ। ਬਹੁਤ ਮੈਨੂੰ ਚੰਗਾ ਲੱਗਾ ਉਹਦਾ ਵੀ ਤੂੰ ਇਹੋ ਸ਼ੇਰ ਤੈਨੂੰ ਯਾਦ ਆ ਜਾਏਗਾ, ਤੈਨੂੰ ਯਾਦ ਹੈ ਨਾ। ਆਖਰ ਪਾਤਰ ਸਾਹਿਬ ਤੁਹਾਡੀ ਤਰਨਮ ਦੀਆਂ ਕੁਛ ਅਸੀਂ ਲੈ ਕੇ ਆਪਣੇ ਉੱਤੇ ਅਸਰ ਇੱਥੋਂ ਜਾਣਾ ਚਾਹੁੰਦੇ ਹਾਂ। ਉਸ ਤੋਂ ਪਹਿਲਾਂ ਕੋਈ ਇੱਕ ਸੰਦੇਸ਼ ਤੁਸੀਂ ਦਿਓ, ਜਿਹੜਾ ਪੰਜਾਬ ਦੀ ਸੂਰਤ ਹਾਲ ਜਿਸ ਤਰ੍ਹਾਂ ਦੀ ਬਣ ਰਹੀ ਹੈ, ਪੰਜਾਬੀ ਬੰਦਾ ਜਿਸ ਤਰ੍ਹਾਂ ਦਾ ਬਣ ਰਿਹਾ ਹੈ, ਚੜ੍ਹਦੇ ਤੇ ਲਹਿੰਦੇ ਦੋਨੇ ਪੰਜਾਬ ਤੁਹਾਨੂੰ ਦੇਖ ਰਹੇ ਨੇ, ਲਗਭਗ ਪੰਜਾਬੀ ਬੰਦੇ ਦੀ ਹਾਲਤ ਇੱਕੋ ਤਰ੍ਹਾਂ ਦੀ ਹੈ, ਉਹਦੇ ਮਸਲੇ, ਉਹਦੀ ਜਿਹੜੀ ਤੋਰ ਹੈ ਉਹ ਇੱਕੋ ਤਰ੍ਹਾਂ ਦੀ ਹੋ ਰਹੀ ਹੈ। ਇਹਦੇ ਬਾਰੇ ਕੋਈ ਸਾਨੂੰ ਸੁਨੇਹਾ ਦਿਓ, ਤੇ ਫਿਰ ਕੋਈ ਆਪਣੀ ਤਰਨਮ ਵਿੱਚ ਚੀਜ਼ ਸਾਨੂੰ ਪੜ੍ਹ ਕੇ ਸਰਸ਼ਾਰ ਕਰੋ। ਮੈਨੂੰ ਇੱਕ ਛੋਟੀ ਜਿਹੀ ਮੈਂ ਕਵਿਤਾ ਪੜ੍ਹਨਾ, ਜਿਹੜੀ ਪੰਜਾਬ ਦਾ ਤੂੰ ਬਹੁਤ ਇੱਦਾਂ ਪੂਰੇ ਪੰਜਾਬ ਦਾ ਜ਼ਿਕਰ ਕਰਦਾ, ਕਿ ਮੈਂ ਲਿਖਿਆ ਸੀ ਕਿ ਮਾਤਮ, ਹਿੰਸਾ, ਖੌਫ, ਬੇਬਸੀ ਤੇ ਅਨਿਆਂ, ਇਹ ਨੇ ਅੱਜ ਮੇਰੇ ਪੰਜਾਂ ਦਰਿਆਵਾਂ ਦੇ ਨਾਂ, ਜੋ ਹੁੰਦੇ ਸਨ ਸਤਲੁਜ, ਪਿਆਸਾ, ਰਾਵੀ, ਜੇਹਲਮ ਅਤੇ ਚਨਾਹ, ਪਰ ਜਿਹੜੇ ਇੱਕ ਦਿਨ ਹੋਵਣਗੇ ਰਾਗ, ਸ਼ਾਇਰੀ, ਹੁਸਨ, ਮੁਹੱਬਤ ਅਤੇ ਨਿਆਂ, ਮੇਰੇ ਪੰਜਾਂ ਦਰਿਆਵਾਂ ਦੇ ਨਾਂ। ਸੋ ਇੱਕ ਮੇਰਾ ਮੇਰੇ ਮਨ ਦਾ ਸੰਦੇਸ਼ ਇਹੀ ਆ। ਦੂਸਰਾ ਹੈ ਕਿ ਜੋ ਇਸ ਵੇਲੇ ਪੰਜਾਬਾਂ ਜਾਂ ਤਿੰਨਾਂ ਪੰਜਾਬਾਂ ਜਾਂ ਦੋਹਾਂ ਪੰਜਾਬਾਂ ਜਾਂ ਪੂਰੇ ਪੰਜਾਬ ਦਾ ਜੋ ਕੌਨਸੈਪਟ ਆ ਉਹਦੇ ਹੋ ਸਕਦਾ ਉਹ ਇਹੀ ਆ ਕਿ ਅਸੀਂ ਯਾਨੀ ਮੈਂ ਇੱਦਾਂ ਸੋਚਦਾ ਕਿ ਸਾਨੂੰ ਬਹੁਤ ਸਮਝ ਲਓ ਕਿ ਬੌਧਿਕ ਕਿਸਮ ਦੇ ਤੇ ਭਾਵਕ ਕਿਸਮ ਦੇ ਸੰਵਾਦ ਤੇ ਰਹਿਣਾ ਚਾਹੀਦਾ। ਜਿਹਨੂੰ ਕਹਿੰਦੇ ਕਿ ਸਾਡੀ ਗਤੀਵਿਧੀਆਂ, ਕਿਉਂਕਿ ਜੇ ਪੰਜਾਬ ਬਦਲਣਾ ਸ਼ੁਰੂ ਹੋਗਾ ਤਾਂ ਸੋਚ ਬਦਲਣਾ ਸ਼ੁਰੂ ਹੋਗਾ, ਕਿ ਸਾਨੂੰ ਆਪਣੇ ਭਾਵਾਂ ਅਸੀਂ ਅਧਿਆਪਕ ਹਾਂ, ਜੋ ਕੁਛ ਵੀ ਅਸੀਂ ਜਿੱਥੇ ਵੀ ਬੈਠੇ ਹਾਂ, ਸਾਨੂੰ ਕਿਉਂਕਿ ਜੋ ਵੀ ਪਰਸਨ ਜਾਂ ਕੋਈ ਧਰਤੀ ਬਣਦੀ ਆ ਉਹ ਆਪਣੀਆਂ ਚੋਇਸਿਸ ਨਾਲ ਬਣਦੀ ਹੈ। ਅਸੀਂ ਚੋਣ ਕੀ ਕਰਦੇ ਹਾਂ ਕਿ ਉਹ ਬੰਦਾ ਕਹਿੰਦੇ ਕਿ ਬੰਦੇ ਦਾ ਸੈਲਫ ਜਿਹੜਾ ਉਹ ਸੈਲਫ ਕਾਹਦਾ ਬਣਦਾ ਕਿ ਉਹਨੇ ਫਲਾਣੇ ਵੇਲੇ ਕੀ ਚੁਣਿਆ, ਕਿ ਉਹਦੇ ਕੋਲ ਆਹ ਚੋਇਸ ਸੀਗੀਆਂ, ਇੱਧਰ ਨੂੰ ਮੁੜਿਆ, ਉਹ ਤੋਂ ਬਾਅਦ ਆਹ ਚੋਇਸਿਸ ਸੀਗੀਆਂ, ਉਹ ਇੱਧਰ ਨੂੰ ਮੁੜਿਆ। ਉਹਦੀਆਂ ਚੋਇਸਿਸ ਇੱਕ ਸੈਲਫ ਬਣਾਉਂਦੀਆਂ, ਉਹਦੀ ਸ਼ਖਸੀਅਤ ਬਣਾਉਂਦੀਆਂ। ਸੋ ਇਸ ਤਰ੍ਹਾਂ ਹੀ ਪੰਜਾਬ ਦੀ ਸ਼ਖਸੀਅਤ ਜਾਂ ਪੰਜਾਬ ਦਾ ਜੋ ਆਪਾ ਆ ਉਹਨੂੰ ਇਹਦੀਆਂ ਚੋਇਸਿਸ ਨੇ ਬਣਾਉਣਾ, ਤੇ ਉਹਨਾਂ ਚੋਇਸਿਸ ਲਈ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਜਿਹੜੇ ਲੋਕ ਆ ਜੋ ਦਾਨਸ਼ਵਰ ਨੇ, ਭਾਵੇਂ ਅਸੀਂ ਪੱਤਰਕਾਰ ਹਾਂ, ਕਵੀ ਹਾਂ ਜਾਂ ਲੇਖਕ ਹਾਂ, ਕਿ ਸਾਨੂੰ ਇੱਕ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਵੱਡੀ ਸਰਗਰਮੀ ਵਿੱਚ
ਰਹੀਏ, ਭਾਵੇਂ ਅਸੀਂ ਜਿੱਦਾਂ ਹੁਣ ਮਿਲਦੇ ਹਾਂ, ਅਸੀਂ ਜੀ ਜ਼ੂਮ ਤੇ ਮਿਲ ਗਏ, ਜਾਂ ਸਾਡੀਆਂ ਬਹਿਸਾਂ ਹੋਣ, ਜਾਂ ਸਾਡੇ ਆਰਟੀਕਲ ਹੋਣ ਕਿ ਪੰਜਾਬ ਲਈ ਕੀ ਹੋਣਾ ਚਾਹੀਦਾ, ਕੀ ਕਰਨਾ ਚਾਹੀਦਾ, ਪੋਲੀਟੀਕਲੀ ਕੀ ਹੋਣਾ ਚਾਹੀਦਾ। ਕਿ ਬਹੁਤੀ ਵੱਡੀ ਗੱਲ ਤਾਂ ਇਹ ਹੋਏ ਕਿ ਸਾਡੀ ਜਿਹੜੀ ਪੋਲਿਟਿਕਸ ਆਪਣੇ ਆਪ 'ਚ ਬਹੁਤ ਵੱਡੀ ਚੀਜ਼ ਹੈ, ਲੇਕਿਨ ਦੋ ਤਰ੍ਹਾਂ ਦੀ ਪੋਲਿਟਿਕਸ ਹੈ, ਖੋਟੀ ਪੋਲਿਟਿਕਸ ਤੇ ਖਰੀ ਪੋਲਿਟਿਕਸ। ਸੋ ਅਸੀਂ ਬਹੁਤ ਦੇਰ ਤੋਂ ਖੋਟੀ ਪੋਲਿਟਿਕਸ ਦੇ ਸ਼ਿਕਾਰ ਹਾਂ, ਔਰ ਪੋਲਿਟਿਕਸ ਨੂੰ ਬਦਲਣ ਦਾ ਤਰੀਕਾ ਇਹੀ ਹੈ ਕਿ ਅਸੀਂ ਆਪਣੇ ਲੋਕਾਂ ਦੇ ਮਨ ਬਦਲ ਸਕੀਏ, ਆਪਣੇ ਨੌਜਵਾਨਾਂ ਦੇ ਮਨ ਬਦਲ ਸਕੀਏ, ਆਪਣੇ ਮਨ ਅਸੀਂ ਜ਼ਿਆਦਾ ਪਿਓਰ ਬਣਾ ਸਕੀਏ, ਜ਼ਿਆਦਾ ਸਟਰੋਂਗ ਜ਼ਿਆਦਾ ਬਣਾ ਸਕੀਏ। ਸੋ ਇਹੀ ਸੰਦੇਸ਼ ਹੈ ਕਿ ਅਸੀਂ ਇਸ ਗੱਲ ਨੂੰ ਇੱਕ ਆਪਣਾ ਮੁੱਦਾ ਬਣਾਈਏ ਕਿ ਸਾਡੇ ਸ਼ਾਇਰ ਜਾਂ ਅਸੀਂ ਸਾਰੇ ਦਾਨਸ਼ਵਰ ਉਹ ਕੁਛ ਵੱਧ ਧਰਤੀ ਨਾਲ ਜੁੜ ਕੇ ਸੋਚਣ, ਕੁਛ ਵੱਧ ਸੋਚੀਏ ਕਿ ਕੀ ਕੀਤਾ ਜਾ ਸਕਦਾ। ਸੋ ਇਸ ਗੁਫ਼ਤਗੂ ਵਿੱਚ, ਇਸ ਮਿਲਣ ਵਿੱਚ ਵੀ ਮੈਂ ਕਿਹਾ ਸੀ ਕਿ ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ, ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ, ਭਟਕਦੇ ਅੱਖੋਂ ਆਵੋ ਕਿ ਮਿਲ ਕੇ ਲਫ਼ਜ਼ ਬਣੋ, ਤੇ ਲਫ਼ਜ਼ੋ ਵਾਕ ਹੋ, ਵਾਕ ਬਿਨ ਗੁਜ਼ਾਰਾ ਨਹੀਂ। ਸੋ ਹੁਣ ਅਸੀਂ ਵਾਕ ਬਣਨ ਦੀ ਕੋਸ਼ਿਸ਼ ਕਰੀਏ ਕਿ ਪੰਜਾਬ ਇੱਕ ਵਾਕ ਬਣਨ ਦੀ ਕੋਸ਼ਿਸ਼ ਕਰੀਏ। ਅਸੀਂ ਕੁਛ ਸਿੱਟੇ, ਕੁਛ ਨਤੀਜੇ ਇਹੋ ਜਿਹੇ ਬਣਾਈਏ, ਕੁਛ ਸੋਚਾਂ ਇਹੋ ਜਿਹੀਆਂ ਬਣਾਈਏ ਜਿਹੜੀਆਂ ਸੋਚਾਂ ਪੰਜਾਬ ਦੇ ਮਨ ਨੂੰ ਬਦਲਣ, ਤੇ ਮਨ ਦੇ ਰਾਹੀਂ ਫਿਰ ਅਸੀਂ ਪੰਜਾਬ ਦੀ ਜਿਹੜੀ ਹਕੀਕਤ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕਰੀਏ। ਜੀ ਪਾਤਰ ਸਾਹਿਬ ਜੀ, ਆਖਰ ਵਿੱਚ ਕੁਛ ਤਰਨਮ ਵਿੱਚ ਸਾਨੂੰ ਜ਼ਰੂਰ ਇਨਾਇਤ ਕਰੋ। ਮੈਂ ਤਰਨਮ ਤੇ ਮੇਰਾ ਥੋੜਾ ਜਿਹਾ ਸਿਸਟਮ ਤਰਨਮ ਵਿੱਚ ਮੈਂ ਕੀ ਸੁਣਾਵਾਂ, ਮੈਨੂੰ ਕੁਛ ਵੀ, ਸਾਡੇ ਲਈ ਤਾਂ ਪ੍ਰਸ਼ਾਦ ਹੀ ਹੈ ਜੋ ਤੁਹਾਡਾ ਮਨ। ਤੇ ਹੁਣ ਜਿੱਦਾਂ ਆਵਾਜ਼ ਤੇ ਅਸਰ ਹੁੰਦਾ, ਉਮਰ ਦਾ ਵੀ ਅਸਰ ਹੁੰਦਾ। ਮੈਂ ਤੁਹਾਨੂੰ ਜੀ ਇੱਕ ਮੈਂ ਬਹੁਤ ਪੁਰਾਣੀ ਚੀਜ਼ ਅਖੀਰ 'ਚ ਪੜ੍ਹ ਦੂੰਗਾ, ਜਿਹੜੀ ਬਹੁਤ ਹੀ ਪੁਰਾਣੀ ਹੈ, ਬਹੁਤ ਵਾਰੀ ਲੋਕਾਂ ਨੇ ਸੁਣੀਆਂ ਕਿ ਕੋਈ ਡਾਲੀਆਂ 'ਚ ਲੰਘਿਆ ਹਵਾ ਬਣ ਕੇ। ਮੈਨੂੰ ਬਹੁਤ ਅਜੇ ਮੈਨੂੰ ਚੰਗੀ ਦਿਲਨ ਦੀ। ਤੇ ਇੱਕ ਮੇਰੀ ਗਜ਼ਲ ਸੀ ਕਿ ਮੇਰੇ ਅੰਦਰ ਵੀ ਚੱਲਦੀ ਹੈ ਗੁਫ਼ਤਗੂ, ਜਿੱਥੇ ਲਫ਼ਜ਼ਾਂ ਚੱਲਦਾ ਹੈ ਮੇਰਾ ਲਹੂ। ਇਹਦੇ ਮੈਂ 2-3 ਸ਼ੇਰ ਤੁਹਾਨੂੰ ਚ ਪੜ੍ਹ ਦੇਣਾ। ਇਹਦੇ ਵਿੱਚ ਮੈਂ ਕਾਫੀਏ ਬਹੁਤ ਪਰਸ਼ੀਅਨ ਦੇ ਕਾਫੀਏ ਨੇ ਲਿਖਣੇ 'ਚ ਮੈਂ ਦੀਵਾ ਬੜੂ, ਦੀਵਾ ਜਗੂ, ਚੁੱਲਾ ਬੜੂ, ਇਹ ਵੀ ਕਾਫੀਆ ਆਇਆ ਇਹਦੇ ਵਿੱਚ। ਵਾਹਿਗੁਰੂ ਵੀ ਕਾਫੀਏ ਦੇ ਤੌਰ ਤੇ ਆਇਆ। ਤੇ ਮੈਂ ਇਹਦੇ ਤੁਹਾਨੂੰ ਕੁਛ ਸ਼ੇਰ ਮੇਰੇ ਅੰਦਰ ਵੀ ਚਲਦੀ ਹੈ ਇੱਕ ਗੁਫ਼ਤਗੂ, ਜਿੱਥੇ ਲਫ਼ਜ਼ਾਂ 'ਚ ਟਲਦਾ ਹੈ ਮੇਰਾ ਲਹੂ, ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ, ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ। ਮੇਰੇ ਅੰਦਰ ਆਵਾਜ਼ਾਂ ਤਾਂ ਹਨ ਬੇਪਨਾਹ, ਮੇਰੇ ਮੱਥੇ 'ਚ ਪਰ ਅਕਲ ਦਾ ਤਾਨਾਸ਼ਾ, ਮੇਰੇ ਮੱਥੇ 'ਚ ਪਰ ਅਕਲ ਦਾ ਤਾਨਾਸ਼ਾ। ਸਭ ਆਵਾਜ਼ਾਂ ਸੁਣੂ, ਕੁਛ ਚੁਣੂ ਫਿਰ ਬੁਣੂ, ਫਿਰ ਬਿਆਨ ਆਪਣਾ ਕੋਈ ਜਾਰੀ ਕਰੂ। ਮੇਰੇ ਅੰਦਰ ਵੀ ਚਲਦੀ ਹੈ ਇੱਕ ਗੁਫ਼ਤਗੂ,
जिथे लफ्जां च टलदा है मेरा लहू। और ਉਹਦਾ आखिरी शेर पढ़ रहे हैं, लंबी गजल है पर जी पर जी ते इरशाद। उतरी त मैं काम मोलो बसां, होर उतरी ता जल खाक अग पौण सां। पर ते उतरी त मैं काम मोलो बसां, होर उतरी ता जल खाक अग पौण सां। इस तो पहला के लगदा पता कौन हां, हो गया होंद अपनी तो ही सुरखरू। मेरे अंदर भी चलती है एक गुफ्तगू, जिथे लफ्जां च टलदा है मेरा लहू। जिथे मेरी बहस है मेरे नाल ही, जिथे बारिश ते पुरखे खड़े रूबरू। सो ये कुछ शेर सीगे। बहुत तो अच्छा, बहुत शानदार, बहुत खूबसूरत। ਹੁਣ मैं दो मेरे मन च गज़लां आ रਹੀਆਂ ਸੀ। एक ਤਾਂ ਜਾਂ ਸੀ कि जी ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ, हम्म ਜੇ ਨਜ਼ਰ ਤੇਰੀ ਚ ਨਾ ਮਨਜ਼ੂਰ ਹਾਂ। नामंजूर। ਜਾਂ ਕੋਈ ਡਾਲੀਆਂ ਚੋਂ ਗਿਆ ਹਵਾ ਬਣ ਕੇ। ਮੇਰੇ ਖਿਆਲ ਚ ਇਹ ਮੈਂ ਜੋ ਤੁਹਾਡਾ ਮਨ, ਜੋ ਤੁਹਾਡੇ ਮਨ ਚ ਇਸ ਵੇਲੇ ਆ ਰਹੀ ਚੀਜ਼, ਅਸੀਂ ਤਾਂ ਜੁੜੇ ਹੋਏ ਹਾਂ ਤੁਹਾਡੇ ਨਾਲ। ਜੀ ਚਲੋ ਮੈਂ ਤਿੰਨ ਸ਼ੇਰ ਜਿਹੜੇ ਇਹਦੇ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ ਦੇ। ਜੀ ਹੂੰ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ, ਜੇ ਨਜ਼ਰ ਤੇਰੀ ਚ ਨਾ ਮਨਜ਼ੂਰ ਹਾਂ। ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ, ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ। ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ, ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ। ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ। ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ, ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ। ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ, ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ। ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ। ਔਰ एक इधर शेर सी, जहर मेरा पी के नीले हो गए, जहर मेरा पी के नीले हो गए, जहर मेरा पी के नीले हो गए। कागज़ां दा मैं बहुत मशहूर हाँ, कागज़ां दा मैं बहुत मशहूर हाँ। और दा मकता है जी। कल पात्र नूं कहा सुरजीत ने, कल पात्र नूं कहा सुरजीत ने, कल पात्र नूं कहा सुरजीत ने, तू ते मैं भी एक दुए तो दूर हाँ।
की है तेरे शहर विच मशहूर हाँ जे नजर तेरी च ना मंजूर। सो बहुत शुक्रिया। ਦੋਸਤੋ ਕੀਮਤੀ ਗੱਲਾਂ ਔਰ ਪੰਜਾਬੀਕਾ ਦੇ ਫੇਸਬੁੱਕ ਪੇਜ ਉੱਤੇ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਅਸੀਂ ਲਗਭਗ ਪੌਣੇ 2 ਘੰਟੇ ਤੋਂ ਪੰਜਾਬੀ ਦੇ ਅਜ਼ੀਮ ਸ਼ਾਇਰ, ਵੱਡੇ ਕਵੀ, ਸ਼ਾਨਦਾਰ ਲੇਖਕ ਸੁਰਜੀਤ ਪਾਤਰ ਹੋਰਾਂ ਦੇ ਨਾਲ ਸਾਂ। ਬਹੁਤ ਸਾਰੀਆਂ ਗੱਲਾਂ ਉਹਨਾਂ ਨਾਲ ਹੋਈਆਂ। ਬਹੁਤ ਮੰਝੇ ਹੋਏ ਰੂਹਾਨੀ ਔਰ ਗਹਿਰੇ ਢੰਗ ਨਾਲ ਉਹਨਾਂ ਨੇ ਸਾਡੀਆਂ ਜਗਿਆਸਾਵਾਂ, ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਸਾਡੇ ਇਸ ਪੇਜ ਉੱਤੇ ਜੁੜੇ ਹੋਏ ਸਾਰੇ ਸੁਣਨ ਵਾਲਿਆਂ, ਦੇਖਣ ਵਾਲੇ ਦੋਸਤਾਂ ਦਾ ਬਹੁਤ ਸ਼ੁਕਰਾਨਾ। ਸਭ ਜਿਉਂਦੇ ਵਸਦੇ ਰਹੋ। ਸੁਰਜੀਤ ਪਾਤਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਸਮਾਂ ਕੱਢਿਆ ਔਰ ਸਾਡੇ ਨਾਲ ਇੰਨਾ ਲੰਮਾ ਸਮਾਂ ਜੁੜੇ ਰਹੇ। ਸੋ ਮੈਂ ਮੇਰੇ ਲਈ ਬਹੁਤ ਵੱਡਾ ਅਨੁਭਵ ਇਸ ਲਈ ਕਿ ਮੈਨੂੰ ਲੱਗਿਆ ਕਿ ਮੈਂ ਦੋਹਾਂ ਪੰਜਾਬਾਂ ਨਾਲ ਗੱਲ ਕਰ ਰਿਹਾ। ਅਜ਼ਮ ਮਲਿਕ ਹੋਣਾ ਦੀ ਮਾਰਫਤ ਤੇ ਹਰਵਿੰਦਰ ਦੀ ਮਾਰਫਤ ਔਰ ਗੁਰਤੇਜ ਦੀ ਮਾਰਫਤ, ਗੁਰਤੇਜ ਨਾਲ ਗੱਲਾਂ ਕਰਨਾ ਹਮੇਸ਼ਾ ਇੱਕ ਬਹੁਤ ਪਿਆਰਾ ਅਨੁਭਵ ਹੁੰਦਾ। ਔਰ ਜਦੋਂ ਉਹਨੇ ਕਿਹਾ ਸੀ ਕਿ ਜਦੋਂ ਇਹ ਕੁਛ ਮੇਰੇ ਬਾਰੇ ਕਿਹਾ ਸੀ ਤੇ ਮੇਰਾ ਇੱਕ ਸ਼ੇਰ ਸੀ ਕਿ ਮੈਂ ਕਿੱਦਾਂ ਸੋਚਦਾ ਕਿ ਮੈਂ ਕੁਛ ਹਾਂ। ਤੇ ਮੇਰਾ ਇੱਕ ਸ਼ੇਰ ਸੀ ਕਿ ਜਾਵਾਂ ਨੈਣਾ ਤੇਰਿਆਂ ਵਿੱਚ ਦੇਖ ਆਵਾਂ, ਮੈਂ ਤੇ ਜਿਉਂਦਾ ਹਾਂ ਜਾ ਕੇ ਮਰ ਗਿਆ। ਸੋ ਕੁਛ ਦੋਸਤ ਇਹੋ ਜਿਹੇ ਹੁੰਦੇ ਆ, ਕੁਛ ਪਾਠਕ ਇਹੋ ਜਿਹੇ ਹੁੰਦੇ ਆ, ਕੁਛ ਸਰੋਤੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਨੈਣਾਂ 'ਚ ਦੇਖ ਕੇ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਜਿਉਂਦੇ ਹੋ ਕਿ ਨਹੀਂ ਜਿਉਂਦੇ। ਸੋ ਤੁਸੀਂ ਸਾਰੇ ਮੇਰੇ ਲਈ ਉਹ ਨੈਣ ਹੋ। ਗੁਰਤੇਜ ਦੀ ਮਾਰਫਤ ਤੋਂ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਪਿਆਰ, ਸਤਿਕਾਰ ਔਰ ਭੁੱਲਾਂ ਚੁੱਕਾਂ ਲਈ ਮਾਫੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ।